ਸ਼ੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਇਆ। 9:07 ਹੋਏ ਨੇ ਤੇ 11 ਦਸੰਬਰ ਹੈ ਵਰਾ 2020 ਦਾ 28 ਮੱਘਰ ਨਾਨਕਸ਼ੇ ਸੰਮਤ 552। ਸਮੀਰ ਕੌਸ਼ਲ ਜੀ ਹੋਰਾਂ ਨੂੰ ਤੁਸੀਂ ਸੁਣ ਕੇ ਹਟੇ ਹੋ। ਮੇਰੇ ਤੋਂ ਬਾਅਦ ਨਿੰਮੀ ਡੌਲਾ ਜੀ ਦੀ ਵਾਰੀ ਹੁੰਦੀ ਹੈ ਤੇ ਇਸੇ ਤਰ੍ਹਾਂ ਸਾਰੇ ਸ਼ੋਅ ਚੱਲਦੇ ਰਹਿੰਦੇ ਨੇ। ਅੱਜ ਦੇ ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ ਪਹਿਲੇ ਹਿੱਸੇ ਦੇ ਵਿੱਚ ਨਵਕਿਰਨ ਸਿੰਘ ਪੱਤੀ ਪੰਜਾਬ ਤੋਂ ਗੱਲਬਾਤ ਕਰਨਗੇ। ਉਹਨਾਂ ਦੇ ਨਾਲ ਹੀ ਉੱਘੇ ਸਿੱਖ ਚਿੰਤਕ ਤੇ ਭੂ ਰਾਜਨੀਤੀ ਦੇ ਮਾਹਰ ਸਰ ਅਜੇਪਾਲ ਸਿੰਘ ਬਰਾੜ ਗੱਲਬਾਤ ਕਰਨਗੇ ਕਿਸਾਨਾਂ ਦੇ ਸੰਘਰਸ਼ ਦੇ ਬਾਰੇ। ਉਸ ਤੋਂ ਬਾਅਦ ਪਿਛਲੇ ਘੰਟੇ ਦੇ ਵਿੱਚ ਅੱਜ ਖਾਸ ਗੱਲਬਾਤ ਹੋਏਗੀ। ਖਾਸ ਗੱਲ ਕਾਹਦੀ ਹੋਣੀ ਹੈ? ਖਾਸ ਗੱਲ ਹੋਣੀ ਹੈ ਕਿ ਉਡਨ ਤਸ਼ਤਰੀਆਂ ਕੀ ਨੇ, ਕੀ ਸਾਡੀ ਦੁਨੀਆ ਤੋਂ ਬਾਹਰਲੀ ਦੁਨੀਆ ਦੇ ਵਿੱਚ ਕਿਤੇ ਜੀਵਨ ਹੈ, ਕਿਹੜੀ ਗੱਲ ਹੈ, ਕਿੱਥੇ ਜਿਹੜੀ ਅਨਆਇਡੈਂਟੀਫਾਈਡ ਫਲਾਈਂਗ ਆਬਜੈਕਟ ਵੇਖੇ ਗਏ, ਏਲੀਅਨਸ ਹੈ ਜਾਂ ਨਹੀਂ। ਇੱਕ ਇਜ਼ਰਾਈਲ ਦੀ ਜਿਹੜੀ ਇੰਟੈਲੀਜੈਂਸ ਦੇ ਮੁਖੀ ਨੇ ਗੱਲ ਕੀਤੀ ਹੈ ਪਿਛਲੇ ਦਿਨੀ, ਉਸ ਤੇ ਝਾਤ ਤੁਸੀਂ ਸ਼ਾਮਲ ਹੋਣਾ। 604 204 0600 ਤੇ ਸ਼ੇਰੇ ਪੰਜਾਬ radio.ca ਤੇ ਲਿਸਨ ਲਾਈਵ ਜਿੱਥੇ ਵੀ ਦੁਨੀਆ 'ਚ ਬੈਠੇ ਹੋ ਸੁਣ ਸਕਦੇ ਹੋ। ਤੇ 604 204 0600 ਨੰਬਰ ਹੈ। 604 729 1224 ਮੇਰਾ WhatsApp ਤੇ ਟੈਕਸਟ ਲਈ। ਤੇ ਹਰਜੀਤ ਸਿੰਘ ਗਿੱਲ ਦਾ ਫੇਸਬੁੱਕ ਦਾ ਪੇਜ ਉਦੋਂ ਪਹਿਲਾਂ 600 AM ਸ਼ੇਰੇ ਪੰਜਾਬ ਰੇਡੀਓ ਦਾ ਜਿਹੜਾ ਫੇਸਬੁੱਕ ਦਾ ਪੇਜ ਤੁਸੀਂ ਵੇਖ ਸਕਦੇ ਹੋ। ਉੱਥੇ ਨਾਲ ਗੱਲਾਂ ਬਾਤਾਂ ਕਰ ਸਕਦੇ ਹੋ, ਤੁਸੀਂ ਸੁਨੇਹਾ ਭੇਜ ਸਕਦੇ ਹੋ। ਕੋਈ ਐਪ ਛੇਤੀ ਤੁਹਾਡੀ ਸੇਵਾ 'ਚ ਅੱਜ ਹਾਜ਼ਰ ਹੋ ਜਾਣਾ ਹੈ। 604 204 0600 ਆਉਣੇ ਨੰਬਰ ਹੈ। ਇਸ ਪੰਜਾਬੇ ਪਾਣੀ ਆਇਆ ਧਰਤ ਪਈ, ਸ਼ਰਮਾਏ ਰਸ ਤਰਿਆਰ ਫਰੀ ਸਭ ਥਾਈ, ਸਭ ਨਗਰ ਹਰਿਆਏ। ਇਸ ਪੰਜਾਬੇ ਅੱਖਰ ਫਲਿਆ ਧਨ ਧਨ ਪਾਠ ਕਰਾਏ, ਇਸ ਪੰਜਾਬ ਨੇ ਥੋਹਰਾਂ ਦੇ ਫੁੱਲ ਗੀਤਾਂ ਦੇ ਵਿੱਚ ਗਾਏ। ਇਸ ਪੰਜਾਬੋਂ ਹੀਰਾਂ ਉੱਠੀਆਂ ਵਾਰਿਸ ਬਣਤ ਬਣਾਏ, ਓਏ ਜੰਡੀਆਂ ਥੱਲੇ ਬੈਠਾ ਬਾਬਾ ਖਾਕ ਪਿਆ ਵਡਿਆਏ। ਬੰਨਿਆਂ ਉੱਤੇ ਨੱਚਦੇ ਫਿਰਦੇ ਮੋਰਾਂ ਦੇ ਹਮਸਾਏ, ਸੋਨ ਸੁਨਹਿਰੀ ਕਣਕਾਂ ਉੱਤੇ ਮੀਂਹ ਕਾਹਤੋਂ ਵਰ ਜਾਏ। ਸੌਣ ਮਹੀਨੇ ਤੀਆਂ ਲੱਗੀਆਂ ਆਸੂ ਕਾਜ ਰਚਾਏ, ਲਹਿੰਗਿਆਂ ਦੇ ਵਿੱਚ ਹਾਣ ਦੀਆਂ ਨੇ ਥੱਬਾ ਵੱਲ ਪਾਏ। ਚੜ੍ਹਦੇ ਪਾਸੇ ਰੋਹੀ ਦੇ ਕੋਈ ਨਾਗ ਲਪੇਟਾ ਖਾਏ, ਅੰਡੇ ਧਰਕੇ ਉੱਡ ਗਏ ਤਿਲੀਅਰ ਕਿਹੜਾ ਮਗਰੇ ਜਾਏ। ਇਸ ਪੰਜਾਬੋਂ ਨਾਨਕ ਤੁਰਿਆ ਚੌਂ ਦਿਸਾਏ, ਇਸ ਪੰਜਾਬੇ ਗੋਵਿੰਦ ਕੇ ਸਿੱਖ ਗੱਤਕਾ ਖੇਡਣ ਆਏ। ਇਸ ਪੰਜਾਬ ਨੂੰ ਰੱਜ ਕੇ ਲੁੱਟਿਆ ਹਾਥੀਆਂ ਘੋੜੇ ਧਾਏ, ਜਿਹੜੇ ਇਸ ਦੇ ਟੁਕੜੇ ਹੋ ਗਏ ਮੁੜ ਕੇ ਨਾ ਫਿਰ ਥਿਆਏ, ਜਿਹੜੇ ਇਸ ਦੇ ਟੁਕੜੇ ਹੋ ਗਏ ਮੁੜ ਕੇ ਫੇਰ ਨਾ ਥਿਆਏ। ਪੰਜਾਬ ਨੂੰ ਸਾਂਭਣ ਦਾ ਯਤਨ ਕਰਦੇ ਨੇ ਪੰਜਾਬ ਦੇ ਜਾਏ ਬਾਰਡਰ ਤੇ ਬੈਠੇ। ਹਰਮਨਜੀਤ ਲਿਖਦਾ ਹੈ। ਨਵਕਿਰਨ ਸਿੰਘ ਪੱਤੀ ਜੀ ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ। ਸਭ ਤੋਂ ਪਹਿਲਾਂ ਤੁਹਾਨੂੰ ਤੇ ਰੇਡੀਓ ਸ਼ੇਰੇ ਪੰਜਾਬ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਗਿੱਲ ਸਾਹਿਬ। ਅੱਛਾ ਜੀ, ਰਾਜਧਾਨੀ ਆ ਗਏ ਫਿਰ? ਜੀ ਗਿੱਲ ਸਾਹਿਬ, ਅੱਜ ਫੇਰ ਰਾਜਧਾਨੀ ਦਾ ਰੁੱਖ ਕੀਤਾ। ਮੈਂ ਸੋਚਿਆ ਕਿ ਅੱਜ ਕੱਲ ਦਿਨ ਸਥਿਤੀ ਆ ਜਿਹੜੀ ਉਹ ਬਦਲ ਰਹੀ ਹੈ, ਕਿਸਾਨਾਂ ਦੇ ਉੱਤੇ ਦਬਾਅ ਆ ਜਿਹੜਾ ਉਹ ਵੱਧ ਡੈਡਲੌਕ ਵਾਲੀ ਹਾਲਤ ਪੈਦਾ ਹੋਈ ਹੈ। ਤਾਂ ਜਿਹਦੇ ਵਿੱਚ ਕਿਸਾਨਾਂ ਦੇ ਵਿੱਚ ਜਾ ਕੇ ਕਿਹੋ ਜਿਹੇ ਹਾਲ ਬਣਦੇ ਨੇ, ਕੀ ਗੱਲਬਾਤ ਹੈ, ਉੱਥੇ ਜ਼ਰੂਰ ਆ ਜਿਹੜਾ ਉਹ ਜਾਇਆ ਜਾਵੇ। ਸੋ ਦਿਲ ਕਰਦਾ ਸੀ ਤੇ ਆ ਪਹੁੰਚੇ ਜੀ ਗੱਲ ਸਾਹਿਬ। ਧੰਨਵਾਦ ਬਹੁਤ। ਕੀ ਲੇਟੈਸਟ ਆ ਜੀ ਆ ਕੇ ਜਿਹੜਾ ਪਤਾ ਕੀਤਾ? ਹੁਣੇ ਤੁਸੀਂ ਪਹੁੰਚੇ ਹੋ ਪਰ ਰਾਹ ਦੇ ਵਿੱਚ ਤੁਸੀਂ ਇੰਟਰਸਟ ਹੋ। ਕੀ ਲੇਟੈਸਟ ਆ, ਕੀ ਹੋ ਰਿਹਾ, ਕੀ ਦੱਸਣਾ ਚਾਹੁੰਦੇ ਹੋ ਜਿਹੜਾ ਹਾਲੇ ਤੱਕ ਖਬਰਾਂ 'ਚ ਨਹੀਂ ਆਇਆ? ਗਿੱਲ ਸਾਹਿਬ ਦੇਖੋ, ਮੈਂ ਜਿਹੜਾ ਇੱਥੇ ਆ ਕੇ ਮਹਿਸੂਸ ਕੀਤਾ, ਇੱਕ ਤਾਂ ਇਹ ਕਿ ਕਾਫਲਾ ਗਾ ਜਿਹੜਾ ਹੋਰ ਵੱਧ ਗਿਆ, ਕਾਫਲਾ ਹੋਰ ਵੱਡਾ ਹੋ ਗਿਆ। ਜੇ ਪਹਿਲਾਂ 11 ਕਿਲੋਮੀਟਰ ਤੱਕ ਸੀ ਤਾਂ ਹੁਣ ਇਹ ਕਾਫਲਾ ਗਾ ਜਿਹੜਾ ਉਹ 16 ਕਿਲੋਮੀਟਰ ਤੱਕ ਵੱਧ ਚੁੱਕਿਆ ਹੈਗਾ ਕੁਛ ਹੀ ਦਿਨਾਂ ਦੇ ਵਿੱਚ। ਦੂਸਰਾ ਇਹ ਕਿ ਪੰਜਾਬ ਦੇ ਵਿੱਚ ਅਸਲ ਦੇ ਵਿੱਚ ਮੈਨੂੰ ਲੱਗਦਾ ਪੰਜਾਬ ਦੇ ਖਾਸੇ ਨੂੰ ਨਹੀਂ ਜਾਣਦੀ ਮੋਦੀ ਸਰਕਾਰ। ਇਹਨਾਂ ਨੂੰ ਲੱਗਿਆ ਡੈਡਲੌਕ ਵਾਲੀ ਹਾਲਤ ਪੈਦਾ ਹੋ ਗਈ, ਦਬਾਅ ਬਣਾ ਭਲਵਾਨੀ ਗੇੜੇ ਪੁਲਿਸ ਤੋਂ ਦਬਾ ਤੇ ਕੇਸ ਦਰਜ ਹੋ ਗਏ ਵੀ ਸ਼ਾਇਦ ਇਹਦੇ ਨਾਲ ਹੀ ਪਿੱਛੇ ਮੁੜ ਜਾਣਗੇ। ਪਰ ਹੋਇਆ ਉਲਟਾ। ਪੰਜਾਬ ਚੋਂ ਜਿਹੜਾ ਵੀ ਬੱਚਾ ਉਹ ਤੁਰ ਪਿਆ ਦਿੱਲੀ ਨੂੰ ਵੀ ਚਲੋ ਜੀ ਚਲੋ, ਡੈਡਲੌਕ ਪੈਦਾ ਹੋ ਗਿਆ। ਪਹਿਲਾਂ ਤਾਂ ਉਹਨਾਂ ਨੂੰ ਐਂ ਲੱਗਦਾ ਸੀ ਵੀ ਚੱਲ ਆ ਹੀ ਜਾਣਾ, ਕੱਲ ਨੂੰ ਆ ਜਾਣਗੇ ਜਿੱਤ ਕੇ, ਪਰਸੋਂ ਆ ਜਾਣਗੇ। ਹੁਣ ਉਹਨਾਂ ਨੂੰ ਪਿੰਡਾਂ 'ਚ ਅਨਾਊਂਸਮੈਂਟਾਂ ਹੋ ਗਈਆਂ, ਪਿੰਡਾਂ 'ਚ ਗੱਲ ਤੁਰ ਪਈ
ਵੀ ਭਾਈ ਸੰਘਰਸ਼ ਆ ਜਿਹੜਾ ਉਹ ਤਿੱਖਾ ਹੋ ਰਿਹਾ ਤੇ ਉੱਥੇ ਮੋਦੀ ਸਰਕਾਰ ਆ ਜਿਹੜੀ ਉਹ ਆਪਣਾ ਜ਼ੋਰ ਜਮਾਈ ਕਰ ਰਹੀ ਹੈ। ਤਾਂ ਅਜਿਹੇ ਦੇ ਵਿੱਚ ਉੱਥੇ ਕਾਫਲੇ ਬੰਨ੍ਹ ਕੇ ਪੁੱਜਣਾ ਚਾਹੀਦਾ ਤੇ ਪਿੰਡਾਂ ਤੋਂ ਕਾਫਲਿਆਂ ਦੇ ਕਾਫਲੇ ਗੱਲ ਸਾਹਿਬ ਲਾਰੇ ਨਹੀਂ ਟੁੱਟ ਰਹੇ। ਔਰ ਇੰਨੀ ਵੱਡੀ ਤਾਦਾਦ ਦੇ ਵਿੱਚ ਕਿਤੇ ਮੋਟਰਸਾਈਕਲ ਤੇ ਝੰਡੀ ਲਾਈ ਆ, 4 ਬੈਠੇ ਜਾਂਦੇ ਨੇ, ਕਿਤੇ 3 ਬੈਠੇ ਜਾਂਦੇ ਨੇ। ਜਿਹੜੇ ਕਹਿੰਦੇ 10 ਪੁਰਾਣੀ ਗੱਡੀ ਨੇ ਦਿੱਲੀ 'ਚ ਬਣ ਦੇਣੀ, 1970 ਮਾਡਲ ਟਰੈਕਟਰ ਤੁਰੇ ਆਉਂਦੇ ਨੇ ਔਰ ਪੁਰਾਣੀਆਂ ਗੱਡੀਆਂ ਗਿੱਲ ਸਾਹਿਬ ਤੁਰੀਆਂ ਆਉਂਦੀਆਂ ਨੇ। ਇਸ ਤੋਂ ਇਲਾਵਾ ਜਿਹੜੇ ਟੈਂਪੂ, ਇਸ ਤੋਂ ਇਲਾਵਾ ਜਿਹੜੀਆਂ ਮੱਝਾਂ ਢੋਣ ਵਾਲੇ ਆਪਣੇ 4 ਵੀਲਰ ਛੋਟੇ ਹਾਥੀ ਉਹ ਤੁਰੇ ਆਉਂਦੇ ਨੇ। ਉਹ ਕਾਫਲੇ ਤੇ ਕਾਫਲਾ ਤੁਰਿਆ ਆਉਂਦਾ ਔਰ ਇੱਥੇ ਜੋਸ਼ ਕਿਸਾਨਾਂ ਦਾ, ਲੋਕਾਂ ਦਾ ਉਹ ਵਾਧਾ। ਅਗਲੀ ਗੱਲ ਜਿਹੜੀ ਮੈਂ ਕਹਿ ਕੇ ਮਹਿਸੂਸ ਕੀਤੀ, ਲੰਗਰ ਵੱਧ ਗਏ, ਲੰਗਰਾਂ ਦੇ ਵਿੱਚ ਕੁਆਂਟਿਟੀ ਜਿਹੜੇ ਸਮਾਨ ਦੀ ਉਹ ਵੱਧ ਗਈ ਔਰ ਮੈਡੀਕਲ ਕੈਂਪ ਨੇ ਜਿਹੜੇ ਉਹ ਵੱਧ ਗਏ, ਡਾਕਟਰ ਇੱਥੇ ਆ ਪਹੁੰਚੇ ਨੇ। ਉਹ ਕਾਫੀ ਵੱਡੀ ਪੱਧਰ ਦੇ ਉੱਤੇ ਅੰਦੋਲਨ ਆ ਜਿਹੜਾ ਉਹ ਪਹਿਲਾਂ ਦੇ ਮੁਕਾਬਲੇ ਹੋਰ ਵੱਧ ਵਿਸ਼ਾਲ ਹੋ ਰਿਹਾ ਹੈਗਾ ਜੀ। ਅੱਛਾ, ਇੱਕ ਮੈਂ ਸੈਗਮੈਂਟ ਵੀਡੀਓ ਵੇਖ ਰਿਹਾ ਸੀ ਜਿਹਦੇ 'ਚ ਸਰਦਾਰ ਅਜਮੇਰ ਸਿੰਘ ਹੋਣੀ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਕਿਤਾਬ ਦੀ ਘੁੰਡ ਚਕਾਈ ਕਰ ਰਹੇ ਨੇ, ਨਾਲ ਦੀਪ ਸਿੱਧੂ ਖੜਾ, ਸਿਧਾਣਾ ਖੜਾ ਤੇ ਇੰਟਰਵਿਊ ਲੈ ਰਿਹਾ ਹੈ ਕਰਫਿਊ। ਉਹਦੇ 'ਚ ਜਦ ਉਹ ਗੱਲਾਂ ਕਰ ਰਹੇ ਨੇ, ਸਰਦਾਰ ਅਜਮੇਰ ਸਿੰਘ ਨੇ ਉਸ ਨੂੰ ਸਿੱਧਾ ਦੱਸਤਾ ਵੀ ਕੀ ਹੋ ਰਿਹਾ ਹੈ, ਕਿੱਥੇ ਇੱਥੇ ਤੇ ਸਿੱਖ ਸੰਘਰਸ਼, ਹਿੰਸਾ ਤੇ ਅਹਿੰਸਾ ਰੂਹਾਨੀਅਤ ਦੇ ਵਿੱਚ ਰਹਿ ਕੇ ਹੁੰਦੀ ਆ। ਲੱਖੇ ਸਿਧਾਣੇ ਨੇ ਵੀ ਉਹ 'ਚ ਕਲੀਅਰ ਗੱਲ ਕੀਤੀ। ਦੀਪ ਦੀ ਜਿਹੜੀ ਗੱਲਬਾਤ ਸੀ ਉਹਦੇ 'ਚ ਥੋੜ੍ਹੀ ਜੀ, ਕਿਉਂਕਿ ਇਨਸਾਨ ਹੈ, ਦੇਖੋ ਮੈਂ ਇਸ ਨੂੰ ਬੈਨੀਫਿਟ ਆਫ ਡਾਊਟ 'ਚ ਰੱਖਣਾ ਚਾਹੁੰਦਾ, ਇਨਸਾਨ ਹੈ, ਅਸੀਂ ਵੀ ਕਦੇ ਬਹੁਤ ਪੂਰੇ ਐਨਰਜੀ ਨਾਲ ਫੁੱਲ ਹੁੰਦੇ ਹਾਂ ਪ੍ਰੋਗਰਾਮ 'ਚ, ਕਦੇ ਡਾਊਨ ਹੁੰਦੇ ਹਾਂ। ਦੀਪ ਸਿੱਧੂ ਦੀਆਂ ਗੱਲਾਂ ਥੋੜ੍ਹੀਆਂ ਜਿਹੀਆਂ ਨਾਵਾਚਕ ਲੱਗੀਆਂ ਮੈਨੂੰ ਨਿੱਜੀ ਤੌਰ 'ਤੇ। ਅੱਛਾ, ਫਿਰ ਉਹਦੇ ਬਾਅਦ ਵੀ ਕੋਈ ਗੱਲ ਹੋਈ ਉਹਨਾਂ ਦੀ, ਉਹਦੀ ਜਿਹੜੀ ਗੱਲ ਜਿਹੜੀ ਉਹ ਕਰ ਰਿਹਾ ਸੀ ਉਹਦੇ 'ਚੋਂ ਨਫੇ ਨੁਕਸਾਨ ਦੀ ਗੱਲਬਾਤ ਕਰ ਰਿਹਾ ਸੀ। ਅਜਮੇਰ ਸਿੰਘ ਹੋਣੀ ਤੇ ਲੱਖਾ ਸਿਧਾਣਾ ਇਹ ਕਹਿ ਰਹੇ ਸੀ ਵੀ ਸੰਘਰਸ਼ 'ਚ ਨਫੇ ਨੁਕਸਾਨ, ਲਾਭ ਹਾਨੀ ਦੇਖ ਕੇ ਨਹੀਂ ਗੱਲਾਂ ਹੁੰਦੀਆਂ, ਕੁਛ ਹੋਰ ਵੀ ਅੱਗੇ ਗੱਲ ਹੋਈ ਹੈ। ਜੀ ਗੱਲ ਸਾਹਿਬ ਜਿਹੜੀ ਅਪ ਟੂ ਡੇਟ ਸੀ ਉਹ ਇਹੀ ਸੀਗੀ ਕਿ ਦੀਪ ਸਿੱਧੂ, ਕਿਉਂਕਿ ਉਹਦਾ ਐਜੀਟੇਸ਼ਨ ਦਾ ਤਜਰਬਾ ਨਹੀਂ ਹੈ, 2 ਮਹੀਨੇ ਪਹਿਲਾਂ ਉਹ ਐਜੀਟੇਸ਼ਨ ਦੇ ਵਿੱਚ ਆਇਆ, 2 ਮਹੀਨੇ ਪਹਿਲਾਂ ਤੱਕ ਉਹ ਬਾਲੀਵੁੱਡ ਦੇ ਵਿੱਚ ਸੀਗਾ, ਈਵਨ ਸਨੀ ਦਿਓਲ ਦੇ ਵੀ ਨੇੜੇ ਸੀ, ਚੋਣ ਕੰਪੇਨ 'ਚ ਵੀ ਸੀਗਾ। ਅੱਜ ਜਿਹੜੀ ਗੱਲ ਹੋਈ ਕਿ ਦੀਪ ਸਿੱਧੂ ਨੇ ਇਹ ਕਿਹਾ ਕਿ ਇੱਥੇ ਜਿਹੜੇ ਮਤਲਬ ਖੱਬੇ ਪੱਖੀ ਆਏ ਹੋਏ ਨੇ, ਇੱਥੇ ਨੁਕਸਾਨ ਹੋ ਸਕਦਾ ਤੇ ਬੰਦਿਆਂ ਦਾ ਨੁਕਸਾਨ ਹੋ ਸਕਦਾ, ਇਸ ਕਰਕੇ ਸਾਨੂੰ ਇੱਕ ਵਾਰ ਚਲੇ ਜਾਣਾ ਚਾਹੀਦਾ ਔਰ ਸਾਨੂੰ ਜਿੰਨਾ ਕੁ ਦਿੰਦੇ ਆ ਉਹਨਾਂ ਕੁ ਲੈ ਲੈਣਾ ਚਾਹੀਦਾ। ਸੋ ਦੀਪ ਸਿੱਧੂ ਕੁਛ ਇਸ ਤਰ੍ਹਾਂ ਦੀ ਗੱਲਬਾਤ ਆ ਜਿਹੜੀ ਉਹ ਕਰਦਾ ਸੀ। ਉਸ ਤੋਂ ਬਾਅਦ ਲੱਖੇ ਸਿਧਾਣੇ ਦੀ ਇੰਟਰਵਿਊ ਆਈ ਜਿਹਦੇ 'ਚ ਲੱਖੇ ਸਿਧਾਣੇ ਨੇ ਕਿਹਾ ਕਿ ਦੀਪ ਸਿੱਧੂ ਨੇ ਬਹੁਤ ਗਲਤ ਕੀਤਾ, ਦੀਪ ਸਿੱਧੂ ਨਫੇ ਨੁਕਸਾਨ ਦੀਆਂ ਗੱਲਾਂ ਕਰਦਾ ਔਰ ਸੰਘਰਸ਼ ਨਫੇ ਨੁਕਸਾਨ ਨਾਲ ਨਹੀਂ ਲੜੇ ਜਾਂਦੇ। ਲੱਖੇ ਸਿਧਾਣੇ ਨੇ ਇੱਥੋਂ ਤੱਕ ਕਿਹਾ, ਕਹਿੰਦਾ ਵੀ ਦੀਪ ਸਿੱਧੂ ਨਾਲ ਕਹਿੰਦਾ ਮੇਰੀ ਗੱਲ ਹੋਈ ਸੀ ਰਾਤੀ, ਕਹਿੰਦਾ ਦੀਪ ਸਿੱਧੂ ਕਹਿੰਦਾ ਵੀ ਆਪਾਂ ਇੱਕ ਵਾਰ ਚੱਲੀਏ, ਦੁਬਾਰੇ ਆਵਾਂਗੇ। ਤਾਂ ਲੱਖੇ ਸਿਧਾਣੇ ਦੇ ਨਾਲ ਦੇ ਮੁੰਡੇ ਵੀ ਇਹ ਵੀ ਕਹਿ ਰਹੇ ਸੀ ਕਿ ਦੁਬਾਰੇ ਤੱਕ ਫਿਰ ਜੋਸ਼ ਖਰੋਸ਼ ਆ ਜਿਹੜਾ ਉਹ ਨਹੀਂ ਰਹਿਣਾ। ਉਸ ਤੋਂ ਬਾਅਦ ਜਿਹੜੀ ਸਿਮਰਜੀਤ ਕੌਰ ਵਕੀਲ ਆ ਕੁੜੀ ਗੱਲ, ਉਹਨੇ ਇੰਟਰਵਿਊ ਦਿੱਤੀ, ਉਹ 'ਚ ਉਹਨੇ ਕਿਹਾ ਵੀ ਜਿਹੜੇ ਖਦਸ਼ੇ ਜ਼ਾਹਰ ਕੀਤੇ ਜਾ ਰਹੇ ਸੀ RSS ਬਾਰੇ ਜਾਂ ਹੋਰ, ਉਹ ਦੀਪ ਬਾਰੇ ਜਿਹੜੇ ਉਹ ਮਜ਼ਬੂਤ ਹੋ ਗਏ, ਪ੍ਰਤੱਖ ਹੋ ਗਏ। ਔਰ ਸਿਮਰਜੀਤ ਕੌਰ ਗੱਲ ਜਿਹੜੀ ਕਿਸੇ ਸਮੇਂ ਦੀਪ ਸਿੱਧੂ ਦੇ ਨਾਲ ਐਜੂਕੇਸ਼ਨ ਦੇ ਵਿੱਚ ਉਹ ਖੁੱਲ੍ਹ ਕੇ ਜਿਹੜੀ ਉਹ ਬੋਲੀ, ਲੇਕਿਨ ਉਸ ਤੋਂ ਬਾਅਦ ਫਿਰ ਜੂ ਕਰਨਾ ਜਿਹੜਾ ਉਹ ਮਾਰਿਆ ਦੀਪ ਸਿੱਧੂ ਤੇ ਲੱਖਾ ਸਿਧਾਣਾ ਫਿਰ ਇਕੱਠੇ ਨਜ਼ਰ ਆਏ। ਦੀਪ ਸਿੱਧੂ ਨੇ ਕਿਹਾ ਵੀ ਨਹੀਂ ਜੀ, ਮਤਲਬ ਕਈ ਵਾਰ ਖਦਸ਼ੇ ਹੋ ਜਾਂਦੇ ਨੇ, ਇਸ ਕਰਕੇ ਮੇਰੀ ਇਹ ਭਾਵਨਾ ਨਹੀਂ ਸੀ, ਇਸ ਕਰਕੇ ਮੈਂ ਉਸ ਗੱਲ ਦੇ ਉੱਤੇ ਨਹੀਂ ਹੁਣ ਹੈਗਾ ਔਰ ਐਜੂਕੇਸ਼ਨ ਹੈ ਜਿਹੜੀ ਉਹ ਚੱਲਣੀ ਚਾਹੀਦੀ ਹੈ। ਜਿਸ ਤੋਂ ਬਾਅਦ ਉਹ ਜੂ ਕਰਨ ਮਾਰਦਾ ਨਜ਼ਰ ਆਇਆ, ਕਿਉਂਕਿ ਵੈਸੇ ਵੀ ਜਿਹੜਾ ਮਤਲਬ ਆਪਣਾ ਇਤਿਹਾਸ ਹੈ ਉਹ ਨਫੇ ਨੁਕਸਾਨਾਂ ਦਾ ਇਤਿਹਾਸ ਨਹੀਂ ਹੈ। ਜੇ ਜ਼ਬਰ ਕਰੂਗੀ ਹਕੂਮਤ ਤਾਂ ਜ਼ਬਰ ਨਾਕਾਮੀ ਹੋਰ ਜ਼ਬਰ ਜ਼ਬਤੀ ਕੇ ਨਾ ਮਿਲੇ ਕਬਰ, ਹਰ ਜ਼ਬਰ ਦੀ ਇਹੋ ਕਹਾਣੀ, ਕਰਨਾ ਜ਼ਬਰ ਤੇ ਮੂੰਹ ਦੀ ਖਾਣੀ, ਫਿਰ ਮੂੰਹ ਦੀ ਖਾਣੀ ਵੀ ਪਊ ਉਹਨਾਂ ਨੂੰ। ਔਰ ਐਡੀ ਵੱਡੇ ਇਕੱਠ ਦੇ ਉੱਤੇ ਲੱਖਾਂ ਦੀ ਤਾਦਾਦ ਦੇ ਵਿੱਚ ਉਹ ਕੋਈ ਐਂ ਤਾਂ ਹੈ ਨਹੀਂ ਕਿ ਫਾਇਰਿੰਗ ਕਰ ਸਕਦੇ ਨੇ, ਲਾਠੀ ਚਾਰਜ ਵੀ ਇੰਨੀ ਸੌਖੀ ਗੱਲ ਨਹੀਂ ਹੈ। ਸੋ ਇਹ ਜਿਹੀਆਂ ਚੀਜ਼ਾਂ ਤੋਂ ਮਤਲਬ ਅਸੀਂ ਡਰ ਕੇ ਜੇ ਪਿੱਛੇ ਮੁੜ ਗਏ ਅੱਜ ਦੇ ਸਮੇਂ ਦੇ ਵਿੱਚ, ਕਿਉਂਕਿ ਲੜਾਈ ਸਿਰਫ ਖੇਤੀ ਬਿੱਲਾਂ ਦੀ ਲੜਾਈ ਨਹੀਂ, ਇਹ ਹੋਂਦ ਦੀ ਲੜਾਈ ਹੈ। ਇਹ ਨਰਿੰਦਰ ਮੋਦੀ ਦੇ ਗੱਲ 'ਚੋਂ ਧੌਣ 'ਚੋਂ ਜਿਹੜਾ ਕਿੱਲਾ ਕੱਢਣ ਦੀ ਲੜਾਈ ਹੈ। ਇਹ ਜਿਹੜੇ ਕਿਸਾਨ ਲੜ ਰਹੇ ਨੇ ਸਿਰਫ ਕਿਸਾਨੀ ਮਸਲਿਆਂ ਦਾ ਮਸਲਾ ਨਹੀਂ ਹੈ, ਇਹ ਉਹਨਾਂ ਲੱਖਾਂ ਕਰੋੜਾਂ ਮੁਸਲਮਾਨਾਂ ਦੀ ਵੀ ਗੱਲ ਹੈ ਜਿਨ੍ਹਾਂ ਉੱਤੇ ਪਿਛਲੇ ਦਿਨਾਂ 'ਚ ਕਾਨੂੰਨ ਥੋਪੇ ਗਏ ਤੇ ਜਦੋਂ ਉਹ ਲੜਨ ਆਏ ਤਾਂ ਉਹਨਾਂ ਨੂੰ ਪਿਛਾਂਹ ਮੋੜ ਦਿੱਤਾ ਗਿਆ। ਇਹ ਰਾਜਾਂ ਦੇ ਵੱਧ ਅਧਿਕਾਰਾਂ ਦੀ ਵੀ ਗੱਲ ਹੈ। ਅਸਲ ਦੇ ਵਿੱਚ ਇੱਕ ਗੁੱਸਾ ਹੈਗਾ ਜਿਹੜਾ ਪਿਛਲੇ ਸਮੇਂ ਤੋਂ ਜਿਹੜੀ ਇਹ ਹਿੰਦੂਤਵ ਦੀ ਸਿਆਸਤ ਹੈ ਭਾਰਤ ਦੇ ਵਿੱਚ ਪਣਪ ਰਹੀ ਬਾਇਆ ਨਰਿੰਦਰ ਮੋਦੀ, ਉਹਦੇ ਖਿਲਾਫ ਗੁੱਸਾ ਅਸਲ ਦੇ ਵਿੱਚ। ਔਰ ਇਹ ਹੋਂਦ ਦੀ ਲੜਾਈ ਹੈਗੀ ਔਰ ਇਸੇ ਕਰਕੇ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਉਹ ਦਬਾਅ ਪਾ ਰਹੀ ਹੈ ਜੀ।
ਅੱਛਾ, ਉਹ ਬੀਬਾ ਜੀ ਵੀ ਜਿਹੜੇ ਵਕੀਲ ਸਾਹਿਬਾਂ ਨੇ ਉਹ ਆਪਣੀ ਜ਼ਿੰਦਗੀ ਦੀ ਦਾਸਤਾਨ ਉਹਨਾਂ ਨੇ ਸੁਣਾਈ ਵੀ ਮੇਰੇ ਫਾਦਰ ਨੂੰ ਸ਼ਹੀਦ ਕੀਤਾ ਤੇ ਫਿਰ ਉਹਨਾਂ ਦੇ ਆਪਣੇ ਰਿਲੇਸ਼ਨ ਦੀ ਕੁਛ ਕਿਤੇ ਮੁਸ਼ਕਲ ਹੋ ਗਈ ਤੇ ਸੰਘਰਸ਼ ਦੇ ਵਿੱਚ ਪਿਓ ਸ਼ਹੀਦ ਹੋਇਆ ਹੋਵੇ ਤੇ ਆਪ ਯੂਥ ਕਾਂਗਰਸ ਤੁਰੇ ਫਿਰਨਾ, ਰਾਜਨੀਤੀ ਸਭ ਕਰਦੇ ਆ। ਐਨੀਵੇਜ਼ ਆਪਾਂ ਹੁਣ ਇਸ ਸੰਘਰਸ਼ ਦੀ ਉਹ ਗੱਲ ਅੱਗੇ ਕਰੀਏ ਕਿਉਂਕਿ ਲੋਕਾਂ ਦੀ ਉਤਸੁਕਤਾ ਵੀ ਇਹਦੇ 'ਚ ਹੀ ਆ। ਮੇਰੇ ਦੋਸਤ ਨੇ ਸਰਬਜੀਤ ਸਿੰਘ ਵੇਰਕਾ, ਹਿਊਮਨ ਰਾਈਟਸ ਦੇ ਬੈਂਸ ਸਾਹਿਬ ਦੇ ਬਹੁਤ ਨੇੜੇ ਨੇ ਉਹ, ਬੜੇ ਉਹਨਾਂ ਨੇ ਬ੍ਰੇਕਿੰਗ ਨਿਊਜ਼ ਕੀਤੀਆਂ ਨੇ। ਉਹਨਾਂ ਨੇ ਦੱਸਿਆ ਇੱਕ ਬਹੁਤ ਵੱਡਾ ਕਾਫਲਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਤੁਰਿਆ ਤੇ ਦੂਜੇ ਬੰਨੇ ਜਿਹੜੇ ਰਾਜਸਥਾਨ ਤੋਂ ਜਿਨ੍ਹਾਂ ਨੇ ਤੁਰਨਾ ਸੀ ਉਹਨਾਂ ਦਾ ਕੀ ਪਤਾ ਲੱਗਿਆ ਜੀ? ਜੀ ਗੱਲ ਸਾਹਿਬ, ਵਾਕਈ ਇੱਕ ਬਹੁਤ ਵੱਡਾ ਕਾਫਲਾ ਗਾ ਜਿਹੜਾ 50,000 ਦਾ ਇਕੱਠ ਦੱਸ ਰਹੇ ਨੇ। ਉਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਇਕੱਠ ਹੈ। ਔਰ ਗੱਲ ਸਾਹਿਬ 600 ਟਰਾਲੀ ਗਿਣ ਕੇ ਖੜਾਤੀ ਉਹਨਾਂ ਨੇ, ਮਝੈਲਾਂ ਨੇ ਵੀ ਆਹ ਖੜੀ ਹੈ ਜੀ 1 2 3 4 5 600 ਟਰਾਲੀ ਮੀਡੀਆ ਮੂਹਰੇ ਗਿਣਤੀ। ਇਸ ਤੋਂ ਇਲਾਵਾ ਕਿੰਨੀਆਂ ਗੱਡੀਆਂ, ਕਿੰਨੀਆਂ ਜਿਹੜੀਆਂ ਜੀਪਾਂ, ਕਿੰਨੇ ਗੱਲ ਸਾਹਿਬ ਹੋਰ ਵਹੀਕਲ ਨੇ ਜਿਹੜੇ ਉਹ ਨੇ। ਔਰ 50,000 ਬੰਦਾ ਘੱਟੋ ਘੱਟ ਉਸ ਕਾਫਲੇ ਦਾ ਹਿੱਸਾ ਹੈਗਾ। ਮਾਝੇ ਦਾ ਕਾਫਲਾ, ਕਿਉਂਕਿ ਉਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਕਾਫਲਾ ਉਹ 31 ਜਥੇਬੰਦੀਆਂ ਤੋਂ ਅੱਡ ਬੈਠੇ ਨੇ। ਉਹ ਜਿਵੇਂ ਮੈਂ ਦੱਸਿਆ ਸੀ ਕਿ ਇੱਧਰੋਂ ਕੁੰਡਲੀ ਵਾਲੀ ਸਾਈਡ ਤੋਂ ਪਾਣੀਪਤ ਵਾਲੀ ਤੋਂ ਸਿੰਘੂ ਬਾਰਡਰ ਜਿਹੜਾ ਘੇਰਿਆ, ਉਸ ਤੋਂ ਬਾਅਦ ਪੁਲਿਸ ਦੇ ਬੈਰੀਗੇਟ ਨੇ। ਔਰ ਇਹਨਾਂ ਨੇ ਮਾਝੇ ਦੇ ਮਹਿਲਾ ਨੇ ਜਿਹੜਾ ਉਹ ਦਿੱਲੀ ਵਾਲੇ ਪਾਸੋਂ ਲੈ ਲਿਆ ਔਰ ਜਿਹੜੀ ਰੈਪਿਡ ਐਕਸ਼ਨ ਫੋਰਸ ਆ ਉਹ ਵੀ ਵਿਚਾਲੇ ਲੈ ਲਈ। ਤਾਂ ਹੁਣ ਉਹ 50,000 ਦਾ ਕਾਫਲਾ ਗਾ ਜਿਹੜਾ ਉਹ ਪਹੁੰਚਣ ਵਾਲਾ, ਕੁਝ ਹੀ ਸਮੇਂ ਤੱਕ ਪਹੁੰਚੂਗਾ। ਉਹ ਦੂਸਰੇ ਪਾਸਿਓਂ ਜਿਹੜਾ ਦਿੱਲੀ ਵਾਲੀ ਸਾਈਡ ਤੋਂ ਆ ਕੇ ਸਿੰਘੂ ਬਾਰਡਰ ਦੇ ਵਿੱਚ ਬੈਠੂਗਾ। ਤਾਂ ਉਹ ਵੀ ਇੱਕ ਵਿਸ਼ਾਲ ਇਕੱਠ, ਜਿਹੜੀ ਵਿਸ਼ਾਲ ਲਾਮਬੰਦੀ ਆ ਉਹ ਹੋਣ ਜਾ ਰਹੀ ਆ। ਦੂਜੇ ਬੰਨੇ ਜਿਹੜਾ ਨੂੰ 12 ਦਸੰਬਰ ਦਾ ਦਿਨ ਹੈ, ਕਿਸਾਨ ਜਥੇਬੰਦੀਆਂ ਨੇ ਤੈਅ ਕੀਤਾ ਹੋਇਆ ਕਿ 12 ਦਸੰਬਰ ਨੂੰ ਜਿਹੜਾ ਜੈਪੁਰ ਵਾਲੀ ਸਾਈਡ ਆ ਉਹ ਬੰਦ ਕਰਨੀ ਹੈ, ਕਿਉਂਕਿ ਉਧਰੋਂ ਦਿੱਲੀ ਦਾ ਜਿਹੜਾ ਵਾਇਆ ਉਹ ਚੱਲ ਰਿਹਾ ਹੈਗਾ। ਜਿਹੜਾ ਯੂਪੀ ਵਾਲੀ ਸਾਈਡ ਸੀਗੀ ਗਾਜ਼ੀਆਬਾਦ ਵਾਲੀ, ਉਹ ਤਾਂ ਆਲਰੇਡੀ ਬੰਦ ਆ, ਜਿਹੜੀ ਉਹ ਯੂਪੀ ਦੇ ਕਿਸਾਨਾਂ ਨੇ ਕਰਤੀ। ਪਰ ਹੁਣ ਜਿਹੜਾ ਵੱਡਾ ਕਾਫਲਾ ਗਾ ਉਹ ਉਸ ਪਾਸਿਓਂ ਆਉਣਾ ਗਾ ਔਰ ਉਹ ਤੁਰਿਆ ਹੋਇਆ। ਗੱਲ ਸਾਹਿਬ ਕੱਲ ਨੂੰ ਸਵੇਰੇ ਤੱਕ ਉਹਨਾਂ ਨੇ ਬੰਦ ਦਿੱਲੀ ਉਧਰੋਂ ਵੀ ਕਰ ਦੇਣੀ ਹੈਗੀ ਜੀ। ਅੱਛਾ, ਹੋਰ ਹਾਂਜੀ ਜੀ ਗੱਲ ਸਾਹਿਬ, ਇੱਕ ਹੋਰ ਖਬਰ ਜਿਹੜੀ ਆਪਣੇ ਸਰੋਤਿਆਂ ਦੇ ਨਾਲ ਸਾਂਝੀ ਕਰਨੀ ਸੀ, ਬੜੀ ਅਹਿਮ ਖਬਰ ਆ, ਬਹੁਤ ਥੋੜੇ ਸਮੇਂ ਪਹਿਲਾਂ ਦੀ ਅਪਡੇਟ ਹੈ। ਲਾਹੌਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਭੰਨ ਤੋੜ ਆ ਜਿਹੜੀ ਅੱਜ ਹੋਈ ਹੈ। ਔਰ ਬੜੀ ਇਹ ਅਹਿਮ ਖਬਰ ਹੈ, ਬੜੀ ਮੰਦਭਾਗੀ ਘਟਨਾ ਵਾਪਰੀ ਹੈ ਕਿ ਪਾਕਿਸਤਾਨ ਦੇ ਲਾਹੌਰ ਦੇ ਵਿੱਚ ਲੱਗੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਭੰਨ ਤੋੜ ਹੋਈ ਹੈ। ਬੁੱਤ ਦੀ ਖੱਬੀ ਬਾਂਹ ਜਿਹੜੀ ਉਹਨੂੰ ਤੋੜਿਆ ਗਿਆ ਗਾ ਔਰ ਨੁਕਸਾਨ ਕੀਤਾ ਗਿਆ ਬੁੱਤ ਦਾ। ਔਰ ਪਤਾ ਇਹ ਲੱਗਿਆ ਗਾ ਕਿ ਇੱਕ ਅੱਧਖੜ ਉਮਰ ਦੇ ਵਿਅਕਤੀ ਨੇ ਬੁੱਤ ਕੋਲ ਲੱਗੀ ਕੰਡਿਆਲੀ ਤਾਰ ਟੱਪੀ ਤੇ ਬੁੱਤ ਨੂੰ ਜਿਹੜਾ ਨੁਕਸਾਨ ਪਹੁੰਚਾਇਆ। ਔਰ ਅਧਿਕਾਰੀਆਂ ਨੇ ਉਹਨੂੰ ਗ੍ਰਿਫਤਾਰ ਕਰ ਲਿਆ ਵਿਅਕਤੀ ਨੂੰ। ਔਰ ਉਹਦੇ ਖਿਲਾਫ ਜਿਹੜਾ ਵਾਲਡ ਸਟਰੀਟ ਅਥਾਰਟੀ ਹੈ ਜਿਹੜਾ ਉਹਦੇ ਵੱਲੋਂ FIR ਦਰਜ ਕੀਤੀ ਗਈ ਹੈ। ਔਰ ਇਸ ਵਿਅਕਤੀ ਨੇ ਜਿਹੜਾ ਉਹ ਧਾਰਮਿਕ ਕਾਰਨਾਂ ਦਾ ਹਵਾਲਾ ਉਹ ਦਿੱਤਾ ਗਾ। ਸੋ ਪਾਕਿਸਤਾਨ ਦੀ ਸਰਕਾਰ ਨੇ ਪਹਿਲਾਂ ਵੀ ਸਿੱਖਾਂ ਦੇ ਲਈ ਕਾਫੀ ਕੁਛ ਹੈ ਜਿਹੜਾ ਉਹ ਕੀਤਾ ਹੈਗਾ। ਪਾਕਿਸਤਾਨ ਦੀ ਸਰਕਾਰ ਨੇ ਜਿਹੜਾ ਕਰਤਾਰਪੁਰ ਸਾਹਿਬ ਲਾਂਘਾ ਖੋਲਣ ਦੇ ਲਈ ਬਹੁਤ ਯਤਨ ਕੀਤੇ ਨੇ। ਸੋ ਆਸ ਉਮੀਦ ਕਰਾਂਗੇ ਕਿ ਜਿਸ ਵਿਅਕਤੀ ਨੇ ਵੀ ਲਾਹੌਰ ਦੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਕੀਤੀ ਹੈ ਉਹਨੂੰ ਗ੍ਰਿਫਤਾਰ ਕਰਕੇ ਸਖਤ ਸਜ਼ਾ ਦਿੱਤੀ ਜਾਊ। ਪਰ ਆਹ ਦਿਨਾਂ ਦੇ ਵਿੱਚ ਗੱਲ ਸਾਹਿਬ ਜੋ ਇਹ ਹੋ ਰਿਹਾ ਹੈ ਕੋਈ ਬੜੇ ਅਹਿਮ ਦਿਨ ਨੇ। ਕੱਲ ਇੱਕ ਰੇਲ ਗੱਡੀ ਦਾ ਜਾਣਾ ਔਰ ਉਹਦੇ ਥੱਲਿਓਂ ਲਾਈਨ ਟੁੱਟਣੀ, ਇੱਕ ਵੱਡੇ ਹਾਦਸੇ ਤੋਂ ਬਚਾਅ ਹੋ ਗਿਆ। ਉਸ ਤੋਂ ਪਹਿਲਾਂ ਇੱਕ ਕਾਮਰੇਡ ਦਾ ਕਤਲ ਹੋਣਾ ਔਰ ਉਸ ਤੋਂ ਬਾਅਦ ਇਹ ਕਹਿਣਾ ਵੀ ਇਹਦਾ ਕਤਲ ਹੈ ਜੀ ਜਿਹੜਾ ਉਹ ਫਲਾਣੇ ਬੰਦਿਆਂ ਨੇ ਕੀਤਾ ਗਾ। ਇਹ ਹੁਣ ਲਾਹੌਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਭੰਨ ਤੋੜ ਹੋਣੀ। ਦੇਖੋ, ਏਜੰਸੀਆਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਕੰਮ ਕਰਦੀਆਂ ਨੇ। ਸੋ ਇਹ ਕਿਵੇਂ ਹੋ ਰਿਹਾ, ਕੀ ਹੋ ਰਿਹਾ, ਸਾਨੂੰ ਇਹ ਵਿਜ਼ਨ ਜਿਹੜਾ ਉਹ ਕਲੀਅਰ ਹੋਣਾ ਚਾਹੀਦਾ। ਕੀ ਗੱਲ? ਬਿਲਕੁਲ, ਇੱਕ ਦੂਜੇ ਦੀਆਂ ਏਜੰਸੀਆਂ ਇੱਕ ਦੂਜੇ ਦੇ ਦੇਸ਼ਾਂ 'ਚ ਕੰਮ ਕਰਦੀਆਂ, ਡਾਇਵਰਟ ਕਰਨ ਦੀ ਗੱਲ ਹੋ ਸਕਦੀ ਹੈ। ਇਮਰਾਨ ਖਾਨ ਦੀ ਰਾਜਨੀਤੀ ਤੇ ਵੀ ਬੜੇ ਬੱਦਲ ਛਾਏ ਹੋਏ ਨੇ। ਹੋਰ ਕੋਈ ਖਬਰ ਜਿਹੜੀ ਸਾਂਝੀ ਕਰਨੀ ਚਾਹੋ ਤੁਸੀਂ, ਕਿਉਂਕਿ ਆਪਣੀ ਪਹਿਲਾਂ ਡਿਟੇਲ 'ਚ ਗੱਲ ਨਹੀਂ ਹੋ ਸਕੀ, ਕੁਝ ਹੋਰ ਖਬਰ ਜੇ ਕੋਈ ਕਰਨੀ ਚਾਹੋ ਸ਼ੇਅਰ? ਜੀ ਗੱਲ ਸਾਹਿਬ, ਇਸ ਤੋਂ ਇਲਾਵਾ ਜਿਹੜਾ ਕਿਸਾਨਾਂ ਵਿੱਚ ਹਾਈ ਕੋਰਟ ਦੇ ਇੱਕ ਸਾਬਕਾ ਜੱਜ ਆਏ ਨੇ, ਉਹਨਾਂ ਨੇ ਅੰਦੋਲਨ ਦੇ ਪ੍ਰਤੀ ਆਪਣੀ ਹਮਦਰਦੀ ਆ ਜਿਹੜੀ ਉਹ ਜ਼ਾਹਰ ਕੀਤੀ ਹੈਗੀ। ਔਰ ਇਹ ਦੂਸਰੀ ਗੱਲ ਜਿਹੜੀ ਗੱਲ ਸਾਹਿਬ ਉਹ ਇਹ ਹੈਗੀ ਕਿ ਕਾਂਗਰਸ ਪਾਰਟੀ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਜਿਹੜੇ ਦਿੱਲੀ ਦੇ ਵਿੱਚ ਬੈਠੇ ਨੇ ਧਰਨੇ ਦੇ ਉੱਤੇ ਦਿਨ ਰਾਤ, ਉਹਨਾਂ ਨੂੰ ਹੁਣ ਮੀਡੀਆ ਕਵਰ ਕਰ ਰਿਹਾ। ਗੱਲ ਸਾਹਿਬ ਉਹਨਾਂ ਦੀ ਗਿਣਤੀ ਵੀ ਘਟਣ ਲੱਗ। ਔਰ ਪਹਿਲੇ ਦਿਨ ਤਾਂ ਖਾਸੇ ਬੈਠੇ ਸੀ ਉਹ, ਹੁਣ ਤਾਂ ਉੱਥੇ 3 ਜਣੇ ਦੀਆਂ ਤਸਵੀਰਾਂ ਨੇ ਜਿਹੜੀਆਂ ਆਉਂਦੀਆਂ ਨੇ। ਇੱਕ ਰਵਨੀਤ ਬਿੱਟੂ ਦੀ ਆਉਂਦੀ ਹੈ, ਇੱਕ ਔਜਲੇ ਦੀ ਆਉਂਦੀ ਹੈ, ਇੱਕ ਡਿੰਪੇ ਦੀ ਆਉਂਦੀ ਹੈ। ਉਹਨਾਂ ਵਾਲੇ ਪਾਸੇ ਨੂੰ ਜਿਹੜਾ ਉਸ ਰੂਪ ਦੇ ਵਿੱਚ ਧਿਆਨ ਆ ਜਿਹੜਾ ਉਹ ਨਹੀਂ ਦਿੱਤਾ ਜਾ ਰਿਹਾ। ਤੇ ਦੂਸਰੀ ਅਹਿਮ ਖਬਰ ਜਿਹੜੀ ਆਪਾਂ ਸਰੋਤਿਆਂ ਦੇ ਨਾਲ ਜ਼ਰੂਰ ਸਾਂਝੀ ਕਰਾਂਗੇ ਉਹ ਇਹ ਹੈਗੀ ਕਿ ਜਿਹੜਾ ਇੱਥੇ ਦਿੱਲੀ ਦੇ ਵਿੱਚ ਆ ਕੇ ਕਿਸਾਨਾਂ ਨੇ ਡੇਰੇ ਲਾ ਲਏ, ਇਹਦਾ ਰੌਲਾ ਵੈਸੇ ਤਾਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਪੈ ਗਿਆ।
ਉਧਰ ਗਿੱਲ ਸਾਹਿਬ ਅੱਜ ਕਿਉਂਕਿ ਨਰਿੰਦਰ ਮੋਦੀ ਨੇ ਇਹ ਜਿਹੜਾ ਆਪਾਂ ਕਹਾਂਗੇ ਕਿ ਪੰਜਾਬੀਆਂ ਦੇ ਨਾਲ ਬੈਰ ਕਮਾ ਕੇ ਪੁੱਠਾ ਪੰਗਾ ਲੈ ਲਿਆ। ਅੱਜ ਅਸਾਮ ਦੇ ਵਿੱਚ ਤੁਸੀਂ ਇਹ ਦੇਖੋ ਗਿੱਲ ਸਾਹਿਬ, ਦਿੱਲੀ 'ਚੋਂ ਹੂਕ ਪਈ ਆ ਔਰ ਅਸਾਮ ਦੇ ਵਿੱਚ 18 ਜਥੇਬੰਦੀਆਂ ਨੇ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਅੱਜ ਝੰਡਾ ਚੱਕ ਲਿਆ। ਬਹੁਤ ਵੱਡਾ ਮੁਜ਼ਾਹਰਾ ਹੋਇਆ ਅਸਾਮ ਦੇ ਵਿੱਚ ਅੱਜ। ਔਰ ਅਸਾਮ ਦੇ ਵਿੱਚੋਂ ਜਿਹੜੇ ਲੋਕਾਂ ਨੇ ਕਿਹਾ ਵੀ ਜਿਹੜਾ ਇਹ ਮੁਸਲਮਾਨ ਭਾਈਚਾਰੇ ਦੇ ਨਾਲ ਵਿਤਕਰੇ ਵਾਲਾ ਨਾਗਰਿਕਤਾ ਸੋਧ ਕਾਨੂੰਨ ਆ ਜਿਹੜਾ ਉਹ ਰੱਦ ਕੀਤਾ ਜਾਵੇ। ਔਰ ਇਹ ਮੁਜ਼ਾਹਰਾ ਗਾ ਜਿਹੜਾ ਇਹ ਸੇਵਾ ਸਾਗਰ ਤੋਂ ਸ਼ੁਰੂ ਕੀਤਾ ਗਿਆ ਔਰ ਇਸ ਸਾਲ ਇਹਨੂੰ ਰੋਕਿਆ ਗਿਆ ਸੀ। ਪਹਿਲਾਂ ਮੁਜ਼ਾਹਰੇ ਨੂੰ ਮੁਜ਼ਾਹਰਾਕਾਰੀਆਂ ਦੇ ਉੱਤੇ ਕੇਸ ਦਰਜ ਕੀਤੇ ਗਏ ਸੀ, ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀ। ਇੱਕ ਹਿਸਾਬ ਦੇ ਨਾਲ ਇਹਨਾਂ ਨੇ ਸੋਚ ਲਿਆ ਸੀ ਕਿ ਅਸੀਂ ਮੁਸਲਮਾਨ ਭਾਈਚਾਰਾ ਜਾਂ ਸੀਏ ਖਿਲਾਫ ਜਿਹੜੇ ਅੰਦੋਲਨ ਕਰ ਰਹੇ ਇੰਟਲੈਕਚੁਅਲਸ ਨੇ, ਬੁੱਧੀਜੀਵੀ ਨੇ, ਉਹਨਾਂ ਨੂੰ ਅਸੀਂ ਤੋਰਤਾ ਘਰਾਂ ਨੂੰ। ਪਰ ਹੁਣ ਜਦੋਂ ਇੱਥੇ ਪੰਜਾਬੀ ਆ ਗਏ, ਜਦੋਂ ਸਿੱਖ ਆ ਗਏ, ਤਾਂ ਮੁਸਲਮਾਨ ਭਾਈਚਾਰੇ ਨੂੰ ਵੀ ਲੱਗਦਾ ਵੀ 1.5% ਨੇ ਆ ਕੇ ਦਿੱਲੀ ਘੇਰ ਲਈ, ਦਿੱਲੀ ਦੇ ਹਿੱਕ ਦੇ ਉੱਤੇ ਆ ਚੜੇ, ਤਾਂ ਅਸੀਂ ਕਿਉਂ ਪਿੱਛੇ ਹਟੀਏ। ਤਾਂ ਉਹਦੇ ਚ ਹੁਣ ਅਸਾਮ ਦੇ ਵਿੱਚ ਜਿਹੜਾ ਇਹ ਵੱਡਾ ਮੋਰਚਾ ਹੈਗਾ ਉਹ ਨਜ਼ਰ ਆ ਰਿਹਾ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਜੀ। ਤੇ ਹੁਣ ਫਿਰ ਆਉਣ ਵਾਲੇ ਕਿੰਨੇ ਦਿਨ ਤੁਸੀਂ ਰੁਕਣਾ ਹੈ ਦਿੱਲੀ ਦੇ ਵਿੱਚ, ਤੇ ਇਸ ਦੀ ਅਪਡੇਟ, ਕਿਉਂਕਿ ਹਲੇ ਤੁਸੀਂ ਪਹੁੰਚੇ ਹੀ ਹੋ, ਥੋੜਾ ਸ਼ੋਅ ਹਲੇ ਆਪਣਾ 2 ਘੰਟੇ ਆ, ਕੁਝ ਵੀ ਤੁਸੀਂ ਲੇਟੈਸਟ ਉੱਥੇ ਵੇਖੋਗੇ ਤੇ ਪਲੀਜ਼ ਫਿਰ ਦੱਸਿਓ, ਨਹੀਂ ਤਾਂ ਫਿਰ ਸੋਮਵਾਰ ਸਵੇਰੇ ਗੱਲਬਾਤ ਹੋਏਗੀ। ਪਰ ਵੀਕਐਂਡ ਤੇ ਵੀ ਤੁਸੀਂ ਨਾਲ ਰਹਿਣਾ, ਉਸੇ ਸਮੇਂ ਆਪਾਂ ਜਿਹੜਾ ਇਹਨੂੰ ਅਪਡੇਟ ਕਰਾਂਗੇ ਫੇਸਬੁੱਕ ਤੇ ਕਿਉਂਕਿ ਕਸ਼ੀਦਗੀ ਨਵਕਿਰਨ ਹੁਣ ਹੋਣੀ ਆ। ਜਿਹੜੀ FIR ਦੀਆਂ ਗੱਲਾਂ ਚੱਲ ਰਹੀਆਂ ਨੇ ਉਹ ਕੁਛ ਨਹੀਂ, ਦਬਕੇ ਨੇ ਤੇ ਦਬਕਿਆਂ ਦੇ ਵਿੱਚੋਂ ਕੱਢਣ ਨੂੰ ਕੋਈ ਫਿਰਦੇ ਨੇ। ਅੰਦਰ ਵੀ ਬਗਾਵਤ ਦੀ ਗੱਲ ਚੱਲ ਰਹੀ ਹੈ, ਭਾਜਪਾ ਦੇ ਵਿੱਚ ਪਿੱਟ ਸਿਆਪਾ ਪਿਆ। RSS ਮੋਦੀ ਨੂੰ ਕਹਿੰਦੀ ਤੈਂ ਸਾਨੂੰ ਸਿਆਪਾ ਖੜਾ ਕੀਤਾ। ਅਡਾਨੀ ਦੇ ਨਵੇਂ ਪ੍ਰੋਜੈਕਟਾਂ ਦਾ ਪਤਾ ਲੱਗ ਰਿਹਾ, ਦੋਨਾਂ ਦੀ ਉਹ ਯਾਰੀ। ਕੈਪਟਨ ਅਮਰਿੰਦਰ ਸਿੰਘ ਵੀ ਅੰਬਾਨੀ ਨੂੰ ਜੱਫੀ ਪਾਈ ਖੜਾ ਹੈ। ਅਡਾਨੀ ਨੂੰ ਜ਼ਮੀਨ ਜਿਹੜੀ ਦਿੱਤੀ ਉਹ ਸੁਖਬੀਰ ਬਾਦਲ ਹੋਣਾ ਨੇ ਦਿੱਤੀ, ਤਲਵੰਡੀ ਭਾਈ ਤੇ ਉਹਦੇ ਤੇ ਜਿਹੜਾ ਨੀਂਹ ਪੱਥਰ ਆ। ਐਨੀਵੇਜ਼ ਅਖੀਰ ਦੇ ਵਿੱਚ ਕੁਝ ਹੋਰ, ਅਖੀਰ 'ਚ ਕੁਝ ਦੱਸਣਾ ਚਾਹੋ? ਜੀ ਬਿਲਕੁਲ, ਮੈਂ ਇੱਥੇ ਹੀ ਆ ਜੇ 2-3 ਦਿਨ ਹੋਰ ਆਪਾਂ ਲਾਈਵ ਕਰਨ ਦੀ ਕੋਸ਼ਿਸ਼ ਆ ਜਿਹੜੀ ਉਹ ਕਰਾਂਗੇ। ਅਪਡੇਟ ਵੀ ਅਪ ਟੂ ਡੇਟ ਆ ਜਿਹੜੀ ਦਿੰਦੇ ਰਹਾਂਗੇ। ਕੋਸ਼ਿਸ਼ ਕਰਾਂਗੇ ਕਿ ਹਰ ਘਟਨਾਕ੍ਰਮ ਆ ਜਿਹੜਾ ਉਹ ਆਪਣੇ ਸਰੋਤਿਆਂ ਦੇ ਨਾਲ ਸਾਂਝਾ ਕਰੀਏ। ਔਰ ਮੈਨੂੰ ਇਹ ਲੱਗਦਾ ਗਾ ਕਿ ਹਰਿਆਣੇ ਦੀ ਸਰਕਾਰ ਵੀ ਹੈ ਜਿਹੜੀ ਉਹ ਹੁਣ ਥੋੜੇ ਦਿਨਾਂ ਦੀ ਪ੍ਰਾਹੁਣੀ ਲੱਗਦੀ ਹੈਗੀ ਔਰ ਹਰਿਆਣੇ ਦੀ ਸਰਕਾਰ ਵੀ ਡਿੱਗਦੀ ਨਜ਼ਰ ਆ ਰਹੀ ਹੈ, ਕਿਉਂਕਿ ਦੁਸ਼ਯੰਤ ਚੌਟਾਲਾ ਉਹਨੂੰ ਹੁਣ ਲੱਗਣ ਲੱਗ ਗਿਆ। ਉਹਨੇ ਆਸ ਜਤਾਈ ਆ, ਕਹਿੰਦਾ MSP ਤੇ ਹੋਰ ਜਿਹੜੀਆਂ ਮੰਗਾਂ ਨੇ ਕਿਸਾਨਾਂ ਦੀਆਂ ਉਹ ਲਿਖਤੀ ਲੈ ਕੇ ਆਵਾਂਗੇ, ਲਿਖਤੀ ਭਰੋਸੇ ਤੋਂ ਬਾਅਦ ਕਿਸਾਨ ਅੰਦੋਲਨ ਦੇ ਨਾਲ ਗੱਲ ਕਰਾਂਗੇ। ਹੁਣ ਉਹ ਜਿਹੜੀ ਉਹਦੀ ਪੋਜੀਸ਼ਨ ਸੀ ਗਿੱਲ ਸਾਹਿਬ, ਉਹ ਡਾਵਾਂਡੋਲ ਹੁੰਦੀ ਨਜ਼ਰ ਆ ਰਹੀ ਹੈ। ਸੋ ਇਹ ਬਹੁਤ ਪੋਜ਼ਿਟਿਵ ਪੁਆਇੰਟ ਕਹਿ ਸਕਦੇ ਹਾਂ, ਕਿਉਂਕਿ ਪਹਿਲਾਂ ਤਾਂ ਉਹ ਸ਼ਰੇਆਮ ਹੀ ਕਹਿੰਦਾ ਸੀ ਮੈਂ ਨਹੀਂ ਅਸਤੀਫਾ ਦਿੰਦਾ, ਮੈਂ ਤਾਂ ਭਾਜਪਾ ਨਾਲ ਇੱਕ ਠੋਕ ਕੇ ਖੜਾ। ਪਰ ਹੁਣ ਉਹ ਵਿੱਚ ਡਾਵਾਂਡੋਲ ਗੱਲਾਂ ਜਿਹੜੀਆਂ ਉਹ ਕਰਨ ਲੱਗ ਗਿਆ। ਉਹਦੇ ਥੱਲਿਓਂ ਜ਼ਮੀਨ ਖਿਸਕਦੀ ਨਜ਼ਰ ਆ ਰਹੀ ਆ। ਹਰਿਆਣੇ ਦੇ ਵਿੱਚ ਖਾਪ ਪੰਚਾਇਤਾਂ ਨੇ, ਕਿਸਾਨ ਜਥੇਬੰਦੀਆਂ ਨੇ। ਗੁਰਨਾਮ ਸਿੰਘ ਚੜੂਨੀ ਜਿਹੜਾ ਹਰਿਆਣਾ ਦਾ ਕਿਸਾਨ ਆਗੂ ਹੈ ਔਰ ਉਸ ਨੇ ਕਾਫੀ ਲਾਮਬੰਦੀ ਹੈ ਜਿਹੜੀ ਕੀਤੀ ਹੈਗੀ। ਸਿੱਧਾ ਨਿਸ਼ਾਨਾ ਜਿਹੜਾ ਉਹ ਚੌਟਾਲਾ ਪਰਿਵਾਰ ਦੇ ਉੱਤੇ ਲੱਗਿਆ ਹੋਇਆ। ਉਧਰੋਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਜ਼ੋਰ ਲੱਗਿਆ ਹੋਇਆ। ਉਹਨੂੰ ਵੀ ਲੱਗਦਾ ਬਾਦਲ ਨੂੰ ਵੀ ਭਾਰਤੀ ਜਨਤਾ ਪਾਰਟੀ ਦੇ ਨਾਲੋਂ ਇਹਨਾਂ ਦਾ ਤੋੜ ਵਿਛੋੜਾ ਆ ਗਿਆ। ਜੇ ਮੇਰਾ ਨਹੀਂ ਇਹਨਾਂ ਨਾਲ ਬਣਿਆ ਤਾਂ ਹੁਣ ਰਹਿਣੇ ਵੀ ਨਹੀਂ ਦੇਣੇ। ਤੇ ਉਹ ਭਾਰਤੀ ਜਨਤਾ ਪਾਰਟੀ ਦੇ ਦੂਜੇ ਪਾਸੇ ਨੂੰ ਜਾ ਰਿਹਾ। ਐਵੇਂ ਨਹੀਂ ਜਨਮ ਦਿਨ ਦੀ ਵਧਾਈ ਨਰਿੰਦਰ ਮੋਦੀ ਪ੍ਰਕਾਸ਼ ਸਿੰਘ ਬਾਦਲ ਨੂੰ ਦੇ ਰਿਹਾ। ਤਾਂ ਇਸ ਕਰਕੇ ਪ੍ਰਸਥਿਤੀ ਇਹ ਹੈਗੀ ਕਿ ਹਰਿਆਣਾ ਦੀ ਸਰਕਾਰ ਵੀ ਇਹਨਾਂ ਦੀ ਡਿੱਗ ਸਕਦੀ ਹੈ। ਤੂੰ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਲੈਣੇ ਦੇ ਦੇਣੇ ਆ ਜਿਹੜੇ ਇਸ ਕਿਸਾਨ ਮੂਵਮੈਂਟ ਦੇ ਕਰਕੇ ਪੈ ਸਕਦੇ ਨੇ। ਔਰ ਕਿਸਾਨ ਮੂਵਮੈਂਟ ਆ ਜਿਹੜੀ ਉਹ ਲਗਾਤਾਰ ਗਿੱਲ ਸਾਹਿਬ ਅੱਗੇ ਵਧ ਰਹੀ ਆ। ਹੁਣ ਕਿਸਾਨਾਂ ਦਾ ਸੱਦਾ ਇਹ ਹੈ ਕਿ ਕੱਲ੍ਹ ਨੂੰ 12 ਦਸੰਬਰ ਨੂੰ ਇੱਕ ਤਾਂ ਸਾਰੇ ਟੋਲ ਪਲਾਜ਼ੇ ਫ੍ਰੀ ਕਰ ਦੇਣੇ ਨੇ ਭਾਰਤ ਦੇ ਵਿੱਚ। ਦੂਸਰਾ ਇਹ ਕਿ ਜਿਹੜਾ ਜੈਪੁਰ ਵਾਲਾ ਰਾਜਸਥਾਨ ਵਾਲੇ ਪਾਸੋਂ ਆਉਂਦਾ ਗਾ ਹਾਈਵੇ ਉਹ ਬੰਦ ਕਰਨਾ ਕੱਲ੍ਹ ਨੂੰ। ਉਸ ਤੋਂ ਬਾਅਦ 14 ਨਵੰਬਰ ਨੂੰ ਡਿਸਟ੍ਰਿਕਟ ਲੈਵਲ ਦੇ ਉੱਤੇ ਡਿਸਟ੍ਰਿਕਟ ਹੈਡਕੁਆਟਰਾਂ ਦੇ ਉੱਤੇ ਧਰਨੇ ਦੇਣੇ ਨੇ। ਭਾਜਪਾ ਵਾਲਿਆਂ ਦੇ ਘਰਾਂ ਦੇ ਮੂਹਰੇ ਜਿਹੜੇ ਜਿੱਥੇ ਪਹਿਲਾਂ ਮੋਰਚੇ ਲੱਗੇ ਹੋਏ ਇਹਨਾਂ ਨੂੰ ਹੋਰ ਪੱਕਾ ਕਰਨਾ, ਜਿਹੜੇ ਰਹਿ ਗਏ ਉੱਥੇ ਹੋਰ ਘੇਰਨੇ ਨੇ। ਔਰ ਜਿੰਨੇ ਜਿਹੜੇ ਰਿਲਾਇੰਸ ਦੇ ਮਾਲ ਨੇ ਜਾਂ ਹੋਰ ਅੰਬਾਨੀਆਂ ਅਡਾਨੀਆਂ ਦੇ ਕਾਰੋਬਾਰ ਨੇ ਉਹ ਹੋਰ ਘੇਰਨੇ ਨੇ। ਸੋ ਐਜੀਟੇਸ਼ਨ ਨੂੰ ਹੋਰ ਵਿਆਪਕ ਜਿਹੜਾ ਰੂਪ ਹੈ ਉਹ 14 ਦਸੰਬਰ ਨੂੰ ਦਿੱਤਾ ਜਾਊਗਾ। ਐਜੀਟੇਸ਼ਨ ਲਗਾਤਾਰ ਜਿਹੜੀ ਉਹ ਅੱਗੇ ਵਧ ਰਹੀ ਹੈ। ਵੈਸੇ ਇੱਕ ਕਿਸੇ ਵਿਅਕਤੀ ਨੇ ਕੋਈ ਜਥੇਬੰਦੀ ਹੈ ਜੀ 31 ਚ ਨਹੀਂ ਆਉਂਦੀ, ਕੋਈ 2-4 ਬੰਦਿਆਂ ਦੀ ਜਥੇਬੰਦੀ ਹੋ ਸਕਦੀ। ਉਹਨਾਂ ਨੇ ਸੁਪਰੀਮ ਕੋਰਟ ਵਿੱਚ ਚਲੇ ਗਏ ਨੇ ਔਰ ਖੇਤੀ ਕਾਨੂੰਨਾਂ ਦੇ ਖਿਲਾਫ, ਕਿਉਂਕਿ 31 ਜਥੇਬੰਦੀਆਂ ਦਾ ਤਾਂ ਫੈਸਲਾ ਹੀ ਸੀਗਾ ਕਿ ਅਸੀਂ ਸੁਪਰੀਮ ਕੋਰਟ ਨਹੀਂ ਜਾਵਾਂਗੇ, ਅਸੀਂ ਰਾਜਸੀ ਘੁੰਮਣ ਘੇਰੀ ਦੇ ਵਿੱਚ ਇਹਨਾਂ ਨੂੰ ਨਹੀਂ ਲੈ ਕੇ ਜਾਵਾਂਗੇ। ਸੋ ਉਹ ਤਾਂ ਨਹੀਂ ਗਈਆਂ, ਪਰ ਕੋਈ ਹੋਰ ਆ ਜਿਹੜਾ ਉਹ ਚਲਿਆ ਗਿਆ। ਕੋਈ ਭਾਰਤੀ ਕਿਸਾਨ ਯੂਨੀਅਨ ਜਿਹੜਾ ਉਹਨਾਂ ਨੇ ਆਪਣੀ ਬਣਾ ਕੇ ਉੱਥੇ ਜਿਹੜਾ ਉਹ ਫਾਈਲ ਕੀਤੀ ਹੈ। ਇਹ ਸਰਕਾਰ ਦੀ ਵੀ ਕੋਈ ਨੀਤੀ ਹੋ ਸਕਦੀ ਹੈ।
ਸੋ ਸੁਪਰੀਮ ਕੋਰਟ ਵੀ ਦਖਲ ਦੇ ਸਕਦੀ ਹੈ, ਪਰ ਸੁਪਰੀਮ ਕੋਰਟ ਤਾਂ ਅਦਾਲਤਾਂ ਦੇ ਆਪਾਂ ਜਿਹੜਾ ਰੂਪ ਆ ਪਿਛਲੇ ਸਮੇਂ ਤੋਂ ਦੇਖਦੇ ਆ ਇਹ ਕਿਹੋ ਜਿਹਾ ਨਜ਼ਰ ਆ ਰਿਹਾ ਹੈਗਾ ਭਾਰਤ ਦੇ ਵਿੱਚ ਖਾਸ ਕਰਕੇ। ਜੀ ਗੱਲ ਸਾਹਿਬ ਧੰਨਵਾਦ ਨਵਕਿਰਨ, ਬਹੁਤ ਬਹੁਤ। ਦੁਸ਼ਯੰਤ ਚਟਾਲੇ ਨੂੰ ਤਾਂ ਬਾਦਲ ਸਾਹਿਬ ਨੇ ਪੋਤੜਿਆਂ 'ਚ ਦੇਖਿਆ, ਪੜਪੋਤਾ ਲੱਗਦਾ, ਉਹ ਤਾਂ ਕਾਕਾ ਜੀ ਤੇ ਸਰਦਾਰ ਜੀ ਜਿਹੜੇ ਸ਼ਬਦ ਨੇ ਉਹ ਵੀ ਨਹੀਂ ਕਹਿਣੇ, ਉਹ ਤਾਂ ਸਮਝਾਤਾ ਹੋਊ ਹੁਣ ਤੱਕ। ਧੰਨਵਾਦ, ਆਪਣਾ ਖਿਆਲ ਰੱਖਿਓ ਤੇ ਆਪਾਂ ਵੀਕਐਂਡ ਤੇ ਇਨ ਟੱਚ ਰਹਾਂਗੇ, ਲਾਈਵ ਵੀ ਹੋਵਾਂਗੇ। ਥੈਂਕ ਯੂ। ਸ਼ੁਕਰੀਆ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਉੱਘੇ ਸਿੱਖ ਚਿੰਤਕ ਸਰਦਾਰ ਅਜੇਪਾਲ ਸਿੰਘ ਬਰਾੜ ਜਿਹੜੇ ਭੂ ਰਾਜਨੀਤੀ ਦੇ ਮਾਹਰ ਨੇ, ਮੇਰੇ ਨਾਲ ਨੇ। ਉਦੋਂ ਪਹਿਲਾਂ ਸਰਦਾਰ ਭੁਲਿੰਦਰ ਸਿੰਘ ਗਿੱਲ ਕੋਈ ਗੱਲਬਾਤ ਕਰਨੀ ਚਾਹੁੰਦੇ। ਗਿੱਲ ਸਾਹਿਬ ਤੁਸੀਂ ਏਅਰ ਤੇ ਹੋ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਕਹਿਣਾ ਸੀਗਾ ਜੀ ਵੀ ਵੈਸੇ ਤਾਂ ਅਜੇਪਾਲ ਸਿੰਘ ਜੀ ਆ ਗਏ, ਮੈਂ ਕੋਈ ਬਾਹਲੀ ਗੱਲ ਕਰਦਾ ਚੰਗਾ ਨਹੀਂ ਲੱਗਦਾ, ਪਰ ਦੀਪ ਸਿੱਧੂ ਬਾਰੇ ਇਹ ਆ ਵੀ ਮੈਂ ਸ਼ਾਰਟਲੀ ਦੱਸਣਾ ਚਾਹੁੰਦਾ ਵੀ ਇੱਕਦਮ ਵੱਡੀ ਉਮਰ 'ਚ ਫਿਲਮਾਂ 'ਚ ਆਉਣਾ ਤੇ ਫਿਰ ਫਿਲਮਾਂ ਇੰਨੀਆਂ ਜ਼ਿਆਦਾ ਕਾਮਯਾਬ ਨਹੀਂ ਆਪਾਂ ਕਹਿ ਸਕਦੇ ਵੀ ਅਗਲਾ ਇਹ ਕਹੇ ਸਟੇਜ ਤੋਂ ਵੀ ਮੈਨੂੰ ਕੀ ਲੋੜ ਸੀ, ਮੈਂ ਤਾਂ ਆਲਰੇਡੀ ਹਿੱਟ ਸੀ। ਉਹ ਲੈਵਲ ਨਹੀਂ ਸੀਗਾ ਉਹਦਾ। ਠੀਕ ਆ ਕਿ ਇੱਕ ਥੋੜਾ ਬਹੁਤ ਚਿਹਰਾ ਜਾਣਿਆ ਪਛਾਣਿਆ ਕਿਵੇਂ ਡਾਕੂ ਵਾਲੀਆਂ ਫਿਲਮਾਂ ਬਣਾ ਕੇ ਬਈ ਥੋੜਾ ਥੱਲੇ ਪੱਧਰ ਤੇ ਪਿੰਡ ਵਾਲੇ ਪੱਧਰ ਤੇ ਜਾਇਆ ਜਾਵੇ, ਹਨਾ। ਸੋ ਕਈ ਗੱਲਾਂ ਫਿਰ ਇੱਕਦਮ ਹੀ ਖਾਲਿਸਤਾਨੀ ਮੂਵਮੈਂਟ ਦੀਆਂ ਗੱਲਾਂ, ਮੈਂ ਨਹੀਂ ਕਹਿੰਦਾ ਕਿ ਉਹ ਗਲਤ ਆ, ਉਹਦੀਆਂ ਗੱਲਾਂ ਦੇ ਵਿੱਚ ਤਰਕ ਵੀ ਹੈਗਾ, ਪਰ ਭੰਬਲ ਭੂਸੇ ਵਾਲੀ ਸਥਿਤੀ ਸਟਿਲ ਬਣੀ ਹੋਈ ਆ। ਸਾਨੂੰ ਇੱਕਦਮ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਇੱਕਦਮ ਗਾਲਾਂ ਵੀ ਨਹੀਂ ਕੱਢਣੀਆਂ ਚਾਹੀਦੀਆਂ। ਮੇਰੇ ਹਿਸਾਬ ਨਾਲ ਦੀਪ ਸਿੱਧੂ ਹੋ ਗਿਆ, ਹੋਰ ਬਹੁਤ ਬੰਦੇ ਇਦਾਂ ਦੇ ਆ, ਜਿਵੇਂ ਉਹ ਬੀਬੀ ਜਿਹਦੀ ਗੱਲ ਕੀਤੀ ਹੈ, ਉਹ ਵੀ ਰਾਜਨੀਤੀ ਆ ਪੂਰੀ। ਕੋਈ ਸੰਘਰਸ਼ ਤਾਂ ਉਹਨਾਂ ਦਾ ਕੋਈ ਪਿੱਛੇ ਹੈ ਨਹੀਂ। ਪਰਿਵਾਰ 'ਚ ਲੜਾਈ ਹੋਈ, ਉਹ ਲੜਾਈ ਤੋਂ ਉੱਪ ਜੇ, ਹਨਾ, ਉਹ ਲੜਾਈ ਦੇ ਵਿੱਚ ਸੋਸ਼ਲ ਮੀਡੀਆ ਦੇ ਸਾਹਮਣੇ ਆਏ, ਹਸਬੈਂਡ ਵਾਈਫ ਦੀ ਲੜਾਈ ਸੀ। ਸੋ ਸਾਨੂੰ ਠੀਕ ਆ, ਕੋਈ ਵੀਡੀਓ ਆਉਂਦੀ ਆ ਫੇਸਬੁੱਕ ਤੇ, ਕਿਸੇ ਵੀ ਇੰਸਟਾਗ੍ਰਾਮ ਤੇ, ਉਹਨੂੰ ਸੁਣ ਲਓ, ਪਰ ਇੱਕਦਮ ਡਿਸੀਜ਼ਨ ਨਾ ਕ੍ਰੀਏਟ ਕਰੋ। ਕਿਸੇ ਦੀ ਵੀ ਵੀਡੀਓ ਆਉਂਦੀ ਹੈ, ਡਿਸੀਜ਼ਨ ਨਾ ਲਓ, ਵੇਟ ਐਂਡ ਵਾਚ। ਰਹੀ ਗੱਲ, ਇੱਕ ਮੈਂ ਹੋਰ ਸ਼ਾਰਟਲੀ ਕਹਿਣਾ ਚਾਹੁੰਦਾ ਕਿ ਜਿਹੜਾ ਉਹਨਾਂ ਨੇ ਇੱਕ ਵਾਰੀ ਹੁਣ ਬਿਆਨ ਦਿੱਤਾ ਦੀਪ ਸਿੱਧੂ ਨੇ, ਤੁਸੀਂ ਦੱਸਿਆ ਵੀ ਆਪਾਂ ਨੂੰ ਪਿੱਛੇ ਮੁੜ ਜਾਣਾ ਚਾਹੀਦਾ, ਨਾਲ ਹੀ ਇੱਕ ਪੱਤੀ ਸਾਹਿਬ ਨੇ ਬਿਆਨ ਦੱਸਿਆ ਬਈ ਆਲ ਓਵਰ ਇੰਡੀਆ ਦੇ ਵਿੱਚ ਐਜੀਟੇਸ਼ਨ ਸ਼ੁਰੂ ਹੋ ਚੁੱਕੇ ਆ। ਮੈਨੂੰ ਲੱਗਦਾ ਕਿ ਇਹ ਉਹ ਹੋ ਗਿਆ, ਇਹ ਖਲਾਰਾ ਪੈ ਚੁੱਕਿਆ ਆਲਰੇਡੀ, ਇਹ ਸਾਰਾ ਕੁਝ ਹੋ ਚੁੱਕਿਆ, ਇਹ ਹੁਣ ਵੱਸੋਂ ਬਾਹਰ ਹੋ ਗਈ ਆ ਗੱਲ। ਇਹਦੇ ਬਾਰੇ ਅਜੇਪਾਲ ਸਿੰਘ ਜੀ ਪਲੀਜ਼ ਦੱਸਣ। ਧੰਨਵਾਦ ਜੀ। ਧੰਨਵਾਦ ਜੀ ਸਰਦਾਰ ਭੁਲਿੰਦਰਪਾਲ ਸਿੰਘ ਜੀ। ਹੁਣ ਮੇਰੇ ਨਾਲ ਸਰਦਾਰ ਅਜੇਪਾਲ ਸਿੰਘ ਬਰਾੜ ਜਿਹੜੇ ਸਦਾ ਹੀ ਬੇਨਤੀ ਮੰਨਦੇ ਨੇ, ਉਹ ਵੀ ਦਿੱਲੀ ਨੇ ਤੇ ਮੇਰੇ ਨਾਲ ਨੇ, ਹੁਣੇ ਗੱਲਬਾਤ ਉਹਨਾਂ ਨਾਲ ਕਰਦੇ ਹਾਂ। ਸਰਦਾਰ ਬਰਾੜ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਰਾੜ ਸਾਹਿਬ, ਪੰਜਾਬ 2-3 ਦਿਨ ਰਹਿ ਕੇ ਤੁਸੀਂ ਵਾਪਸ ਇੱਥੇ ਪਹੁੰਚੇ ਹੋ ਮੋਰਚੇ ਤੇ, ਕੀ ਅਪਡੇਟ ਹੈ, ਕੀ ਸੁੰਗ ਹੈ, ਕੀ ਸੋਚਦੇ ਹੋ ਤੁਹਾਡਾ ਆਪਣੇ ਹਿਸਾਬ ਦੇ ਨਾਲ, ਕਿਉਂਕਿ ਤੁਸੀਂ ਬੜੀ ਪਕੜ ਰੱਖਦੇ ਹੋ ਰਾਜਨੀਤੀ ਵਾਲੇ ਤੌਰ ਤੇ ਸਾਊਥ ਈਸਟ ਏਸ਼ੀਆ ਦੇ ਵਿੱਚ ਕੀ ਹੋ ਰਿਹਾ, ਤੇ ਇਸ ਨੂੰ ਜੇ ਰੂਪਮਾਨ ਕਰਨਾ ਹੈ ਸੁਣਨ ਵਾਲਿਆਂ ਨੂੰ, ਤਾਂ ਕੀ ਸੋਚਦੇ ਹੋ ਜੀ? ਗਿੱਲ ਸਾਹਿਬ, ਜਿਹੜੀ ਇਸ ਟਾਈਮ ਆਪਣੀ ਜਿਹੜੀ ਇਸ ਪ੍ਰੋਟੈਸਟ ਦੀ ਸਥਿਤੀ ਆ ਉਹ ਬਹੁਤ ਚੜ੍ਹਦੀ ਕਲਾ ਵਾਲੀ ਆ। ਸਾਰੀਆਂ ਤਕਰੀਬਨ ਜਿਹੜੀਆਂ ਕਿਸਾਨ ਜਥੇਬੰਦੀਆਂ ਉਹ ਇੱਕ ਸੁਰ ਇੱਕ ਮੱਤ ਤੌਰ ਤੇ ਵੀ ਇੱਕ ਸਰਤਾ ਹੈ, ਉਹਨਾਂ 'ਚ ਇੱਕ ਸੁਰਤਾ ਹੈ, ਤੇ ਉਹ ਪੂਰੇ ਤੌਰ ਤੇ ਇਸ ਟਾਈਮ ਉਹਨਾਂ ਨੇ ਸਰਕਾਰ ਨੂੰ ਗੋਡਮੀਆਂ ਕੀਤਾ ਹੋਇਆ। ਤੇ ਇਹਦੇ ਵਿੱਚ ਆਪਾਂ ਉਹ ਇਕੱਲਾ ਕਿਸਾਨ ਜਥੇਬੰਦੀਆਂ ਦਾ ਨਹੀਂ ਕਹਿ ਸਕਦੇ, ਇਹ ਐਕਚੁਅਲੀ ਲੋਕ ਸੰਘਰਸ਼ ਹੀ ਬਣ ਗਿਆ, ਸਾਰਾ ਹੀ ਲੋਕ ਹੀ ਉੱਠ ਖੜੇ ਹੈਗੇ ਆ। ਤੇ ਤੁਸੀਂ ਇਹ ਵੇਖੋ ਕਿ ਵੀ ਮੈਂ 4 ਦਿਨਾਂ ਬਾਅਦ ਆਇਆ ਤੇ ਐਂ ਲੱਗਦਾ ਵੀ ਜਿਵੇਂ ਜਿਹੜਾ ਧਰਨਾ ਹੈ ਇਹ ਵੀ 3 ਕਿਲੋਮੀਟਰ ਹੋਰ ਲੰਬਾ ਹੋ ਗਿਆ। ਠੀਕ ਹੈ ਜੀ, ਮਤਲਬ ਇੰਨੇ ਲੋਕ ਜੁੜ ਗਏ ਕਿ ਵੀ ਜ਼ਿਆਦਾ ਲੋਕ ਆ ਰਹੇ ਆ ਤੇ ਘੱਟ ਲੋਕ ਵਾਪਸ ਜਾ ਰਹੇ ਆ। ਦੂਜੀ ਗੱਲ, ਜਿਹੜੀ ਪੰਜਾਬ ਦੀ ਅਲੀਟ ਜਿਹਨੂੰ ਆਪਾਂ ਕਹਿੰਦੇ ਸੀ, ਜਿਹੜੀ ਅਲੀਟ ਜਿਹੜੀ ਕਿ ਕਿਸੇ ਸੰਘਰਸ਼ 'ਚ ਨਹੀਂ ਆਉਂਦੀ ਸੀ, ਕਿਸੇ ਉਹਦੇ 'ਚ ਨਹੀਂ ਆਉਂਦੀ ਸੀ, ਤੇ ਆਮ ਤੌਰ ਤੇ ਸਿੱਖ ਸੰਘਰਸ਼ ਨੂੰ ਜਾਂ ਕਿਸਾਨੀ ਸੰਘਰਸ਼ ਨੂੰ ਨੈਗੇਟਿਵ ਜਿਹੀ ਸੈਂਸ 'ਚ ਵੇਖਦੀ ਸੀ, ਅੱਜ ਉਹ ਵੀ ਬੜੀ ਜੁੜ ਰਹੀ ਆ। ਤੁਹਾਨੂੰ ਮਤਲਬ ਬਹੁਤ ਵੱਡੇ ਜ਼ਿਮੀਂਦਾਰ, ਬਹੁਤ ਵੱਡੇ ਮਤਲਬ ਜਿਹਨਾਂ ਨੂੰ ਫਿਊਡਲ ਲਾਰਡਸ ਕਹਿ ਸਕਦੇ ਆ, ਉਹ ਜਾਂ ਵੱਡੇ ਸਨਅਤਕਾਰ, ਉਹ ਵੀ ਉਹਨਾਂ ਤੇ ਵੀ ਇੰਨਾ ਦਬਾਅ ਜਾਂ ਉਹਨਾਂ ਦਾ ਮਨ ਵੀ ਕਰਦਾ ਕਿ ਵੀ ਇੱਕ ਵਾਰੀ ਵੀ ਹਾਜ਼ਰੀ ਜ਼ਰੂਰ ਲਵਾ ਕੇ ਆਉਣੀ ਆ ਉੱਥੇ। ਤੇ ਇਹ ਬਹੁਤ ਵੱਡੀ ਗੱਲ ਆ ਗਿੱਲ ਸਾਹਿਬ ਕਿ ਵੀ ਇੱਕ ਵਾਰੀ ਤਾਂ ਸਰਕਾਰ ਨੂੰ ਮਤਲਬ ਜਿਵੇਂ ਕਹਿ ਲਓ ਗੋਡਮੀਆਂ ਕਰ ਲਿਆ, ਤੇ ਵੀ ਹੁਣ ਇਹ ਲਹਿਰ ਤਕਰੀਬਨ
ਸਾਰੇ ਭਾਰਤ 'ਚ ਹੀ ਉੱਠ ਖੜੀ। ਜੇ ਪੰਜਾਬ ਤੇ ਹਰਿਆਣੇ ਜਿੰਨੀ ਨਾ ਵੀ ਉੱਠੇ, ਬਾਕੀ 'ਚ ਮਿਨੀਮਲ ਵੀ ਉੱਠੇ, ਤਾਂ ਤੁਸੀਂ ਸੋਚੋ ਕਿ ਵੀ ਇਹ ਕਿੱਡਾ ਵੱਡੀ ਲਹਿਰ ਬਣ ਜੂਗੀ। ਇਹ ਕੰਟਰੋਲ ਤੋਂ ਬਾਹਰ ਹੋ ਰਹੀ ਹੈ ਸਰਕਾਰ ਦੇ। ਸਰਕਾਰ ਨੂੰ ਕਿਤੇ ਫਟਾਫਟ ਕੁਝ ਕਰਨਾ ਚਾਹੀਦਾ ਹੈ। ਬਰਾੜ ਸਾਹਿਬ, ਇੱਕ ਸਾਡਾ ਸੁਭਾਅ ਹੈ, ਪੰਜਾਬੀ ਕਹਿ ਲਓ, ਸਿੱਖ ਕਹਿ ਲਓ, ਅਸੀਂ ਜਦ ਉਤਸ਼ਾਹ ਹੁੰਨੇ ਆ, ਇੱਕ ਭੀੜ ਨੁਮਾ ਹੁੰਨੇ ਆ, ਤਾਂ ਅਸੀਂ ਚਾਕਲੀ ਕੱਢ ਦਿੰਦੇ ਹਾਂ, ਚਾਕਲੀ ਸਾਹਮਣੇ ਬੈਠੇ ਬੰਦੇ ਦੀ। ਜਦ ਅਸੀਂ ਸਾਡੇ ਤੇ ਕੁਛ ਦਬਸ਼ ਆਉਂਦੀ ਹੈ, ਉਸ ਸਮੇਂ ਅਸੀਂ ਡਿਮੋਰਲਾਈਜ਼ ਵੀ ਹੋ ਜਾਂਦੇ। ਜਿਵੇਂ ਦੀਪ ਸਿੱਧੂ ਦਾ ਇੱਕ ਬਿਆਨ ਸਾਨੂੰ ਨੱਚਣ ਲਾਉਂਦਾ ਹੈ, ਇੱਕ ਦੀਪ ਸਿੱਧੂ ਦਾ ਕੋਈ ਬਿਆਨ ਜਿਹੜਾ ਹੈ ਉਹ ਸਾਨੂੰ ਮੂਰਛਾ 'ਚ ਲੈ ਜਾਂਦਾ, ਕਿਉਂਕਿ ਅਸੀਂ 50 ਵਾਲੇ ਆ, ਉਹਨਾਂ ਨੇ ਸੰਘਰਸ਼ ਨੂੰ ਨੇੜਿਓਂ ਵੇਖਿਆ ਹੋਇਆ, ਚੜ੍ਹਦੀ ਕਲਾ ਤੇ ਢਹਿੰਦੀ ਕਲਾ ਤੇ ਮੂਰਛਾ। ਦੂਸਰਾ ਜਿਹੜਾ ਜਿਨ੍ਹਾਂ ਨੇ ਪੜ੍ਹਿਆ ਹੀ ਹੈ 90 ਤੋਂ ਬਾਅਦ, ਉਹਨਾਂ ਨੂੰ ਪੜ੍ਹਾਇਆ ਇਹ ਗਿਆ ਵੀ ਇਹਨਾਂ ਨੇ ਗੱਲਾਂ ਕਰ ਰਹੀਆਂ, ਚੱਕ ਲੋ ਹੋ ਗਈ ਤੇ ਬਸ ਫੇਰ ਖਤਮ ਹੋ ਗਈ। ਇਹ ਜਿਹੜਾ ਉਤਸ਼ਾਹ ਜਿਹੜਾ ਤੁਸੀਂ ਵੇਖਦੇ ਹੋ, ਉਹਦੇ 'ਚ ਨਿੱਜੀ ਤੌਰ ਤੇ ਉਹਦੀ ਰੂਹ ਨੂੰ ਜਦ ਵਾਚਦੇ ਹੋ, ਕਿਉਂਕਿ ਹੋਰ 50,000 ਦਾ ਜਥਾ ਆ ਰਿਹਾ, ਉੱਧਰੋਂ ਰਾਜਸਥਾਨ ਵਾਲੇ ਤੁਰ ਰਹੇ ਨੇ, ਉਹਨੂੰ ਕਿਵੇਂ ਵੇਖਦੇ ਹੋ? ਲੋਕ ਦਿਲੋਂ ਜੁੜੇ ਹੋਏ ਨੇ ਜਾਂ ਬਈ ਦੇਖਿਆ ਵੀ ਅਜੇਪਾਲ ਸਿੰਘ ਚੱਲੇ ਨੇ, ਕੱਲ ਨੂੰ ਯਾਰ ਪਿੰਡ ਦੇ ਵਿੱਚ ਕਹੂਗਾ ਹਰਜੀਤ ਗਿਆ ਨਹੀਂ, ਚੱਲ ਮੈਂ ਵੀ ਟਰਾਲੀ 'ਚ ਵੜ ਜਾਣ, ਨਾਲੇ 5-7 ਦਿਨ ਲਾਇਆ ਉਹਨੇ, ਘਰੇ ਵਿਹਲੇ ਹੀ ਆ, ਇਹੋ ਜਿਹਾ ਤਾਂ ਨਹੀਂ ਕੁਛ? ਜਦੋਂ ਇਹਦਾ ਮੈਂ ਤੁਹਾਨੂੰ ਛੋਟਾ ਜਿਹਾ ਇੱਕ ਐਗਜ਼ਾਮਪਲ ਦਿੰਦਾ ਹੈ ਕਿ ਵੈਸੇ ਮੈਨੂੰ ਰਸ਼ ਜਿਹੜਾ ਕਰਨਾ ਪਿਆ, ਜਾਂ ਮੈਂ ਤੇਜ਼ੀ ਨਾਲ ਜਿਹੜਾ ਅੱਜ ਨਹੀਂ ਆਉਣ ਦਾ ਸੀ, ਪਰ ਮੈਨੂੰ ਅੱਜ ਇਸ ਕਰਕੇ ਵੀ ਆਉਣਾ ਪਿਆ ਕਿ ਕੱਲ ਜਿਹੜਾ ਦੀਪ ਸਿੱਧੂ ਵਾਲੀ ਸਟੇਟਮੈਂਟ ਸੀ, ਤੇ ਕਿਉਂਕਿ ਅਸੀਂ ਸ਼ੰਭੂ ਮੋਰਚੇ 'ਚ ਜੁੜੇ ਰਹੇ ਸੀ, ਤਾਂ ਮੈਨੂੰ ਕਿਤੇ ਨਾ ਕਿਤੇ ਉਹ ਸੀਗਾ ਮਨ 'ਚ ਕਿ ਵੀ ਇਹ ਤਾਂ ਇਹਨੂੰ ਰੈਕਟੀਫਾਈ ਕਰਨਾ ਚਾਹੀਦਾ। ਤੇ ਵੀ ਮੇਰੀ ਫੋਨ ਤੇ ਵੀ ਗੱਲ ਹੋਈ, ਜਿਹਦੇ ਮੈਂ ਮਤਲਬ ਨਿੱਜੀ ਤੌਰ ਤੇ ਉਹਨਾਂ ਦਾ ਹੋ ਸਕਦਾ, ਪਰ ਅਸੀਂ ਸ਼ੰਭੂ ਮੋਰਚੇ ਦੇ ਤੌਰ ਤੇ ਸਹਿਮਤ ਨਹੀਂ ਸੀ ਉਸ ਸਟੇਟਮੈਂਟ ਦੇ ਨਾਲ, ਠੀਕ ਹੈ ਜੀ, ਜਾਂ ਉਸ ਵਿਚਾਰਧਾਰਾ ਨਾਲ ਕਿ ਵੀ ਆਪਾਂ ਨੂੰ ਵੀ ਘੱਟ ਤੇ ਮੰਨ ਜਾਣਾ ਚਾਹੀਦਾ, ਕਿਉਂਕਿ ਉਹਦਾ ਜਿਹੜਾ ਪਰਸਪੈਕਟਿਵ ਸੀ ਸਾਡਾ ਉਹ ਇਹ ਸੀ ਕਿ ਵੀ ਇਹ ਇਕੱਲਾ ਮਸਲਾ ਸੋਧਾਂ ਦਾ ਜਾਂ ਕਾਨੂੰਨਾਂ ਚੇਂਜ ਕਰਾਉਣ ਦਾ ਨਹੀਂ, ਇਹ ਉਦੋਂ ਵੱਡਾ ਮਸਲਾ ਹੈ ਕਿ ਵੀ ਸੈਂਟਰ ਦੀ ਸਰਕਾਰ ਦਾ ਹੱਕ ਹੀ ਨਹੀਂ ਕੋਈ ਬਣਦਾ, ਕਿ ਵੀ ਉਹ ਕੇਂਦਰ ਦਾ ਕੋਈ ਹੱਕ ਹੀ ਨਹੀਂ ਬਣਦਾ ਕਿ ਵੀ ਉਹ ਰਾਜਾਂ ਦੇ ਮਸਲੇ ਤੇ ਜਿਹੜੇ ਐਗਰੀਕਲਚਰ ਕਾਨੂੰਨ ਆ ਉਹ ਰਾਜਾਂ ਦੇ ਪ੍ਰਵਿਊ 'ਚ ਆਉਂਦੇ ਆ, ਤੇ ਉਹਦੇ ਵਿੱਚ ਉਹ ਕਿਸੇ ਵੀ ਟੇਢੇ ਮੇਢੇ ਤਰੀਕੇ ਨਾਲ ਟਰੇਡ ਦਾ ਰਸਤਾ ਜਾਂ ਕਰਕੇ ਉਹਨਾਂ ਦੇ ਵਿੱਚ ਕੋਈ ਉਹ ਤੇ ਕਾਨੂੰਨ ਘੜੇ। ਸੋ ਇਹ ਤਾਂ ਬਿਲਕੁਲ ਹੀ ਜਿਵੇਂ ਸ਼ੰਭੂ ਮੋਰਚੇ ਤੋਂ ਜੋ ਸਾਡਾ ਸਟੈਂਡ ਸੀ ਕਿ ਵੀ ਅਸੀਂ ਵੱਧ ਅਧਿਕਾਰਾਂ ਵਾਸਤੇ ਲੜਨਾ, ਤੇ ਇਹ ਤਾਂ ਬਿਲਕੁਲ ਉਹਦੇ ਡਾਇਮੈਟ੍ਰਿਕਲੀ ਆਪੋਜ਼ਿਟ ਸੀ। ਸੋ ਇਸ ਕਰਕੇ ਵੀ ਮੈਨੂੰ ਆਉਣਾ ਪਿਆ। ਪਰ ਤੁਹਾਨੂੰ ਜ਼ਮੀਨੀ ਗੱਲ ਇਹ ਦੱਸਦਾ ਕਿ ਵੀ ਜ਼ਮੀਨੀ ਹਕੀਕਤ ਇਹ ਹੈ ਕਿ ਵੀ ਮੈਂ ਜਿੱਥੇ ਅਸੀਂ ਗੱਡੀ ਖੜੀ ਕੀਤੀ, ਉੱਥੋਂ ਅਸੀਂ ਆਪਣਾ ਇੱਕ ਟਰਾਲੀ ਤੇ ਚੜ੍ਹ ਗਏ ਅੱਗੇ, ਤੇ ਉਹਦੇ ਵਿੱਚ ਇੱਕ ਆਪਣਾ ਖਾਲਸਾ ਮਿਲਿਆ ਮੈਨੂੰ, ਉਹ ਕਹਿੰਦਾ ਜੀ ਮੈਂ ਤਾਂ ਆਇਆ ਵਿਆ ਇੱਥੇ ਤੇ ਅਸੀਂ ਵਾਪਸ ਜਾਣਾ ਨਹੀਂ, ਹੁਣ ਭਾਵੇਂ ਜਾਨਾਂ ਵੀ ਕੁਰਬਾਨ ਕਰਨੀਆਂ ਪੈ ਜਾਣ, ਕਿ ਕਾਨੂੰਨ ਤਾਂ ਰੱਦ ਕਰਾ ਕੇ ਜਾਵਾਂਗੇ। ਤੇ ਇਕੱਲਾ ਮੈਂ ਨਹੀਂ ਆਇਆ ਵਿਆ, ਮੇਰੇ ਮੁੰਡੇ ਨੇ ਕਿਹਾ ਕਿ ਬਾਪੂ ਤੂੰ ਚੱਲ, ਤੇ ਮੈਂ ਮੋਟਰਸਾਈਕਲ ਤੇ ਪਹੁੰਚ ਜਾ। ਮੇਰਾ ਮੁੰਡਾ ਕਹਿੰਦਾ 19 ਸਾਲ ਦਾ ਹੈਗਾ। ਹੁਣ ਤੁਸੀਂ ਇਹ ਉਤਸ਼ਾਹ ਵੇਖੋ ਵੀ ਪਰਿਵਾਰ ਦੇ ਵਿੱਚ ਇੱਕ ਬਾਪ ਤੇ ਉਹਦਾ ਬੇਟਾ ਦੋਨੇ ਉੱਥੇ ਪਹੁੰਚ ਰਹੇ। ਹੁਣ ਆਪੇ ਕਹੀਏ ਵੀ ਕਿਸੇ ਨੂੰ ਵੇਖ ਕੇ ਜਾਂ ਤੁਰ ਪਏ, ਜਾਂ ਕਿਸੇ ਨੇ ਵੀ ਕਿਹਾ ਵੀ ਚੱਲ ਪਰ ਨਹੀਂ, ਇਹ ਬਹੁਤ ਵੱਡੀ ਗੱਲ ਹੈ ਜੀ। ਇਸ ਤਰ੍ਹਾਂ ਦਾ ਉਤਸ਼ਾਹ ਤੁਹਾਨੂੰ ਜਗ੍ਹਾ ਤੇ ਹਰੇਕ 'ਚ ਵੇਖਣ ਨੂੰ ਮਿਲੂਗਾ, ਤੇ ਆਮ ਇਹ ਹੈਗਾ ਵੀ ਅਸੀਂ ਰੱਦ ਕਰਾਏ ਬਗੈਰ ਤਾਂ ਜਾਣਾ ਹੀ ਨਹੀਂ ਹੁਣ ਇੱਥੋਂ। ਤੇ ਇਹ ਬਹੁਤ ਵੱਡੀ ਫੀਲਿੰਗ ਆ, ਇਹ ਜਨਰਲ ਫੀਲਿੰਗ ਹੈਗੀ ਆ। ਹੁਣ ਜੇ ਕੋਈ ਲੀਡਰ ਆ, ਚਾਹੇ ਉਹ ਕੋਈ ਲੀਡਰ ਆ, ਮਤਲਬ ਆਪਾਂ ਇਹ ਨਹੀਂ ਕਹਿੰਦੇ ਵੀ ਕਿ ਕਿਹੜਾ, ਚਾਹੇ ਉਹ ਕੋਈ ਵੀ ਲੀਡਰ ਆ, ਚਾਹੇ ਕੋਈ ਵੀ ਚਿੰਤਕ ਆ, ਚਾਹੇ ਅਜੇਪਾਲ ਸਿੰਘ ਬਰਾੜ ਵੀ ਕਹੀ ਜਾਵੇ ਕਿ ਵੀ ਆਏ ਨਹੀਂ ਆਏ ਕਰ ਲਓ, ਇਹ ਕੁਛ ਨਹੀਂ। ਇਹ ਲੋਕਾਂ ਦੇ ਮਨ 'ਚ ਇਹ ਆ ਕਿ ਵੀ ਅਸੀਂ ਆਪਦੇ ਇਹ ਤਿੰਨੇ ਕਾਨੂੰਨ ਰੱਦ ਕਰਾ ਕੇ ਹੀ ਇੱਥੋਂ ਮੁੜਨਾ ਹੈ। ਅਸੀਂ ਹਰ ਤਰ੍ਹਾਂ ਦਾ ਸਰਕਾਰ ਦਾ ਜਿਹੜਾ ਜ਼ਬਰ ਆ ਉਹਨੂੰ ਸਬਰ ਨਾਲ ਝੱਲਾਂਗੇ, ਪਰ ਮੁੜਾਂਗੇ ਨਹੀਂ ਇੱਥੋਂ, ਹਾਰ ਕੇ ਨਹੀਂ ਮੁੜਾਂਗੇ, ਜਿੱਤ ਕੇ ਮੁੜਾਂਗੇ। ਅੱਛਾ, ਇਹਦੇ ਨਾਲ ਹੀ ਚਲੋ ਮੈਂ ਕਈ ਵਾਰ ਮੈਂ ਦੱਸਦਾ ਵੀ ਮਾਨਸਿਕ ਤੁਹਾਡੀ ਸਥਿਤੀ ਹੁੰਦੀ ਹੈ। ਮੈਂ ਸਰਦਾਰ ਅਜਮੇਰ ਸਿੰਘ ਵਾਲਾ ਦੀ ਕਿਤਾਬ ਜਦ ਉਹ 'ਚ ਘੁੰਡ ਚਕਾਈ ਕਰ ਰਹੇ ਸੀ, ਉਹ ਗੱਲਬਾਤ ਜਦ ਹੋ ਰਹੀ ਸੀ, ਉਹ ਸੁਣੀ, ਉਹਦੇ 'ਚ ਮਹਿਸੂਸ ਹੋਇਆ ਮੈਨੂੰ ਵੀ ਨਿੱਜੀ ਤੌਰ 'ਤੇ, ਚਲੋ ਨਵੀਂ ਜ਼ਿੰਦਗੀ ਹੈ, ਇੱਕ ਅਲੱਗ ਕਿਸਮ ਦੀ ਜ਼ਿੰਦਗੀ ਹੈ, ਅਤੇ ਸਾਰਿਆਂ ਨੂੰ ਬੈਨੀਫਿਟ ਆਫ ਡਾਊਟ 'ਚ ਰੱਖਣਾ ਚਾਹੀਦਾ ਹੈ। ਭੂ ਰਾਜਨੀਤੀ ਤੁਹਾਡਾ ਬਹੁਤ ਮਨਪਸੰਦੀ ਵਿਸ਼ਾ ਹੈ ਅਤੇ ਕੰਮ ਬਹੁਤ ਕੀਤਾ। ਇਮਰਾਨ ਖਾਨ ਦਾ ਜਿਹੜੀ ਸਰਕਾਰ ਉਹ ਹਿੱਲਦੀ ਲੱਗਦੀ ਹੈ। ਇੱਧਰ ਦੀ ਜਿਹੜੀ ਦਿੱਲੀ ਦੀ ਰਾਜਨੀਤੀ ਹੈ, ਇਹਦੇ ਵਿੱਚ ਇਹ ਜਿਹੜੀ ਗੜਬੜ ਹੋਈ ਹੈ, ਇਸ ਨੂੰ ਤੁਸੀਂ ਬਰਾਬਰ ਰੱਖ ਕੇ ਕਿਵੇਂ ਵੇਖਦੇ ਹੋ? ਤੇ ਨੰਬਰ 2,
ਇਹ ਗੱਲ ਬਿਲਕੁਲ ਸੱਚ ਹੈ ਕਿ ਭਾਜਪਾ ਦੇ ਬਹੁਤ ਹੋਰ ਜਿਹੜੇ ਇਹਦੇ ਬਰਾਬਰ ਦੇ ਨੇਤਾ ਨੇ ਮੋਦੀ ਤੇ ਅਮਿਤ ਸ਼ਾਹ ਦੇ, ਉਹ ਇਸ ਗੱਲ ਤੋਂ ਦੁਖੀ ਨੇ ਤੇ ਆਰਐਸਐਸ ਵਾਲਾ ਭਾਗਵਤ ਵੀ ਦੁਖੀ ਆ ਵੀ ਤੂੰ ਸਾਨੂੰ ਵਨ ਨੇਸ਼ਨ ਵਨ ਲੈਂਗੁਏਜ ਤੇ ਉਹ ਕਰਨ ਤੇ ਤੂੰ ਪੰਗਾ ਪਾਤਾ, ਦੇਸ਼ ਸਾਰਾ ਹੀ ਉੱਠ ਖੜਿਆ ਤੇ ਸਾਡਾ ਤੂੰ ਜੈਪਡਾਈਜ਼ ਕਰਤਾ ਜਿਹੜਾ ਏਜੰਡਾ ਸੀ। ਇਹਨਾਂ ਦੋਨਾਂ ਨੂੰ ਦੱਸਿਓ ਜੀ ਲੋਕਾਂ ਨੂੰ। ਸਰ ਜਿਹੜਾ ਆਪਾਂ ਵੇਖੋ ਜਿਹੜਾ ਮੋਟਾ ਆਪਾਂ ਜਿਹੜਾ ਨੈਕਸਸ ਵੇਖਦੇ ਆ ਉਹ ਹੈਗਾ ਵੀ ਮੋਦੀ ਤੇ ਸ਼ਾਹ ਸਿਆਸਤ ਚ ਤੇ ਅਡਾਨੀ ਅੰਬਾਨੀ ਵਪਾਰ ਚ ਹੈਗੇ ਆ, ਠੀਕ ਹੈ ਨਾ ਜੀ, ਤੇ ਵੀ ਇਹ ਸਾਰਾ ਕੁਝ ਉਸ ਕਾਰਪੋਰੇਟ ਦੇ ਪੱਲੇ ਪਾਇਆ ਜਾ ਰਿਹਾ। ਹੁਣ ਮੈਂ ਇਹਨੂੰ ਇਸ ਹਿਸਾਬ ਨਾਲ ਵੇਖਦਾ ਹੈ ਕਿ ਵੀ ਜਿਹੜੀਆਂ ਮਾਡਰਨ ਸਟੇਟਸ ਆ ਉਹ ਕੋਈ ਨਾ ਕੋਈ ਜਿਵੇਂ ਚੀਨ ਦੀ ਤਰਜ਼ ਤੇ ਇਹ ਚੱਲਣਾ ਚਾਹੁੰਦੇ ਆ ਵੀ ਹਿੰਦੂ ਰਾਸ਼ਟਰ ਬਣਾਈਏ, ਤੇ ਉਸ ਰਾਸ਼ਟਰ ਦੇ ਜਿਹੜੇ ਕਾਰਪੋਰੇਟਸ ਉਹਨੂੰ ਪੁਸ਼ ਕਰਨ, ਜਿਵੇਂ ਚੀਨ ਦੇ ਵਿੱਚ ਕੁਝ ਉਹਨਾਂ ਦੇ ਪਸੰਦੀਦਾ ਕਾਰਪੋਰੇਟਸ ਆ ਕਮਿਊਨਿਸਟ ਕੰਟਰੀਜ਼ ਦੇ, ਉਹਨਾਂ ਨੂੰ ਪੁਸ਼ ਕਰਦੇ ਆ ਤੇ ਉਹਦੇ ਤੋਂ ਫਾਇਦੇ ਲੈਂਦੇ। ਐਕਚੁਅਲੀ ਉਹ ਕਾਰਪੋਰੇਟ ਨਾਂ ਦੇ ਨਿੱਜੀ ਹੁੰਦੇ ਆ, ਪਰ ਉਹਨੂੰ ਮਦਦ ਸਾਰੀ ਹੀ ਸਟੇਟ ਦੀਆਂ ਇੰਟੈਲੀਜੈਂਸ ਏਜੰਸੀ, ਸਟੇਟ ਦੇ ਲਾਜ਼ ਕਰ ਰਹੇ ਹੁੰਦੇ ਆ ਤੇ ਉਹਨਾਂ ਨੂੰ ਵੱਡਾ ਬਣਾਇਆ ਜਾਂਦਾ। ਜਿਵੇਂ ਹੁਵਾਵੀ ਆ ਜਾਂ ਹੋਰ ਹੈਗੇ ਆ ਜਿਹੜੇ ਉਹਨਾਂ ਦੇ ਕਾਰਪੋਰੇਟਸ, ਅਲੀਬਾਬਾ, ਜਿਹਦੇ ਨਾਲ ਉਹ ਗਲੋਬਲ ਡੋਮੀਨੇਸ਼ਨ ਚਾਹੁੰਦੇ ਹੈਗੇ ਆ। ਇਹ ਹਿੰਦੁਸਤਾਨ ਤੇ ਉਵੇਂ ਡੋਮੀਨੇਟ ਕਰਨਾ ਚਾਹੁੰਦੇ ਸੀ, ਪਰ ਇਹ ਸਾਰਾ ਜਿਹੜਾ ਇਹਨਾਂ ਦਾ ਸਮੀਕਰਨ ਸੀ, ਇਹ ਜੋ ਵੀ ਇਹ ਆਪਦੀ ਗਿਣਤੀਆਂ ਮਿਣਤੀਆਂ ਸੀ, ਇਹ ਆ ਕੇ ਪੰਜਾਬ ਦਾ, ਮੈਂ ਤਾਂ ਇਹ ਕਹਿਣਾ ਹੁੰਦਾ ਕਿ ਵੀ ਅਸ਼ਵਮੇਘ ਯੱਗ ਦਾ ਜਿਹੜਾ ਘੋੜਾ ਸੀ ਹਿੰਦੂ ਰਾਸ਼ਟਰ ਦਾ, ਉਹ ਸਿੰਘਾਂ ਨੇ ਆ ਕੇ ਜਮਨਾ ਦੇ ਕੰਢੇ ਤੇ ਡੱਕ ਲਿਆ, ਜਿਹੜਾ ਉਹ ਹੋਇਆ ਜੀ, ਤੇ ਉਹਨੂੰ ਕਿਸੇ ਤਰੀਕੇ ਨਾਲ ਇਹਨਾਂ ਨੇ ਠੱਲ ਪਾਤੀ ਆ। ਇਹ ਨਾਲੇ ਇਕੱਲੀ ਇਹ ਠੱਲ ਨਹੀਂ, ਇਹ ਗਲੋਬਲ ਆਰਡਰ ਜਿਵੇਂ ਚੇਂਜ ਹੋ ਰਿਹਾ ਹੁੰਦਾ ਨਾ, ਮਤਲਬ ਸੋਚ ਹੀ ਬਦਲ ਰਹੀ ਹੁੰਦੀ ਹੈ ਕਾਰਪੋਰੇਟਸ ਦੇ ਪ੍ਰਤੀ ਤੇ ਹੋਰਾਂ ਦੇ ਪ੍ਰਤੀ। ਸੋ ਇੱਥੇ ਇਸ ਜਗ੍ਹਾ ਤੇ ਆ ਕੇ ਹੋ ਸਕਦਾ ਜੇ ਹਫ਼ਤਾ 10 ਦਿਨ ਇਹ ਹੋਰ ਚੱਲਦਾ ਰਿਹਾ ਤੇ ਵੱਡਾ ਹੁੰਦਾ ਰਿਹਾ, ਤੇ RSS ਤੇ BJP ਆਪਦੀ ਹੋਂਦ ਬਚਾਉਣ ਵਾਸਤੇ ਤੇ ਆਪਦਾ ਸੁਪਨਾ ਬਚਾਉਣ ਵਾਸਤੇ ਮੋਦੀ ਦੀ ਬਲੀ ਵੀ ਦੇ ਸਕਦੀ ਆ, ਅਮਿਤ ਸ਼ਾਹ ਦੀ ਵੀ ਦੇ ਸਕਦੀ ਆ, ਅਡਾਨੀ ਅੰਬਾਨੀਆਂ ਦੀ ਵੀ ਦੇ ਸਕਦੀ ਆ। ਬਿਕੋਜ਼ ਜੇ ਉਹ ਟੁੱਟ ਜਾਂਦੇ ਆ, ਜੇ ਸਰਕਾਰ ਹੀ ਮਤਲਬ ਖਤਰੇ 'ਚ ਆ ਜਾਂਦੀ ਆ ਜਾਂ ਪ੍ਰੋਬਲਮ ਹੋ ਜਾਂਦੀ ਆ, ਤੇ ਇਹ ਦੁਬਾਰਾ ਉਹਨਾਂ ਦਾ ਸੁਪਨਾ ਹੋ ਸਕਦਾ ਕਦੇ ਵੀ ਨਾ ਸਾਕਾਰ ਹੋਵੇ, 30-40 ਸਾਲ ਅੱਗੇ ਨਿਕਲ ਜੇ ਜਾਂ 50 ਸਾਲ ਅੱਗੇ ਨਿਕਲ ਜੇ। ਤਾਂ ਉਹਨਾਂ ਵਾਸਤੇ ਜਿਵੇਂ ਆਪਾਂ ਕਹਿੰਦੇ ਵੀ ਅੰਦਰ ਵਾਲੇ ਧੜੇ ਖੜੇ ਹੋਣਗੇ, ਉਹਨੂੰ ਰਿਪਲੇਸਮੈਂਟ ਲੱਭ ਰਹੇ ਹੋਣਗੇ ਵੀ ਕਿ ਕਿਵੇਂ ਨਾ ਕਿਵੇਂ ਜੇ ਇਹ ਨਹੀਂ ਹੱਲ ਹੁੰਦਾ, ਉਹਨਾਂ ਤੋਂ ਨਹੀਂ ਰਿਜ਼ੋਲਵ ਹੁੰਦਾ, ਤਾਂ ਉਹ ਮੋਦੀ ਅਮਿਤ ਸ਼ਾਹ ਦੀ ਵੀ ਉੱਥੇ ਬਲੀ ਦਿੱਤੀ ਜਾ ਸਕਦੀ ਹੈ। ਬਿਕੋਜ਼ ਉਹਨਾਂ ਦਾ ਆਪ ਦਾ ਆਬਜੈਕਟਿਵ ਜਾਂ ਆਈਡੀਆ ਫਾਰ ਸਟਰੋਂਗਰ ਹੈਗਾ ਇਹਨਾਂ ਪਰਸਨੈਲਿਟੀਜ਼ ਨਾਲ। ਅੱਛਾ ਬਰਾੜ ਸਾਹਿਬ, ਇੱਕ ਇਹਦੇ ਵਿੱਚ ਹੋਰ, ਜਦ ਤੁਸੀਂ ਤੇ ਸਰਦਾਰ ਮਨਧੀਰ ਸਿੰਘ ਨੂੰ ਅਸੀਂ ਸੁਣਦੇ ਸੀ ਨਾ, ਤੁਸੀਂ ਮਨਧੀਰ ਸਿੰਘ ਹੋਣੀ ਵੀ, ਤੁਸੀਂ ਵੀ ਕਿਤੇ ਕਹਿੰਦੇ ਸਿੱਖਾਂ ਨੂੰ ਬਰਾਡਰ ਸੋਚਣਾ ਚਾਹੀਦਾ, ਸਾਊਥ ਈਸਟ ਏਸ਼ੀਆ ਦੀ ਰਾਜਨੀਤੀ ਤੇ ਇੰਪੈਕਟ ਪੈ ਰਿਹਾ, ਬਫਰ ਜ਼ੋਨ ਹੈ ਸਾਡੇ ਇਸ ਧਰਤ ਦਾ। ਉਹ ਸਾਨੂੰ ਕਿਤੇ ਮਨਧੀਰ ਸਿੰਘ ਹੋਣਾ ਤਾਂ ਬੜੀ ਕਸ਼ੀਦਗੀ ਉਹਦੀ ਝੱਲਣੀ ਪਈ ਵੀ ਸਿੱਖਾਂ ਤੋਂ ਤਾਂ ਹੋਂਦ ਦਾ ਰੌਲਾ ਹੈ, ਪਰ ਇਹ ਡਰਾਮੈਟਿਕਲੀ ਜਿਹੜੀਆਂ ਚੇਂਜਸ ਨੇ, ਮੈਂ ਈਵਨ ਤੁਸੀਂ ਸ਼ੰਭੂ ਜਦ ਬੈਠੇ ਸੀ, ਕੀ ਤੁਸੀਂ ਇੰਨਾ ਦੂਰ ਬਰਾੜ ਸਾਹਿਬ ਵੇਖਦੇ ਸੀ ਕਿ ਐਡੀ ਦੂਰ ਅਸੀਂ ਪਹੁੰਚ ਜਾਵਾਂਗੇ? ਇਸ ਨੂੰ ਕੀ ਕਹਿੰਦੇ ਹੋ ਤੁਸੀਂ? ਇਹ ਕਲਾ ਵਰਤੀ ਹੈ ਜਾਂ ਤੁਸੀਂ ਇਸ ਦੀ ਜਿਹੜੀ ਨਬਜ਼ ਵੇਖ ਲਈ ਸੀ ਚਿੰਤਕ ਤੌਰ ਤੇ ਵੀ ਨਹੀਂ ਇਹ ਗੱਲ ਗਾਹਾਂ ਜਾਊ? ਇਹਦੇ ਬਾਰੇ ਦੱਸੋ ਜੀ। ਗਿੱਲ ਸਾਹਿਬ ਵੇਖੋ, 2 ਸਾਲਾਂ ਤੋਂ ਤਕਰੀਬਨ ਭਾਈ ਮਨਧੀਰ ਸਿੰਘ, ਅਸੀਂ ਇਹ ਕਹਿਣ ਲੱਗ ਗਏ ਸੀਗੇ ਕਿ ਵੀ ਸਿੱਖਾਂ ਦਾ ਇੱਕ ਬਿਗਰ ਰੋਲ ਹੈਗਾ ਸਾਊਥ ਈਸਟ ਏਸ਼ੀਆ 'ਚ, ਤੇ ਸਾਡਾ ਇਹ ਮਤਲਬ ਇਹ ਕਿਤੇ ਨਾ ਹਾਲੇ ਆਈਡੀਆ ਦੇ ਤੌਰ ਤੇ ਅਸੀਂ ਦਿੰਦੇ ਸੀ, ਪਰ 2 ਸਾਲਾਂ 'ਚ ਈਵੈਂਟਸ ਐਡੀ ਤੇਜ਼ ਹੋਏ ਕਿ ਅਸੀਂ ਆਪ ਵੀ ਜਦੋਂ ਬੈਠਦੇ ਹਾਂ ਤਾਂ ਅਸੀਂ ਹੈਰਾਨ ਹੁੰਦੇ ਹਾਂ ਕਿ ਵੀ ਹੋ ਕੀ ਰਿਹਾ। ਮਤਲਬ ਅਸੀਂ ਤਾਂ ਹਲੇ ਆਈਡੀਆ ਦੇ ਤੌਰ ਤੇ ਹੀ ਕਰਦੇ ਸੀ। ਸ਼ੰਭੂ ਮੋਰਚੇ ਨੇ ਉਹ ਗੱਲਾਂ ਜਰਨਲਾਈਜ਼ ਕਰਦੀਆਂ, ਆਮ ਗਲੀ 'ਚ ਆਮ ਕਾਮਨ ਕਰਦੀਆਂ, ਪਰ ਸ਼ੰਭੂ ਮੋਰਚਾ ਇਕੱਲਾ ਨਹੀਂ ਕਹਿ ਸਕਦੇ, ਈਵੈਂਟਸ ਹੀ ਐਡੇ ਮਤਲਬ ਹੋ ਰਹੇ ਆ। ਦੇਖੋ 2 ਸਾਲਾਂ 2.5 ਸਾਲਾਂ 'ਚ ਜੇ ਆਪਾਂ ਜਾਂ 3 ਸਾਲਾਂ 'ਚ ਆਪਾਂ ਵੇਖੀਏ ਤਾਂ ਸਿੱਖ ਪਹਿਲਾਂ ਲੰਗਰ ਲਾਉਣ ਵਾਸਤੇ ਲੋਕਾਂ ਨੂੰ ਜਿਹੜੀਆਂ ਕੁਦਰਤੀ ਵਿਪਤਾਵਾਂ ਹੁੰਦੀਆਂ ਉਹਦੇ 'ਚ ਅੱਗੇ ਆਏ ਨਜ਼ਰ ਆਉਣ ਲੱਗੇ, ਫਿਰ ਆਪਾਂ ਹਾਂ ਦਾ ਨਾਰਾ ਮਾਰਨ ਲੱਗੇ, ਚਾਹੇ ਕਸ਼ਮੀਰੀਆਂ ਵਾਸਤੇ ਮਾਰਿਆ, ਚਾਹੇ ਮੁਸਲਮਾਨ ਭਰਾਵਾਂ ਵਾਸਤੇ ਮਾਰਿਆ, ਫਿਰ ਤੀਜਾ ਜੇ ਤੁਸੀਂ ਆਪਦੇ ਹੱਕ ਲੈਣ ਵਾਸਤੇ ਤੁਰੇ। ਅੱਜ ਜੀ ਤੁਸੀਂ ਹੈਰਾਨ ਹੋਵੋਗੇ ਕਿ ਵੀ ਆਪਣੇ ਲੋਕ ਤਾਂ ਭਾਵੇਂ ਉਹਨੂੰ ਕਾਮਰੇਡ ਜਾਂ ਉਹ ਵੇਖਦੇ, ਪਰ ਦੁਨੀਆ ਤੁਹਾਨੂੰ ਤੁਸੀਂ ਮਤਲਬ ਇਹ ਵੇਖਦੇ ਵੀ ਸਰਦਾਰਾਂ ਨੇ ਕੀ ਕੁਛ ਕਰਤਾ, ਮਤਲਬ ਆਪਦੇ ਹੱਕ ਲੈਣ ਵਾਸਤੇ ਆ ਗਏ ਤੇ ਕਿੰਨੇ ਵਧੀਆ ਲੋਕ ਆ। ਹੁਣ ਆਪਾਂ ਜੇ ਦੂਰੋਂ ਵੇਖੋ ਤਾਂ ਇਹ ਸਾਰਾ ਜਿਹੜਾ ਲੋਕ ਉੱਥੇ ਇਕੱਠੇ ਹੋਏ ਵੇ ਆ, ਚਾਹੇ ਟਿਕਰੀ ਬਾਰਡਰ ਤੇ ਇਕੱਠੇ ਹੋਏ ਆ, ਚਾਹੇ ਇਹ ਮਤਲਬ ਭੀੜ ਨਜ਼ਰ ਆਉਂਦੀ ਆ, ਪਰ ਇੰਨੇ ਸੋਹਣੇ ਤਰੀਕੇ ਨਾਲ, ਡਿਸਪਲਿਨਡ ਤਰੀਕੇ ਨਾਲ ਉਹ ਬੈਠੇ ਆ, ਆਪਦੇ ਆਪ ਨੂੰ ਮੈਨੇਜ ਕਰ ਰਹੇ ਆ।
ਮਤਲਬ ਗਿੱਲ ਸਾਹਿਬ ਮੈਂ ਇਹ ਕਹਿੰਦਾ ਵੀ ਮਤਲਬ ਮੇਰੀ ਆਵਾਜ਼ ਤੋਂ ਹੀ ਤੁਹਾਨੂੰ ਉਤਸ਼ਾਹ ਨਜ਼ਰ ਆ ਰਿਹਾ ਹੋਊਗਾ, ਲੱਗ ਰਿਹਾ ਹੋਊਗਾ ਵੀ ਕਿੰਨੇ ਭਾਵਾਤਮਕ ਮਤਲਬ ਇਹ ਇੱਕ ਸਪਿਰਿਚੁਅਲ ਐਕਸਪੀਰੀਅੰਸ ਹੈਗਾ। ਮਤਲਬ ਇਸ ਜਗ੍ਹਾ 'ਚ ਆਉਣਾ, ਉਹਨੂੰ ਵੇਖਣਾ, ਮਤਲਬ ਮੈਨੂੰ ਆਪ ਹੈਰਾਨੀ ਹੋ ਜਾਂਦੀ ਵੀ ਕਿਵੇਂ ਲੋਕ ਮੈਨੇਜ ਕਰ ਰਹੇ ਤੇ ਕਿੰਨੇ ਸੋਹਣੇ ਤਰੀਕੇ ਨਾਲ ਮੈਨੇਜ ਕਰ ਰਹੇ ਆ। ਤੇ ਵੀ ਇੰਨਾ ਮਤਲਬ ਮੈਂ ਐਕਚੁਅਲੀ ਇਹ ਕਹਿੰਦਾ ਕਿ ਵੀ ਕਿਤੇ ਨਾ ਕਿਤੇ ਸਿੱਖੀ ਆਪਦੇ ਪੂਰੇ ਜਲੌਅ 'ਚ ਹੈਗੀ ਆ, ਖਾਲਸਾ ਪੂਰੇ ਜਲੌਅ 'ਚ ਆ। ਆਪਾਂ ਨੂੰ ਲੱਗਦਾ ਹੈ ਕਿ ਵੀ ਇਹ ਕਿੰਨੇ ਸੋਹਣੇ ਤਰੀਕੇ ਨਾਲ ਆਪਦੇ ਆਪ ਨੂੰ ਮੈਨੇਜ ਕਰ ਰਹੇ ਆ, ਕਿਵੇਂ ਪੀਸਫੁਲ ਬੈਠੇ ਆ। ਹਰ ਬੰਦਾ ਮਤਲਬ ਆਟੋ ਰਿਕਸ਼ੇ ਵਾਲਾ ਕੀ ਗਰੀਬ ਕੀ ਹਰੇਕ ਖੁਸ਼ ਆ ਤੁਹਾਡੇ ਨਾਲ, ਆਸੇ ਪਾਸੇ ਵਾਲਾ। ਹਰਿਆਣੇ ਵਾਲੇ ਤੁਹਾਨੂੰ ਬੋਲੇ ਸੋ ਨਿਹਾਲ ਦਾ ਜਕਾਰਾ ਛੱਡ ਕੇ ਬੁਲਾਉਂਦੇ ਆ। ਕਮਾਲ ਹੋ ਗਈ। 2-3 ਦਿਨ ਪਹਿਲਾਂ ਥੋੜਾ ਜਿਹਾ ਕਾਮਰੇਡਾਂ ਨੇ ਸਟੇਜਾਂ ਦੇ ਉੱਤੇ ਰੌਲਾ ਪੈ ਗਿਆ ਸੀ, ਤੁਸੀਂ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਵੇਖਣਾ। ਔਰ ਉਹ 2 ਦਿਨਾਂ ਤੋਂ 3 ਦਿਨਾਂ ਤੋਂ ਉਹ ਵੀ ਲੂਜ਼ ਹੋਇਆ ਹੋਇਆ ਵੀ ਉੱਥੇ ਢਾਡੀ ਗਾਉਂਦੇ ਹੈਗੇ ਆ, ਗੱਲਾਂ ਹੁੰਦੀਆਂ, ਪੰਥੀਆਂ ਗੱਲਾਂ ਹੁੰਦੀਆਂ ਤੇ ਲੋਕ ਸੁਣਦੇ ਆ। ਮਤਲਬ ਹਰਿਆਣੇ ਪੰਜਾਬ ਵਾਲਿਆਂ ਨੂੰ ਕੋਈ ਇੱਕ ਦੂਜੇ 'ਚ ਪ੍ਰੋਬਲਮ ਨਹੀਂ, ਪਿਆਰ। ਮਤਲਬ ਮੈਂ ਤਾਂ ਕਦੀ ਸੋਚਿਆ ਨਹੀਂ ਸੀ, ਜਿਵੇਂ ਮਤਲਬ ਮੈਂ ਨਹੀਂ ਸੋਚਿਆ ਸੀ ਕਿ ਈਵੈਂਟਸ ਐਡੀ ਤੇਜ਼ੀ ਨਾਲ ਪ੍ਰੈਕਟੀਕਲ ਸ਼ੇਪ ਲੈ ਜਾਣਗੇ ਤੇ ਸਿੱਖਾਂ ਨੂੰ ਮਸੀਹਾ ਦੇ ਤੌਰ ਤੇ ਹਿੰਦੁਸਤਾਨ ਸੋਚੂਗਾ। ਔਰ ਆਪਣੇ ਵਾਸਤੇ ਤਾਂ ਜੀ ਇਹ ਚੰਬਾ ਹੀ ਹੈ, ਕਿ ਗੁਰੂ ਨੇ ਕਲਾ ਹੀ ਵਰਤਾਈ ਹੈ। ਬਰਾੜ ਸਾਹਿਬ, ਮੈਂ ਅਖੀਰ ਦੇ ਵਿੱਚ ਇਸ ਨੂੰ ਜੇ ਸਮ ਅਪ ਕਰਾਂ, ਉਹ ਕਹਿੰਦੇ ਵੀ ਚਲੋ ਖੋਆ ਕੱਢੀਏ, ਬੈਠੇ ਕਈ 3-4 ਆਪਣੇ ਵਰਗੇ ਖੁਰਚਣਾ ਸਿੱਟ ਲੈਂਦੇ ਨੇ ਕੜਾਹੀ 'ਚ, ਜਦ ਨਹੀਂ ਕੁਛ ਲੱਗਦਾ ਬਣਦਾ ਥੱਲੇ ਲੱਗ ਜਾਂਦਾ। ਉਹ ਕਹਿੰਦਾ ਹੁਣ ਕੀ ਕਹਿੰਦਾ, ਕੜਾਹੀ ਧੋ ਦਿਓ। ਸਿੱਖਾਂ ਕੋਲ ਬਹੁਤ ਮੌਕੇ ਆਏ 47 ਤੋਂ ਬਾਅਦ, ਜੇ ਆਪਾਂ ਲਿਖੀ ਹੋਈ ਹਿਸਟਰੀ, ਲਿਖੀ ਹੋਏ ਇਤਿਹਾਸ ਨੂੰ ਵੇਖਦੇ ਹਾਂ, ਪਰ ਉਹ ਇਨਵੈਂਟ ਕਰਕੇ ਸਭ ਕੁਝ ਕਰਕੇ ਉਸ ਨੂੰ ਸ਼ੇਪ ਅਪ ਨਹੀਂ ਕਰ ਸਕੇ, ਲੀਡਰਸ਼ਿਪ ਦੀ ਕਮੀ ਕਰਕੇ। ਇਸ ਹੁਣ ਸੰਘਰਸ਼ ਨੂੰ, ਇਸ ਨੂੰ ਕੀ ਅਸੀਂ ਸ਼ੇਪ ਅਪ ਕਰ ਜਾਾਂਗੇ ਜਾਂ ਜਿੱਤ ਹੁੰਦੀ ਹੈ ਕਿਸੇ ਪਾਸੇ ਤਣ ਪੱਤਣ ਲਾ ਦਾਂਗੇ? ਕਿਉਂਕਿ ਅਖੌਤੀ ਲੀਡਰਸ਼ਿਪ ਨੂੰ ਤਾਂ ਬਣ ਨਹੀਂ ਦੇ ਰਹੇ। ਤੁਸੀਂ ਜਿੰਨੇ ਵੀ ਚਿੰਤਕ ਹੋ, ਤੁਸੀਂ ਇਸ ਨੂੰ ਡੋਮੀਨੇਟ ਨਹੀਂ ਕਰ ਰਹੇ। ਤੁਸੀਂ ਨਾਮ ਨਿਹਾਦ ਲੀਡਰ ਹੈ ਨਹੀਂ ਇਹਦੇ 'ਚ, ਤੁਸੀਂ ਵਲੰਟੀਅਰ ਹੋ। ਸੋ ਇਸ ਦਾ ਇਵੈਂਚੁਅਲੀ ਜਦ ਪਲੇਟ 'ਚ ਕੁਛ ਰੱਖ ਕੇ ਆਊ, ਉਹਦੇ ਤੇ ਧਨੀਆ ਪਾ ਕੇ ਨਾਲ ਦਿਆਂ ਨੂੰ ਜਦ ਸਰਵ ਕਰਨਾ ਹੈ, ਗਾਰਨਿਸ਼ ਕਰਨਾ ਹੈ, ਕੀ ਹੋ ਜੂ? ਜਦ ਕੁਛ ਮਿਲੂਗਾ, ਕੀ ਲੈਣ ਜੋਗੇ ਹੈ ਅਸੀਂ? ਗਿੱਲ ਸਾਹਿਬ ਵੇਖੋ, ਇਹ ਵਿੱਚ ਨਾ 2 ਤਰ੍ਹਾਂ ਦੀਆਂ ਪ੍ਰਾਪਤੀਆਂ। ਪਹਿਲੀ ਪ੍ਰਾਪਤੀ ਤਾਂ ਅਸੀਂ ਇਹ ਕਰ ਚੁੱਕੇ ਹਾਂ ਕਿ ਵੀ ਅਸੀਂ ਇਕੱਠੇ ਹੋ ਕੇ ਇੱਕ ਡੀਸੈਂਟਰਲਾਈਜ਼ਡ ਲੀਡਰਸ਼ਿਪ, ਜਿਹਨੂੰ ਆਪਾਂ ਇਹ ਕਹਿ ਸਕਦੇ ਹਾਂ ਵੀ ਕਿ ਐਸੀ ਲੀਡਰਸ਼ਿਪ ਡਿਵੈਲਪ ਕਰਦੀ ਹੈ ਵੀ ਲੀਡਰਸ਼ਿਪ ਦੇ ਉੱਤੇ ਜੇ ਮਤਲਬ ਹਿੱਲ ਹੀ ਨਹੀਂ ਸਕਦੀ ਕਿਤੇ। ਮਤਲਬ ਲੋਕਾਂ ਦੇ ਵਿੱਚ ਹੀ ਚੇਤਨਾ ਆ ਗਈ ਆ, ਜਿਹਨੂੰ ਅਸੀਂ ਨਾ ਅਗੇਨ ਮੈਂ ਤੇ ਭਾਈ ਮਨਦੀਪ ਸਿੰਘ ਹਮੇਸ਼ਾ ਇਹ ਕਹਿੰਦੇ ਹੁੰਦੇ ਵੀ ਸਾਨੂੰ ਡੀਸੈਂਟਰਲਾਈਜ਼ਡ ਲੀਡਰਸ਼ਿਪ ਚਾਹੀਦੀ ਆ। ਹਰੇਕ ਪੱਧਰ ਤੇ ਛੋਟੇ ਲੀਡਰ ਚਾਹੀਦੇ ਆ ਜਿਹੜੇ ਫੋਰਸ ਕਰ ਸਕਣ। ਤੇ ਇਹ ਹੋ ਰਿਹਾ ਜੀ। ਮਤਲਬ ਇਹ ਕੱਲ ਕਿਸਾਨ ਯੂਨੀਅਨ ਜੇ ਥਿੜਕਣ ਲੱਗੀਆਂ ਸੀ ਤਾਂ ਹੇਠਾਂ ਉਹਨਾਂ ਨੇ ਜਦੋਂ ਆਪਦੇ ਬਲਾਕ ਲੈਵਲ ਤੇ ਉਹ ਲੋਕ ਵੇਖੇ ਨਾ, ਤੇ ਉਹ ਹਿੱਲ ਨਹੀਂ ਸਕਦੇ ਹੁਣ ਬਿਲਕੁਲ। ਉਹ ਲੀਡਰ ਕੋਈ ਵੀ ਨਹੀਂ ਹਿੱਲ ਸਕਿਆ। ਕੱਲ ਤੁਸੀਂ ਦੀਪ ਸਿੱਧੂ ਨੂੰ ਵੇਖਿਆ, ਥੋੜਾ ਜਿਹਾ ਹਿੱਲਿਆ ਤਾਂ ਲੋਕਾਂ ਨੇ ਕਿਸ ਤਰੀਕੇ ਦਾ ਰਿਸਪੌਂਸ ਦਿੱਤਾ ਤੇ ਉਹਨੂੰ ਅੱਗੇ ਸੰਗਤ ਦੇ ਉਸ ਚੀਜ਼ ਅੱਗੇ ਅੱਜ ਮਾਫੀ ਮੰਗਣੀ ਪਈ ਆ ਕੇ। ਤੇ ਇਹ ਮਤਲਬ ਇਹ ਇਸ ਚੀਜ਼ ਦੀ ਸੁੰਦਰਤਾ ਹੈ ਜੀ, ਮਤਲਬ ਇਹਦੀ ਬਿਊਟੀ ਹੈ। ਤੇ ਇਹ ਇੱਕ ਜਿੱਤ ਆ। ਦੂਸਰੀ ਜਿੱਤ ਆ ਇਹਦਾ ਜਿਹੜਾ ਸਟੇਟਸ, ਜੋ ਸਿੱਖ ਦਾ ਸਟੇਟਸ ਆ, ਉਹ ਬਿਲਕੁਲ ਚੇਂਜ ਹੋ ਗਿਆ। ਮਤਲਬ ਮੈਂ ਹਰਿਆਣੇ ਦੇ ਵਿੱਚ ਇੰਨਾ ਪਿਆਰ ਮੁਹੱਬਤ ਤੇ ਇੰਨੀ ਰਿਸਪੈਕਟ ਮਿਲੂ ਮੈਂ ਸੋਚਦਾ ਨਹੀਂ ਹੁੰਦਾ ਸੀ। ਗਿੱਲ ਸਾਹਿਬ, ਮੈਨੂੰ ਹਰਿਆਣਾ ਮਤਲਬ ਐਂ ਲੱਗਦਾ ਹੁੰਦਾ ਸੀ ਯਾਰ, ਮਤਲਬ ਮੈਨੂੰ ਐਂ ਲੱਗਦਾ ਸੀ ਜਿਵੇਂ ਉੱਪਰੀ ਜੀ ਥਾਂ ਜਾਂਦੇ, ਕਿਉਂਕਿ ਆਪਾਂ ਨੂੰ ਕਿਤੇ ਨਾ ਕਿਤੇ, ਤੁਹਾਨੂੰ, ਮੈਨੂੰ, ਤੁਹਾਡੀ, ਮੇਰੀ ਜਨਰੇਸ਼ਨ ਵਾਲੇ ਨੂੰ 82 ਵਾਲਾ ਐਕਸਪੀਰੀਅੰਸ ਸੀਗਾ ਦਿਮਾਗ 'ਚ ਆਉਂਦਾ, ਕਿਤੇ ਨਾ ਕਿਤੇ ਯਾਦ ਆਉਂਦਾ ਸੀ। ਵੇਖੋ ਹੈ ਨਾ ਆਪਣਾ। ਪਰ ਅੱਜ ਉਹ ਗੱਲਾਂ ਕਰਦੇ ਕਿ ਸਾਡਾ ਨਹਿਰ ਦਾ ਮਸਲਾ ਸੈਂਟਰ ਪਾਸੇ ਹੋ ਜਾਏ, ਸਾਡਾ ਤਾਂ ਹੱਲ ਹੀ ਹੱਲ ਹੈ, ਕੋਈ ਐਡੀ ਗੱਲ ਨਹੀਂ। ਮਨੋਜ ਦੁਹਾਨ ਵਰਗੇ ਬੰਦੇ ਜੱਟਾਂ ਨੂੰ ਕਹਿ ਰਹੇ ਆ ਵੀ ਤੁਹਾਡਾ ਤਾਂ ਭਲਾ ਜਾਂ ਤੁਹਾਡੀ ਤਾਂ ਤੁਸੀਂ ਤਾਂ ਬਚੋਗੇ ਤਾਂ ਜੇ ਸਿੱਖ ਬਣ ਜਾਓਗੇ। ਮਤਲਬ ਇਹ ਜਿਹੀਆਂ ਗੱਲਾਂ ਹੋ ਰਹੀਆਂ। ਤਾਂ ਇੱਕ ਜਿੱਤ ਤਾਂ ਆਪਾਂ ਕਰ ਲਈ ਹੈ, ਪਰ ਹਾਂ ਜਿਵੇਂ ਤੁਸੀਂ ਕਹਿੰਦੇ ਹੋ ਵੀ ਕੰਕਰੀਟ ਜਿੱਤ ਵੀ ਸਾਡੀ ਟੇਬਲ ਦੇ ਉੱਤੇ ਹੋਣੀ ਚਾਹੀਦੀ ਆ। ਇਹਦੇ ਵਾਸਤੇ ਕਿਸਾਨ ਜਥੇਬੰਦੀਆਂ ਨੂੰ ਬਹੁਤ ਦੇਖਣਾ ਚਾਹੀਦਾ। ਸੰਘਰਸ਼ ਵਾਸਤੇ ਲੋਕ ਆਏ ਹੋਏ ਆ, ਉਹ ਜੂਝ ਰਹੇ ਆ, ਉਹ ਹੋਰ ਮਹੀਨਾ, 2 ਮਹੀਨੇ, 6 ਮਹੀਨੇ ਵੀ ਕਰਨ ਨੂੰ ਤਿਆਰ ਆ। ਤੇ ਇਹਨਾਂ ਨੂੰ ਇਹ ਧਿਆਨ ਰੱਖਣਾ ਚਾਹੀਦਾ। ਹੁਣ ਇਹਨਾਂ ਦੇ ਉੱਤੇ ਓਨਸ ਆ ਜਾਂਦਾ ਕਿ ਵੀ ਸਾਡੀਆਂ ਭਾਵਨਾਵਾਂ ਨਾਲ ਨਾ ਖੇਡਣ, ਕਿਤੇ ਵੀ ਛਿੜਕਣ ਨਾ। ਹਲੇ ਤੱਕ ਬਹੁਤ ਸੋਹਣਾ ਚੱਲ ਰਿਹਾ, ਉਹਨਾਂ ਦੀ ਨਬਜ਼ਾਂ ਨੂੰ ਦੱਬ ਰਹੇ ਆ ਤੇ ਫੋਰਸ ਕਰ ਰਹੇ ਆ ਉਹਨੂੰ। ਤੇ ਆਸ ਆ ਇਹ ਜਿੱਤ ਲੈ ਕੇ ਹੀ ਜਾਣੀ ਚਾਹੀਦੀ ਆ ਸਾਨੂੰ। ਲੋਕਾਂ ਨੂੰ ਬਹੁਤ ਆਸ ਆ ਇਹਦੇ ਤੋਂ। ਤੇ ਪੰਜਾਬ ਵਾਸਤੇ ਇਹ ਜਿੱਤ, ਪੰਜਾਬ ਤੇ ਸਿੱਖਾਂ ਵਾਸਤੇ ਇਹ ਜਿੱਤ ਬਹੁਤ ਵੱਡਾ ਮਾਇਨਾ ਰੱਖਦੀ ਆ ਸਾਊਥ ਏਸ਼ੀਆ ਤੇ। ਬਰਾੜ ਸਾਹਿਬ, ਧੰਨਵਾਦ। ਤੁਸੀਂ ਰਾਤ ਦਾ ਸਮਾਂ 11 ਵਜੇ ਨੇ ਤੇ ਸਾਰੇ ਦਿਨ ਦੇ ਥੱਕੇ ਮੇਰੇ ਨਾਲ ਸ਼ਾਮਲ ਹੋਏ ਨੇ।
ਬਹੁਤ ਬਹੁਤ ਧੰਨਵਾਦ ਤੁਹਾਡਾ। ਗੁਰੂ ਆਸ਼ੇ ਮੁਤਾਬਕ ਅਸੀਂ ਚੜ੍ਹਦੀ ਕਲਾ ਦੇ ਵਿੱਚ ਰਹੀਏ। ਤੁਹਾਡੇ ਵੱਲ ਅਸੀਂ ਵੇਖਦੇ ਹਾਂ, ਤੁਸੀਂ ਸਾਡੇ ਵੱਲ ਵੇਖਦੇ ਹੋ। ਕੌਮ ਕਿਤੇ ਵੀ ਵਸੇ ਸਾਰੀ ਦੁਨੀਆ ਦੇ ਵਿੱਚ, ਪਰ ਉਹ ਕੌਮੀਅਤ ਦੇ ਤੌਰ ਤੇ ਰੂਹਾਨੀਅਤ ਦੇ ਨਾਲ ਰਲ ਕੇ, ਰੂਹਾਨੀਅਤ ਨਾਲ ਲਬਰੇਜ਼ ਹੋ ਕੇ ਅੱਜ ਉਸ ਸੰਘਰਸ਼ ਨੂੰ ਵੇਖਦੇ ਆ। ਜਿਹੜੀ ਗੁਰੂ ਦੀ ਕਲਾ, ਗੁਰੂ ਦੇ ਬਾਜ ਉੱਡਣੋਂ ਨਹੀਂ ਹਟਦੇ ਉਸ ਧਰਤ ਤੇ। ਉਹਦੇ ਅਕਾਲ ਦੇ ਜਕਾਰੇ ਲੱਗਦੇ ਰਹਿਣੇ ਨੇ, ਉਹਦੇ ਨਗਾਰੇ ਖੜਕਦੇ ਰਹਿਣੇ ਨੇ। ਕੀ ਹੋ ਗਿਆ ਇਹ ਬਿਲਕੁਲ ਕਦੇ ਤਵੱਕੋ ਨਹੀਂ ਸੀ, ਪਰ ਉਹਦੀਆਂ ਉਹੀ ਜਾਣੇ। ਆਪਣਾ ਖਿਆਲ ਰੱਖਣਾ ਤੇ ਇਨ ਟੱਚ ਰਹਾਂਗੇ। ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਾ ਅਜੇਪਾਲ ਸਿੰਘ ਬਰਾੜ ਗੱਲਬਾਤ ਕਰ ਰਹੇ ਸੀ ਸਿੰਘੂ ਬਾਰਡਰ ਤੋਂ। ਕਿਸਾਨਾਂ ਦੇ ਸੰਘਰਸ਼ ਦੇ ਬਾਰੇ ਗੱਲਬਾਤ ਚੱਲ ਰਹੀ ਸੀ। ਨਵਕਿਰਨ ਸਿੰਘ ਪੱਤੀ ਤੇ ਸਰਾ ਅਜੇਪਾਲ ਸਿੰਘ ਬਰਾੜ ਗੱਲਬਾਤ ਕਰਦੇ ਸੀ। ਕੁਝ ਕਾਲਰ ਹੋਲਡ ਕਰ ਰਹੇ ਨੇ। ਸਰਾ ਪ੍ਰਭਜੋਤਪਾਲ ਸਿੰਘ ਲੰਮੇ ਸਮੇਂ ਤੋਂ ਹੋਲਡ ਕਰ ਰਹੇ ਨੇ। ਸਿੰਘ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਣਜੀਤ ਸਿੰਘ ਸਾਹਿਬ, ਦੇਖੋ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ, ਦੇਖੋ ਜਿਹੜਾ ਆਪਾਂ ਨੂੰ ਜੇ ਥੋੜਾ ਜਿਹਾ ਆਪਾਂ ਜਦੋਂ ਦਿੱਲੀ ਨੂੰ ਚੱਲਦੇ ਆ ਤਾਂ ਉੱਥੇ ਜੇ ਪਿੱਛੇ ਜਾਈਏ ਉੱਥੋਂ ਗੱਲ ਨੂੰ ਤੋਰੀਏ। ਜਿਹੜੇ ਸਾਡੇ ਜਿਹੜੇ ਆਗੂ ਸੀ ਉਹ ਨਹੀਂ ਬਾਰਡਰ ਤੋਂ ਟੱਪਣਾ ਚਾਹੁੰਦੇ ਸੀ ਹਰਿਆਣੇ ਵਾਲੇ ਤੋਂ। ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਜਿੱਥੇ ਸਾਨੂੰ ਰੋਕਦਾ ਉੱਥੇ ਰੁਕ ਜਾਣਾ, ਤਾਂ ਰੁਕ ਵੀ ਗਏ ਸੀ। ਉਹਨਾਂ ਦੀ ਮਜਬੂਰੀ ਬਣਿਆ ਜਿਹੜਾ ਵਿੱਚ ਜਿਹੜਾ ਜਾਗਰੂਕ ਯੂਥ ਹੈਗਾ ਆ, ਜਿਹਨਾਂ ਨੂੰ ਕਿਹਾ ਜਾ ਰਿਹਾ ਵੀ ਅਸੀਂ ਹੋਰ ਕੋਈ ਆਗੂ ਨਹੀਂ ਬਣਨ ਦੇਣਾ, ਅਸੀਂ ਕੋਈ ਹੋਰ ਮੋਹਰੇ ਨਹੀਂ ਆਉਣ ਦੇਣਾ, ਉਹਨਾਂ ਨੂੰ ਇਸ ਬਹਾਨੇ ਰੋਕਿਆ ਜਾ ਰਿਹਾ। ਤਾਂ ਉਹ ਆਗੂ ਸਾਨੂੰ ਉੱਥੇ ਲੈ ਕੇ ਬੈਠ ਗਿਆ ਸੀ, ਪਰ ਉਹ ਯੂਥ ਕਿਤੇ ਨਾ ਕਿਤੇ ਉਹਨਾਂ ਨੂੰ ਨਾ ਮੰਨਦਾ ਹੋਇਆ ਉਹਦੀ ਕੋਸ਼ਿਸ਼ ਕੀਤੀ ਬੈਰੀਅਰ ਤੋੜਨ ਦੀ। ਤੇ ਦੂਸਰੇ ਪਾਸੇ ਅਸੀਂ ਵਰਤਾਰਾ ਦੇਖੀਏ, ਜਿਹੜਾ ਪੁਲਿਸ ਦਾ ਹੈਗਾ ਆ, ਠੀਕ ਹੈ, ਉਹਨੇ ਬੈਰੀਅਰ ਲਾਏ, ਉਹਨੇ ਪਾਣੀ ਨਾਲ ਬਸ਼ਾਰਾਂ ਕੀਤੀਆਂ, ਉਹਨੇ ਅਥਰੂ ਗੈਸ ਵੀ ਸਿੱਟਿਆ। ਤੇ ਜਿੱਦਾਂ ਹੁਣ ਦਿੱਲੀ ਤੋਂ ਪੰਜਾਬ ਦਾ ਜਿਹੜਾ ਹੈਗਾ ਆ ਹਾਈਵੇ 400 ਕਿਲੋਮੀਟਰ ਆ, ਤੇ ਇੱਕ ਪਾਸੇ ਹਿੰਦੁਸਤਾਨ ਦੀ ਸਰਕਾਰ ਆ ਤੇ ਦੂਸਰੇ ਪਾਸੇ ਜਿਹੜੇ ਆ ਪੰਜਾਬ ਦੇ ਕਿਸਾਨ ਆ, ਉਹਨਾਂ ਨਾਲ ਥੋੜੇ ਹਰਿਆਣੇ ਦੇ ਵੀ ਰਲ ਗਏ ਆ। ਜੇ ਹਿੰਦੁਸਤਾਨ ਦੀ ਸਰਕਾਰ ਦੇ ਕਹੇ ਤੇ ਪੁਲਿਸ ਜਿਹੜਾ ਪ੍ਰਸ਼ਾਸਨ ਆ ਉਹਨਾਂ ਦੇ ਵਿੱਚ ਜੇ ਇਹ ਭਾਵਨਾ ਹੁੰਦੀ ਕਿ ਇਹਨਾਂ ਨੂੰ ਰੋਕਣਾ ਆ, ਤੇ ਉਹ 400 ਕਿਲੋਮੀਟਰ ਦੇ ਵਿੱਚ ਜਿਹੜੀਆਂ ਜਾ ਰਹੀਆਂ ਟਰਾਲੀਆਂ ਉਹਨਾਂ 'ਚ 10-10, 20-20 ਕਰਕੇ ਅੱਗੇ ਨਿਕਲ ਦਿੰਦੇ, ਹੌਲੀ-ਹੌਲੀ ਕਰਕੇ ਉਹਨਾਂ ਨੂੰ ਵੱਖਰਾ ਕਰਕੇ ਜਿੱਥੇ ਮਰਜ਼ੀ ਉਹਨਾਂ ਨੂੰ ਰੋਕ ਲੈਂਦੇ। ਤੇ ਤੁਹਾਨੂੰ ਪਤਾ ਆ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ, ਉਸ ਵੇਲੇ ਜਦੋਂ ਫੌਜ ਨਿਕਲੀ ਸੀ ਤਾਂ ਫੌਜ ਨੇ ਕਿੱਦਾਂ ਘੇਰਾ ਪਾ ਕੇ ਉਹਨਾਂ ਨੂੰ ਕਾਬੂ ਕਰ ਲਿਆ ਸੀ। ਜਿਹੜੀ ਸਰਕਾਰ ਦੀ ਤਾਕਤ ਆ ਤੇ ਜਿਹੜੀ ਲੋਕਾਂ ਦੀ ਤਾਕਤ ਆ, ਉਹਨੂੰ ਅਸੀਂ ਜੇ ਲਿਆਈਏ ਕਿਤੇ ਨਾ ਕਿਤੇ ਜਿਹੜਾ ਆ ਪੁਲਿਸ ਆ, ਉਹਨਾਂ ਨੂੰ ਪਤਾ ਆ ਵੀ ਜਦੋਂ ਵੀ ਕੋਈ ਏਦਾਂ ਦਾ ਸੰਘਰਸ਼ ਹੁੰਦਾ ਆ, ਉਹਦੀ ਜਿਹੜਾ ਆ ਵਿੱਚ ਜਿਹੜੇ ਲੀਡਰ ਆ ਉਹ ਵਿਕ ਜਾਂਦੇ ਆ, ਜਿਹੜਾ ਸਰਕਾਰਾਂ ਆ ਉਹ ਹੋਰ ਪਾਸੇ ਨੂੰ ਲੈ ਜਾਂਦੀਆਂ। ਤੇ ਉਹ ਪ੍ਰਸ਼ਾਸਨ ਨੂੰ ਵੀ ਪਤਾ ਆ, ਉਹ ਪਤਾ ਹੁੰਦਿਆਂ ਹੋਇਆ ਵੀ ਉਹਨੀ ਉਹ ਜਿਹੜਾ ਸਾਰੇ ਦਾ ਸਾਰਾ ਜਿਹੜਾ ਪ੍ਰਸ਼ਾਸਨ ਜਿਹੜਾ ਹੈਗਾ ਆ ਵੀ ਉੱਥੇ ਤਾਈਂ ਪਹੁੰਚਣ ਦਿੱਤਾ ਇਹ ਮੁਜ਼ਾਹਰਾਕਾਰੀਆਂ ਨੂੰ। ਇਹ ਇੱਕ ਜਿੱਦਾਂ ਜਿਹੜਾ ਅਸੀਂ ਦੇਖ ਨਹੀਂ ਰਹੇ, ਜਿਹੜੀ ਦੂਜਾ ਉੱਥੇ ਦੀ ਜਿਹੜੇ ਪੁਲਿਸ ਫੋਰਸਿਸ ਹੈਗੀਆਂ ਉਹਨਾਂ ਦਾ ਸੌਫਟ ਕਾਰਨਰ ਜਿਹੜਾ ਆ ਇਹ ਸੰਘਰਸ਼ ਦੇ ਪੱਖੀ ਹੈਗਾ ਆ, ਉਸ ਗੱਲ ਨੂੰ ਅਸੀਂ ਅੱਖੋਂ ਪਰੋਖੇ ਕਰ ਰਹੇ ਹਾਂ। ਹਾਂ, ਜਾਣੀ ਕਿ ਉਹਨਾਂ ਨੂੰ ਮੰਨਣਾ ਪੈਂਦਾ ਸਰਕਾਰ ਦੀ। ਹੁਣ ਇੱਕ ਗੱਲ ਇਹ ਆਉਂਦੀ ਆ ਇੱਥੇ ਜਿਹੜਾ ਇਹੋ ਜਿਹਾ ਜਦੋਂ ਵਰਤਾਰਾ ਹੋਵੇ ਤਾਂ ਉਹ ਜਿਹੜਾ ਰਾਜ ਪਲਟਾ ਹੁੰਦਾ ਆ, ਪਰ ਫੇਰ ਜਿਹੜੇ ਸਾਡੇ ਲੀਡਰ ਆ ਉੱਥੇ ਲਿਜਾ ਕੇ ਸਾਨੂੰ ਬਿਠਾ ਦਿੰਦੇ ਆ, ਤਾਂ ਉੱਥੇ ਫੇਰ ਜਾ ਕੇ ਉਹੀ ਲੀਡਰ ਸਾਡੇ ਆ ਜਿਹੜੇ ਜਾ ਕੇ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਆ, ਗੱਲ ਕਰਕੇ ਆ ਕੇ ਇਹ ਤਾਂ ਗੱਲ ਇੱਕ ਪੱਕੀ ਦੱਸ ਦੇਣ ਵੀ ਆਹ ਗੱਲ ਏਦਾਂ ਹੋਣੀ ਆ, ਤਾਂ ਉਹ ਉੱਥੇ ਹੋ ਜਾਣੀ ਚਾਹੀਦੀ। ਉਹ ਬਾਰ-ਬਾਰ ਉਹ ਕਾਹਤੇ ਦੱਸਣ ਜਾਂਦੇ ਵੀ ਅਸੀਂ ਇਹੋ ਜਿਹੜੇ ਆ ਤਿੰਨ ਜਿਹੜੇ ਆ ਆਰਡੀਨੈਂਸ ਵਾਪਸ ਕਰਾਉਣੇ ਆ। ਇੱਕ ਵਾਰੀ ਨਹੀਂ ਸਮਝ ਆਈ ਗੱਲ, ਕਿਹੜੀ ਗੱਲ ਵੀ ਜਾਣ ਕੇ ਇਹਦੇ ਵਿੱਚ ਵਰਤਾਰੇ ਨੂੰ ਸਮਝੋ। ਜਿਹੜਾ ਜੋ ਕੁਛ ਇਹ ਜਿਹੜਾ ਕਿਸਾਨਾਂ ਵਾਲਾ ਸਿਰਫ ਤੇ ਸਿਰਫ ਕਿਸਾਨਾਂ ਕਰਕੇ ਨਹੀਂ ਇਹ ਤੁਰਿਆ, ਇਹਦੇ ਪਿੱਛੇ ਬਹੁਤ ਇਤਿਹਾਸ ਆ। ਲੋਕਾਂ ਨਾਲ ਬਹੁਤ ਹਰ ਇੱਕ ਪਾਸੇ ਜ਼ਬਰ ਹੁੰਦਾ ਸੀ। ਅੱਜ ਲੋਕ ਅੱਕ ਕੇ ਇਹਨਾਂ ਤੇ ਆ ਕੇ ਅੱਜ ਤੁਰੇ ਹੈਗੇ ਆ, ਤੇ ਅਸੀਂ ਸਿਰਫ ਤੇ ਸਿਰਫ ਉਹਨੂੰ ਲਿਮਟਿਡ ਕਰਤਾ। ਜਿੱਥੇ ਆਪਣੇ ਬਰਾੜ ਸਾਹਿਬ ਨੇ ਗੱਲ ਕੀਤੀ ਸੀ ਵੀ ਅਸ਼ਵਮੇਧ ਦਾ ਘੋੜਾ ਜਿਹੜਾ ਆ ਜੱਗ ਦਾ ਉਹ ਫੜਿਆ, ਹਾਂ ਬਿਲਕੁਲ ਫੜਿਆ, ਪਰ ਗੱਲ ਏਦਾਂ ਆ ਜਿਹੜਾ ਫੜਿਆ ਆ ਉਹਨੂੰ ਫੜੇ ਨੂੰ ਹੁਣ ਜਿਹੜਾ ਵਿੱਚ ਵਿਚੋਲੇ ਆ ਉਹਨੀ ਕਹਿ ਕਹਾ ਕੇ ਛਡਵਾ ਦੇਣਾ, ਤੇ ਸਰਕਾਰ ਉਹ ਭਾਵੇਂ ਵੀ ਇਹੋ ਤਿੰਨ ਜਿਹੜੇ ਬਿੱਲ ਆ ਉਹਨਾਂ ਨੂੰ ਵਾਪਸ ਕਰ ਲੂਗੀ, ਪਰ ਜਿਹੜੀ ਸਰਕਾਰ ਆ ਉਹਨਾਂ ਦੀ ਰਹਿਣੀ ਆ। ਤੇ ਕਿਤੇ ਨਾ ਕਿਤੇ RSS ਨੂੰ ਵੀ ਇਸ ਗੱਲ ਦਾ ਪਤਾ ਹੈਗਾ ਆ ਵੀ ਜਿਹੜਾ ਇਹ ਮੋਦੀ ਹੋਣੀ ਆ ਇਹ ਵੱਡਾ ਜਿਹੜਾ ਲੋਕਾਂ ਦਾ ਰੋਹ ਇੱਕ ਪੈਦਾ ਕਰ ਦਿੱਤਾ। ਜਿੱਦਾਂ ਬਰਾੜ ਸਾਹਿਬ ਨੇ ਕਿਹਾ ਸੀ ਉਹਨਾਂ ਦੀ ਉਹਨੀ ਬਦਲੀ ਵੀ ਦੇ ਦਿੱਤੀ, ਤੇ
ਫੇਰ ਵੀ ਜੇ ਕਾਂਗਰਸ ਵੀ ਆ ਗਈ, ਜੇ ਆਮ ਆਦਮੀ ਵੀ ਆ ਗਈ, ਜਾਂ ਇਹ ਦੂਜਾ ਭਾਜਪਾ ਰਹਿ ਗਈ, ਤੇ ਸਰਕਾਰ ਤੇ ਫੇਰ ਉਹਨਾਂ ਦੀ ਹੈਗੀ ਆ। ਜਾਂ ਅੱਜ ਲੋਕਾਂ ਦਾ ਰੂਹ ਆ, ਉਹਨੂੰ ਜਿਹੜਾ ਆ ਅਸੀਂ ਕਿਸੇ ਪਾਸੇ ਚੈਨਲਾਈਜ਼ ਕਰਕੇ ਇਹਦੇ ਵਿੱਚੋਂ ਪ੍ਰਾਪਤੀ ਕਰਨ ਦੀ ਬਜਾਏ ਸਿਰਫ ਤੇ ਸਿਰਫ ਉੱਥੋਂ ਜਿਹੜਾ ਆ ਮੂੰਹ ਪੂੰਝ ਕੇ ਵਾਪਸ ਆ ਜਾਣਾ ਆ। ਤੇ ਜਿਹੜੀ ਜਿੱਤ ਸਾਨੂੰ ਦਿਸ ਰਹੀ ਆ, ਤੇ ਉਹ ਗੱਲ 47 ਵਾਲੀ। ਇੱਕ ਮਿੰਟ, ਜੇ 47 ਵਾਲੀ ਹਾਰ ਦਿਖਾ ਲੱਗੀ ਆ, ਜਿੱਥੇ ਸਾਨੂੰ ਖਾਲਸਾ ਰਾਜ ਮਿਲਦਾ ਸੀ ਤਾਂ ਅਸੀਂ ਉੱਥੇ ਦੂਜਾ ਕਿਹਾ ਅਸੀਂ ਤਾਂ ਭਰਾਵਾਂ ਨਾਲ ਰਹਿਣਾ, ਉੱਥੇ ਆ ਕੇ ਸਾਡੀ ਗੱਲ ਹੋਣੀ ਆ। ਇਹ ਅੱਜ ਅਸੀਂ ਨਹੀਂ ਇਸ ਗੱਲ ਨੂੰ ਬਚਦੇ, ਹੋਣੀ ਗੱਲ ਇੱਥੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੇਰੇ ਖਿਆਲ ਸਾਰੀ ਗੱਲ ਦਾ ਤਤਸਾਰ ਇਹੀ ਸੀ ਜੀ। ਮੇਰਾ ਅਜੇਪਾਲ ਸਿੰਘ ਬਰਾੜ, ਉਹਨਾਂ ਦਾ ਲੀਡਰਸ਼ਿਪ ਦੀ ਉਹ ਗੱਲ ਮੈਂ ਕਰਦਾ ਰਿਹਾ। ਸਰਾ ਅਮਰਜੀਤ ਸਿੰਘ ਸੰਧੂ, ਲਾਈਨ ਨੰਬਰ 3। ਸਰਦਾਰ ਹਰਜੀਤ ਸਿੰਘ ਜੀ, ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਦੇਖੋ, ਜੋ ਇਹਨਾਂ ਨੇ ਪ੍ਰਭਜੋਤ ਹੋਣਾ ਨੇ ਕਿਹਾ, ਮੈਂ ਬਿਲਕੁਲ ਇਹਨਾਂ ਨਾਲ ਸਹਿਮਤ ਹੈਗਾ ਇਸ ਗੱਲ ਦੇ ਨਾਲ। ਪਰ ਮੈਂ ਇੱਕ ਗੱਲ ਹੋਰ ਵੀ ਨਾਲ ਕਰਨਾ ਚਾਹੁੰਦਾ। ਜੀ ਜੀ। ਦੇਖੋ, ਗੱਲ ਜਿਹੜਾ ਇਹ ਅੰਦੋਲਨ ਹੈਗਾ, ਦੇਖੋ ਜਿੱਦਾਂ ਇਹਨਾਂ ਨੇ ਪੁਲਿਸ ਦੀ ਗੱਲ ਕੀਤੀ ਹੈ, ਬਿਲਕੁਲ ਇਹ ਗੱਲ ਠੀਕ ਹੈਗੀ ਆ। ਦੂਜੀ ਗੱਲ ਇਹ ਹੈਗੀ ਆ, ਜਿਹੜਾ ਬੀਜੇਪੀ ਦਾ ਲੁਕਮਾ ਏਜੰਡਾ ਹੈਗਾ, ਮੇਨ ਜਿਹੜੀ ਗੱਲ ਮੈਂ ਸਮਝਦਾ ਹੈਗਾ, ਮੇਰੇ ਵਿਚਾਰ ਨੇ, ਉਹ ਏਜੰਡਾ ਜਿਹੜਾ ਪਿੱਛੇ ਇਹ ਹੈਗਾ, ਜਿਹੜਾ ਇਹਨਾਂ ਨੇ ਕਾਲਾ ਨਾਗ ਪਿੱਛੇ ਬੰਨਿਆ ਹੋਇਆ, ਬਈ ਇਹ ਕਿੱਲਾ ਜਿਹੜਾ ਜੋ ਮਰਜ਼ੀ ਹੋ ਜੇ ਅਸੀਂ ਮੰਨਣਾ ਨਹੀਂ। ਝੁਕੇ ਵੀ ਪਏ ਆ ਪਰ ਮੰਨਣਾ ਨਹੀਂ ਕਿ ਅਸੀਂ ਤੇ ਕੰਮ ਹਜ਼ਾਰਾਂ ਹੀ ਹੋਰ ਕਰਨੇ ਸੀ। ਅਸੀਂ ਤੇ ਬੜੇ ਸੋਚ ਕੇ ਚੱਲੇ ਸੀ, ਅਸੀਂ ਤੇ ਹਿੰਦੂ ਰਾਸ਼ਟਰ ਬਣਾਉਣ ਵਾਸਤੇ ਚੱਲੇ ਸੀ। ਇਹ ਕੀ ਅੱਜ ਹੀ, ਹਜੇ ਤਾਂ ਅਸੀਂ 370 ਧਾਰਾ ਹੀ ਤੋੜੀ ਆ, ਤੇ ਅਸੀਂ ਤੇ ਬਹੁਤ ਵੱਡੇ ਅੱਗੇ ਜਾਣਾ ਸੀ, ਅੱਜ ਹੀ ਹੋ ਗਈ। ਸੋ ਗੱਲ ਇਹ ਹੈਗੀ ਆ, ਬਿਲਕੁਲ ਇਹ ਗੱਲ ਜੋ ਕਿਸਾਨਾਂ ਦਾ ਅੰਦੋਲਨ ਹੈ, ਇਹ ਬਿਲਕੁਲ ਸਹੀ ਹੈਗਾ। ਇਹ ਜੋ ਕੁਛ ਅੱਜ ਕਹਿ ਰਹੇ ਨੇ ਬਿਲਕੁਲ ਠੀਕ ਹੈਗਾ। ਇਸ ਨੂੰ ਬਦਲਾ ਕੇ ਹੀ ਤੁਰਨਾ ਚਾਹੀਦਾ। ਕਹਿੰਦੇ ਸਭ ਕੁਝ ਬਦਲ ਦਿੰਦੇ ਆ, ਪਰ ਉਹ ਚੀਜ਼ ਜਿਹੜੀ ਅਸੀਂ ਟਰੇ ਨਹੀਂ ਸੁੱਟਣੀ, ਉਹ ਰੱਖਣੀ ਹੈ, ਗਨ ਰੱਖਣੀ ਹੈ, ਗੋਲੀਆਂ ਕੱਢ ਦਿੰਦੇ ਆ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਮਝਣ ਦੀ ਲੋੜ ਹੈਗੀ ਆ। ਇਹਨਾਂ ਫਿਰ ਜਿੰਨਾ ਸਿਹਰਾ ਜੇ ਨੁਕਸਾਨ ਹੋਇਆ ਤੇ ਸਾਰਾ ਸਾਡੇ ਉੱਪਰ ਹੀ ਜਾਏਗਾ, ਪੰਜਾਬ ਉੱਪਰ। ਵੀ ਇਹੀ ਤੁਰੇ ਸਨ, ਇਹ ਆਗੂ ਸਨ ਸਾਰੇ, ਭਾਵੇਂ ਅੱਜ ਸਾਰੇ ਕਿਸਾਨ ਭਾਰਤ ਦੇ ਚੱਲੇ ਹੋਏ ਨੇ, ਪਰ ਭਾਂਡਾ ਇਹਨਾਂ ਤੇ ਭੱਜੇਗਾ। ਮੈਂ ਕਹਿੰਦਾ ਸਿਹਰਾ ਇਹਨਾਂ ਤੇ ਆਉਣਾ ਚਾਹੀਦਾ, ਇਹ ਨਹੀਂ ਮੁੜਨਾ ਚਾਹੀਦਾ। ਜੋ ਮਰਜ਼ੀ ਏਦਾਂ ਦਾ ਕਦੇ ਅੰਦੋਲਨ ਜ਼ਿੰਦਗੀ ਵਿੱਚ ਨਾ ਦੇਖਿਆ ਵਾ, ਨਾ ਦੇਖਾਂਗੇ। ਸੋ ਮੈਂ ਕਹਾਂਗਾ ਤਕੜੇ ਹੋ ਕੇ ਰਹਿਣ ਤੇ ਇਹਨਾਂ ਦੀ ਜਿੱਤ ਹੋਵੇਗੀ, ਇੰਨਾ ਕਹਿਣਾ ਸੀ ਅਜੀਤ ਸਿੰਘ ਜੀ। ਥੈਂਕ ਯੂ ਸਰ ਸਾਹਿਬ। ਧੰਨਵਾਦ ਜੀ ਸੰਧੂ ਸਾਹਿਬ। ਸਰ ਗੁਰਮੁਖ ਸਿੰਘ ਜੀ, ਲਾਈਨ ਨੰਬਰ 2। ਹੈਲੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਗਿਲ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਗਿਲ ਸਾਹਿਬ, ਮੈਂ ਦੀਪ ਸਿੱਧੂ ਵਾਲੇ ਇਸ਼ੂ ਤੇ ਥੋੜੀ ਜਿਹੀ ਗੱਲ ਕਰਨੀ ਆ। ਕਰੋ ਜੀ। ਕਿਉਂਕਿ ਦੇਖੋ, ਜਿਹੜੀ ਆਪਾਂ ਦੀਪ ਸਿੱਧੂ ਤੁਸੀਂ ਵੀ ਸੁਣੀ, ਆਮ ਲੋਕਾਂ ਨੇ ਬਹੁਤ ਸੁਣੀ। ਜੇ ਉਹ ਆਪਾਂ ਆਮ ਤੌਰ ਤੇ ਗੱਲ ਸੁਣੀ, ਦੀਪ ਸਿੱਧੂ ਨੇ ਇੰਨਾ ਕਿਹਾ ਵੀ ਜੇ ਆਪਾਂ ਇਹਦੇ ਵਿੱਚੋਂ ਇਹਨਾਂ ਨੂੰ ਅਮੈਂਡਮੈਂਟ ਜੇ ਹੁੰਦੀ ਆ, ਆਪਾਂ ਕਾਫੀ ਤੱਕ ਇਹਨਾਂ ਨੂੰ ਮੰਨ ਲਓ ਪੰਜਾਬੀ 'ਚ ਕਹਿੰਦੇ ਹੁੰਦੇ ਵੀ ਖੱਸੀ ਕਰਕੇ ਇਹਨਾਂ ਨੂੰ ਮਾਰ ਕੇ, ਮੰਨ ਲਓ ਸਿਰ ਤੋਂ ਕਿ ਸਟੇਟ ਵੀ ਨਿਕਲਣਾ ਚਾਹੁੰਦੀ ਇਹਦੇ ਵਿੱਚੋਂ, ਤੇ ਉਹ ਜੇ ਆਪਾਂ ਕਰਕੇ ਆਪਾਂ ਇੱਕ ਜੇਤੂ ਦੇ ਤੌਰ ਤੇ ਬਿਨਾਂ ਨੁਕਸਾਨ ਕਰਾਏ ਚਲੇ ਜਾਈਏ, ਫਿਰ ਉਹ ਬੜਾ ਆ ਹਨਾ। ਪਰ ਉਹ ਆਮ ਮਟੀਰੀਅਲਿਸਟ ਬੰਦਾ ਜਦੋਂ ਸੋਚਦਾ, ਉਹ ਦੁਨਿਆਵੀ ਜਾਂ ਮੰਨ ਲਓ, ਉਹ ਬੜੀ ਗੱਲ ਠੀਕ ਵੀ ਲੱਗਦੀ ਆ। ਪਰ ਹੁਣ ਮੈਂ ਜਿਹੜੀ ਗੱਲ ਕਰਦਾ, ਉਹ ਜੇ ਸਿੱਖ ਨਜ਼ਰੀਏ ਤੋਂ ਦੇਖੋਗੇ, ਉਹ ਥੋੜੀ ਜਿਹੀ ਮੰਨ ਲਓ ਚੜ੍ਹਦੀ ਕਲਾ ਵਾਲੀ ਨਹੀਂ ਹੈਗੀ, ਜਿਹਨੂੰ ਮੰਨ ਲਓ ਢੈਂਦੀ ਕਲਾ ਤੋਂ ਥੋੜ੍ਹਾ ਅਲੱਗ ਕਰਕੇ ਦੇਖਦੇ ਆ। ਹੁਣ ਇਸ ਵਿਸ਼ੇ ਤੇ ਮੈਂ ਜਿਹੜੀ ਗੱਲ ਕਰਨਾ, ਮੈਂ ਖੁਦ ਦੀਪ ਸਿੱਧੂ ਨਾਲ ਇਸ ਵਿਸ਼ੇ ਤੇ ਗੱਲ ਵੀ ਕੀਤੀ ਆ, ਪਰ ਮੈਂ ਉਹਦਾ ਸਪਸ਼ਟੀਕਰਨ, ਮੰਨ ਲਓ ਕਿਸੇ ਦਾ ਸਹਿਮਤ ਜਾਂ ਸਹਿਮਤ ਹੋਣਾ ਅਲੱਗ ਗੱਲ ਆ। ਮੈਂ ਉਹ ਗੱਲ ਜਿਹੜੀ ਮੈਂ ਉਹਦੇ ਨਾਲ ਕਲੈਰਿਟੀ 'ਚ ਕੀਤੀ ਆ, ਮੈਂ ਉਹ ਦੱਸ ਰਿਹਾ। ਮੈਂ ਕਿਹਾ ਵੀ ਤੈਨੂੰ ਕਿਉਂ ਵੀ ਇੱਦਾਂ ਲੱਗਾ ਵੀ ਮੁੜ ਜਾਣਾ ਚਾਹੀਦਾ, ਵੀ ਕਲੈਸ਼ ਹੋ ਜਾਊਗਾ ਜਾਂ ਕਿੱਦਾਂ ਆ। ਤੇ ਮੈਂ ਕਿਹਾ ਵੀ ਸਾਰਾ ਤਾਂ ਉਹਨੇ ਮੈਨੂੰ ਦੱਸਿਆ, ਕਹਿੰਦਾ ਵੀ ਹੁਣ ਤਾਂ ਕਹਿੰਦਾ ਵੀ ਜਿਹੜੀਆਂ ਅਸੀਂ ਆਏ ਆ ਪੰਜਾਬ ਤੋਂ, ਇੱਥੇ ਆਏ ਆ, ਕਹਿੰਦਾ ਅਸੀਂ ਗੁਰੂ ਦਾ ਓਟ ਆਸਰਾ ਲੈ ਕੇ ਆਏ, ਸਾਨੂੰ ਖੁਦ ਨੂੰ ਨਹੀਂ ਪਤਾ ਸੀਗਾ ਵੀ ਅਸੀਂ ਪਹੁੰਚਣਾ। ਕਹਿੰਦਾ ਅਸੀਂ ਯੂਨੀਅਨਾਂ ਦੇ ਓਟ ਆਸਰੇ ਨਾਲ ਨਹੀਂ ਆਏ, ਕਹਿੰਦੇ ਇੱਥੇ ਅਸੀਂ ਆਏ ਆ, ਇੱਥੇ ਸਾਡੇ ਕਹਿੰਦਾ ਹੁਣ ਤੱਕ ਸਾਨੂੰ ਕੁਐਸਚਨ ਹੁੰਦੇ ਰਹੇ ਆ ਵੀ ਸਿੱਖ ਖਾਲਸਾ ਰਾਜ ਕਿੱਦਾਂ ਦਾ ਹੁੰਦਾ, ਖਾਲਿਸਤਾਨ ਕਿੱਦਾਂ ਦਾ ਹੁੰਦਾ, ਕੀ ਹੁੰਦਾ। ਉਹ ਕਹਿੰਦਾ ਸਾਰੇ ਮੰਨ ਲਓ ਸਟੇਟ ਨੇ ਜਿੰਨਾ ਚਿਰ ਸਿੱਖਾਂ ਨੂੰ ਬਦਨਾਮ ਕੀਤਾ ਸੀਗਾ, ਉਹ ਸਾਰੇ ਧੋਣੇ ਧੋਤੇ ਗਏ। ਇੱਥੇ ਮੰਨ ਲਓ ਲੰਗਰ ਚੱਲਦੇ, ਗੁਰੂ ਦੇ ਵੰਡ ਕੇ ਛਕਦੇ, ਜਿਹਨਾਂ ਲੋਕਾਂ ਨੇ ਉੱਥੇ ਕਦੇ ਉੱਦਾਂ ਦੀਆਂ ਚੀਜ਼ਾਂ ਵੀ ਨਹੀਂ ਦੇਖੀਆਂ, ਉਹ ਵੀ ਛਕਦੇ ਆ। ਕਹਿਣ ਤੋਂ ਭਾਵ ਯੂਨੀਅਨਾਂ ਜਾਂ ਲੈਫਟ ਦੇ ਇਹਨਾਂ ਦੇ ਇਤਿਹਾਸ ਵਿੱਚ ਇੱਦਾਂ ਦੀਆਂ ਚੀਜ਼ਾਂ ਹੈ ਨਹੀਂ ਪਈ। ਇਹਨਾਂ ਨੇ ਕਦੇ ਦੂਜਿਆਂ ਨਾਲ ਰਲ ਕੇ ਜਾਂ ਧਰਨਿਆਂ ਦੇ ਉੱਤੇ ਰਲ ਕੇ ਸਾਰਾ ਕੁਝ ਵੰਡ ਕੇ ਛਕਣ ਦਾ ਕੋਈ ਕੌਨਸੈਪਟ ਹੋਵੇ। ਹੁਣ ਉਹਦੇ ਵਿੱਚੋਂ ਇਹ ਹੋ ਰਿਹਾ ਵੀ ਜਿਹੜੀ ਉਹਦੇ ਵਿੱਚੋਂ ਸਿਆਸਤ ਕਹਿੰਦਾ ਨਿਕਲ ਰਹੀ ਆ, ਵੀ ਜੇ ਮੰਨ ਲਓ ਕੰਧਾਂ ਤੇ ਸਲੋਗਨ ਲਿਖੇ ਜਾ ਰਹੇ ਆ, ਜਾਂ ਜਿਹੜਾ ਲੈਫਟ ਤੇ ਸੈਕੂਲਰ ਦਾ ਜਿਹੜਾ ਇੱਕ ਇੰਡੀਆ ਆ, ਜਿਹੜਾ ਬੀਜੇਪੀ ਤੋਂ ਪਹਿਲਾਂ ਦਾ ਆ, ਜਿਹਨੇ ਸਾਨੂੰ ਵੀ ਰੱਜ ਕੇ ਬਦਨਾਮ ਕੀਤਾ ਆ, ਉਹਦੇ ਵਿੱਚੋਂ ਜਿੱਦਾਂ ਗਦਰੀ ਬਾਬਿਆਂ ਨੂੰ ਜਾਂ ਸਾਡੇ ਉਹ
ਭਗਤ ਸਰਾਭੇ ਹੋਣੀ ਰੱਖ ਲਓ, ਜਿਹਨੇ ਵੀ ਰੱਖ ਲਓ, ਉਹਨਾਂ ਨੂੰ ਇਹਨਾਂ ਨੇ ਉਹਨਾਂ ਦੀਆਂ ਸ਼ਹੀਦੀਆਂ ਨੂੰ ਕਿਹੜੇ ਖਾਤੇ 'ਚ ਪਾਇਆ? ਤੇ ਇਹ ਜਿਹੜੀ ਕਲੈਸ਼ ਕਰਾ ਕੇ ਸਟੇਟ ਦੇ ਨਾਲ, ਉਹਦੇ ਵਿੱਚੋਂ ਇਹਨਾਂ ਨੇ ਆਪਣੀ ਇੱਕ ਸਿਆਸਤ ਘੜਨੀ ਆ ਵੀ ਦੇਖੋ ਅਸੀਂ ਮੰਨ ਲਓ, ਕਿਉਂਕਿ ਉੱਥੇ ਵੀ ਹੁਣ ਤੁਸੀਂ ਦੇਖਿਆ ਗਰਾਹਾਂ ਵਾਲੇ ਨੇ ਕੀ ਕੀਤਾ ਵੀ ਹੁਣ ਉਹ ਇੰਡੀਅਨ ਸਟੇਟ ਦਾ ਜਿਹੜਾ ਜਿੰਨਾ ਮੀਡੀਆ ਹੈ ਉਹਨੂੰ ਕਿੱਦਾਂ ਪੇਸ਼ ਕਰ ਰਿਹਾ ਤੇ ਇਹ ਤਾਂ ਜੀ ਅਲਗਾਵਵਾਦੀ ਹੈ, ਇਹ ਤਾਂ ਆਰਬਨ ਨੈਕਸਲ ਹੈ ਜਾਂ ਕਿੱਦਾਂ। ਉਹ ਕਹਿਣ ਤੋਂ ਭਾਵੇਂ ਉਹਨੇ ਉਹ ਸਾਰੀ ਗੱਲ ਦੇ ਸੰਦਰਭ 'ਚ ਗੱਲ ਕਹੀ ਸੀ, ਕਹਿੰਦਾ ਵੀ ਜੇ ਸਾਨੂੰ ਸ਼ਹਾਦਤ ਦੇਣ ਤੋਂ ਨਹੀਂ ਡਰ ਲੱਗਦਾ, ਪਰ ਸਾਡੀ ਗੁਰੂ ਦੇ ਨਾਮ ਤੇ ਹੋਵੇ ਸ਼ਹਾਦਤ, ਸਰਬੱਤ ਦੇ ਭਲੇ ਦੇ ਨਾਮ ਤੇ ਹੋਵੇ, ਵੀ ਨਾ ਕਿ ਅਸੀਂ ਇਹਨਾਂ ਦੇ ਮੰਨ ਲਓ ਜਿੱਦਾਂ ਸਾਡੀਆਂ ਸ਼ਹਾਦਤਾਂ ਨੂੰ ਭਾਰਤ ਮਾਤਾ ਦੇ ਖਾਤੇ 'ਚ ਪਾ ਦਿੱਤਾ ਗਿਆ ਵੀ ਇਹ ਚੁੱਕ ਕੇ ਬਾਅਦ 'ਚ ਉੱਧਰ ਪਾ ਦੇਣ। ਤੇ ਉਸ ਸੰਦਰਭ 'ਚ ਗਈ, ਪਰ ਮੈਂ ਵੀ ਉਹੀ ਗੱਲ ਕਹੀ, ਮੈਂ ਕਿਹਾ ਜਿੱਦਾਂ ਵੀ ਕਹੀ ਆ ਪਰ ਇਹ ਸਿੱਖ ਨਜ਼ਰੀਏ ਤੋਂ ਨਹੀਂ ਗੱਲ ਇੰਨੀ ਕਹਿਣੀ ਬਣਦੀ, ਤੇ ਉਹਨੇ ਮੇਰੇ ਖਿਆਲ ਨਾਲ ਵੱਡੇ ਦਿਲ ਨਾਲ ਵਾਪਸੀ ਲਈ ਆ। ਤੇ ਮੈਂ ਤਾਂ ਕਿਉਂਕਿ ਮੈਨੂੰ ਇਦਾਂ ਨਹੀਂ ਲੱਗਦਾ ਵੀ ਮੈਂ, ਕਿਉਂਕਿ ਇਹਨਾਂ ਦਾ ਇਤਿਹਾਸ ਵੀ ਇੱਕ ਲੈਟਰ ਦਾ ਸੰਸਾਰ ਦੇ ਵਿੱਚ ਆ ਵੀ ਇਹਨਾਂ ਦੀ ਜਿੱਦਾਂ ਵੀ ਸਿਆਸਤ ਆ, ਇਹਨਾਂ ਦੇ ਜਿੱਥੇ ਵੀ ਦੇਸ਼ ਆ, ਉਹ ਦੇਖ ਲਓ ਕੋਈ ਸਰਬੱਤ ਦੇ ਭਲੇ ਵਾਲੀ ਸਿਆਸਤ ਨਹੀਂ ਹੈਗੀ, ਉਹ ਇਹਨਾਂ ਦੇ ਪਰਸਨਲ ਮਟੀਰੀਅਲਿਸਟ ਸਿਆਸਤ ਹੈ, ਜਿਹਦੇ ਦੂਜਿਆਂ ਦੀ ਐਗਜ਼ਿਸਟੈਂਸ ਹੈ ਨਹੀਂ, ਇਮੋਸ਼ਨ ਦੀ, ਦੂਜਿਆਂ ਦੇ ਧਰਮ ਦੀ ਜਾਂ ਕਿੱਦਾਂ। ਮੈਂ ਤਾਂ ਉਸ ਗੱਲ ਕੀਤੀ ਵੀ ਹੋ ਸਕਦਾ ਕੋਈ ਇਹਦੇ ਨਾਲ ਨਾ ਸਹਿਮਤ ਹੋਵੇ, ਪਰ ਜਿਹੜੀ ਰਿਐਲਿਟੀ ਹੈ ਇਹ ਆ ਵੀ ਚੰਗੀ ਗੱਲ ਇਹ ਹੋਈ ਆ, ਇਸ ਤੋਂ ਬਾਅਦ ਉਹਨੇ ਆਪਣੀ ਮਾਫੀ ਵੀ ਮੰਗੀ ਆ। ਇਹ ਇਸ ਗੱਲ ਤੋਂ ਵੀ ਨਾਲੇ ਕੋਈ ਐਡੀ ਵੱਡੀ ਗੱਲ ਨਹੀਂ ਲੱਗਦੀ ਆਮ ਲੋਕਾਂ ਨੂੰ। ਇਹਦੇ ਨਾਲ ਲੱਖੇ ਨੇ ਵੀ ਉਹਦੇ ਨਾਲ ਬੈਠ ਕੇ ਗੱਲਬਾਤ ਕੀਤੀ, ਦੋਈ ਵੀ ਇਕੱਠੇ ਹੋਏ, ਉਹ ਕਹਿੰਦੇ ਵੀ ਨਹੀਂ ਅਸੀਂ ਇਹਨੂੰ ਸੰਘਰਸ਼ ਨੂੰ ਚੜ੍ਹਦੀ ਕਲਾ ਨਾਲ ਹੀ ਦੇਖਾਂਗੇ, ਵੀ ਮੈਂ ਇਹ ਗੱਲ ਆਪਣੀ ਵਾਪਸ ਲੈ। ਗੁਰਮੁਖ ਸਿੰਘ ਜੀ, ਇੱਕ ਇਹਦੇ ਤੇ ਹੋਰ ਗੱਲਬਾਤ ਮੈਂ ਤੁਹਾਡੇ ਨਾਲ ਕਰਨੀ ਚਾਹੁੰਦਾ, ਕਿਉਂਕਿ ਉਹਦਾ ਇੱਧਰਲਾ ਕੋਈ ਜੇ ਉਹਦੀ ਜ਼ਿੰਦਗੀ ਦੇਖਦੇ ਹੋ, ਵਕੀਲ, ਬੰਬਈਆ ਲਾਈਫ ਤੇ ਫਿਲਮਾਂ, ਤੇ ਕਿਤੇ ਨਾ ਕਿਤੇ ਮੁਕਤਸਰ ਦੀ ਧਰਤੀ ਜਾਂ ਪੰਜਾਬ ਦੀ ਧਰਤੀ ਦਾ ਜਿਹੜੀ ਚਸਕ ਉਹਦੇ ਵਿੱਚ ਸੀ ਤੇ ਉਹ ਨਿਕਲ ਕੇ ਆ ਗਿਆ। ਆਮ ਜਦ ਉਹਦੀਆਂ ਗੱਲਾਂ ਬਾਤਾਂ ਸ਼ੁਰੂ ਹੋਈਆਂ, ਘਰੇ ਬੈਠ ਕੇ ਦੀ ਆਪਣੀ ਬੰਬੇ ਵਾਲੀ ਅਪਾਰਟਮੈਂਟ 'ਚੋਂ ਗੱਲਬਾਤ ਕਰਦਾ ਸੀ, ਲੋਕਾਂ ਨੂੰ ਲੱਗਦਾ ਸੀ ਵੀ ਕੁਛ ਨਾ ਕੁਛ ਹੋ ਰਿਹਾ। ਇਹ ਕਿਸੇ ਨੂੰ ਵੀ ਤਵੱਕੋ ਨਹੀਂ ਸੀ ਜਿੱਥੇ ਲੈਵਲ ਤੇ ਖੜਿਆ। ਅਜੇਪਾਲ ਸਿੰਘ ਬਰਾੜ ਹੋਣੀ ਉੱਥੇ ਬੈਠੇ ਹਰ ਚੀਜ਼ ਨੇੜਿਓਂ ਵੇਖਦੇ ਨੇ। ਉਹ ਕਹਿੰਦੇ ਤਾਂ ਸੀ ਬਈ ਇਹ ਸਾਊਥ ਈਸਟ ਏਸ਼ੀਆ ਦੇ ਵਿੱਚ ਸਰਕਾਰੇ ਖਾਲਸਾ ਸਿੱਖਾਂ ਨੇ ਇੱਕ ਖਾਸ ਜਗ੍ਹਾ ਹੈ, ਤੇ ਮਨਤੀਰ ਸਿੰਘ ਉਹਨਾਂ ਦਾ ਲੋਕਾਂ ਨੇ ਮਖੌਲ ਉਡਾਇਆ ਤੇ ਬਹੁਤ ਜ਼ਿਆਦਾ। ਉਹ ਕਹਿੰਦੇ ਤੂੰ ਸਿੱਖਾਂ ਦਾ ਤਾਂ ਪਹਿਲਾਂ ਹਾਲ ਵੇਖ ਲੈ, ਸਿੱਖ ਮਰਨ ਨੂੰ ਫਿਰਦੇ ਨੇ। ਇਹ ਜਿਹੜਾ ਸਾਰਾ ਵਰਤਾਰਾ ਇਹਨੂੰ ਤੁਸੀਂ, ਕਿਉਂਕਿ ਤੁਸੀਂ ਚਿੰਤਕ ਦੇ ਤੌਰ ਤੇ ਪਕੜ ਰੱਖਦੇ ਹੋ, ਪੜ੍ਹਦੇ ਹੋ, ਇਸ ਨੂੰ ਤੁਸੀਂ ਕਿਵੇਂ ਲੈਂਦੇ ਹੋ? ਤੇ ਇਹ ਕਹਿੰਦੇ ਨੇ ਨਾ ਐਂਡ ਜਿਹੜਾ ਪ੍ਰੋਡਕਟ ਹੈ, ਐਂਡ ਪ੍ਰੋਡਕਟ ਜਿਹੜਾ ਉਹ ਹੋ ਜਾਏਗਾ ਇਹਦੇ 'ਚੋਂ। ਹਰ ਧਰਤੀ ਦੀ, ਹਰ ਖਿੱਤੇ ਦੀ ਇੱਕ ਆਪਣੀ ਸਿਆਸਤ ਹੁੰਦੀ ਆ, ਇੱਕ ਸੰਸਾਰ ਦੀ ਸਿਆਸਤ ਚੱਲ ਰਹੀ ਹੈ। ਅੱਜ ਆਪਾਂ ਨੂੰ ਇਹ ਜਾ ਭੁੱਲਣਾ ਨਹੀਂ ਚਾਹੀਦਾ, ਭਾਵੇਂ ਅੰਬਾਨੀ ਅਡਾਨੀਆਂ ਰਾਹੀਂ ਹੋ ਰਿਹਾ, ਭਾਵੇਂ ਬੀਜੇਪੀ ਰਾਹੀਂ ਹੋਇਆ, ਭਾਵੇਂ ਪਹਿਲਾਂ ਮਨਮੋਹਨ ਸਿੰਘ ਕਾਂਗਰਸ ਸਰਕਾਰ ਰਾਹੀਂ ਹੁੰਦਾ ਹੈਗਾ, ਇਹ ਸਾਰਾ ਜਿਆਦਾ ਸੰਸਾਰ ਮੰਡੀ ਬਣਿਆ ਪਿਆ। ਇਹ ਸਾਰੀ ਵੈਸਟ ਦੀ ਸਿਆਸਤ ਹੀ ਚੱਲ ਰਹੀ ਹੈ, ਮਟੀਰੀਅਲਿਸਟ ਸਾਰੀ ਦੁਨੀਆ ਦੇ ਉੱਤੇ। ਬੇਸ਼ੱਕ ਉਹ ਚਾਈਨਾ 'ਚ ਚੱਲਦੀ ਹੈ, ਉਹ ਕੌਨਸੈਪਟ ਵੈਸਟ ਦਾ ਹੀ ਉੱਥੇ ਵੀ ਗਿਆ ਆ, ਇਹ ਉਹਦੇ ਵਿੱਚੋਂ ਇਹ ਚੀਜ਼ਾਂ ਨਿਕਲਣੀਆਂ। ਪਰ ਹੁਣ ਜਿਹੜੀ ਉਹ ਜਿਓ ਪੋਲਿਟਿਕਸ ਦੀ ਗੱਲ ਇਹ ਕਰਦੇ ਆ ਆਪਣੇ ਅਜੇਪਾਲ ਹੁਣੀ ਵਾਰ-ਵਾਰ ਜਾਂ ਹੋ ਰਿਹਾ, ਪਰ ਇੱਕ ਖਿੱਤਿਆਂ ਦੀ ਸਿਆਸਤ ਹੁੰਦੀ, ਜਿੱਦਾਂ ਹੁਣ ਇੱਕ ਅਫਗਾਨਿਸਤਾਨ ਦਾ, ਉਹਨਾਂ ਦਾ ਤਾਲਿਬਾਨਾਂ ਦਾ ਕਿੰਨਾ ਉਹਨੂੰ ਬਦਨਾਮ, ਉਹਨਾਂ ਦਾ ਖਿੱਤਾ ਆਪਣਾ ਸਿਆਸਤ ਦਾ, ਸਾਡਾ ਆਪਣਾ ਖਿੱਤਾ ਆ। ਜਿਹੜੀ ਸਾਡੇ ਖਿੱਤੇ ਦੀ ਸਿਆਸਤ ਆ, ਜਦੋਂ ਸੰਸਾਰ ਦੇ ਵਿੱਚ ਵੱਡੇ ਢਾਂਚੇ ਬਦਲਨੇ ਆ, ਸਾਡੇ ਖਿੱਤੇ ਦੀ ਸਿਆਸਤ ਨੇ ਉਹ ਰੰਗ ਦਿਖਾ ਲੈਣਾ ਆ। ਅਸੀਂ ਜਿੰਨਾ ਮਰਜ਼ੀ ਦੂਜੀਆਂ ਧਰਤੀਆਂ ਦੇ ਸੱਭਿਆਚਾਰ ਚੱਕ ਕੇ ਰੰਗਣ ਦੀ ਕੋਸ਼ਿਸ਼ ਕਰੀਏ, ਕਦੇ ਮੰਨ ਲਓ ਸੈਕੂਲਰ ਬਣੀਏ, ਕਦੇ ਲਿਬਰਲ ਬਣੀਏ, ਤੇ ਕਦੇ ਲੈਫਟ ਵਾਲੇ ਬਣੀਏ, ਇਹ ਚੀਜ਼ਾਂ ਇਹ ਫੈਸ਼ਨ ਵਰਗੀਆਂ ਹੁੰਦੀਆਂ। ਇਹ ਥੋੜਾ ਚਿਰ ਤਾਂ ਮੰਨ ਲਓ ਸਾਡੇ ਤੇ ਵੀ ਚੜੀਆਂ, ਦੀਪ ਸਿੱਧੂ ਤੇ ਵੀ ਚੜੀਆਂ, ਤੁਹਾਡੇ ਤੇ ਵੀ ਚੜੀਆਂ, ਸਾਰਿਆਂ ਦੇ ਚੜੀਆਂ, ਪਰ ਇਹ ਉੱਤਰ ਜਾਂਦੀਆਂ ਹੁੰਦੀਆਂ ਜਦੋਂ ਤੁਹਾਡੀਆਂ ਖੂਨ ਦੀਆਂ ਜਿਹੜੀਆਂ ਰਗਾਂ ਦੇ ਵਿੱਚ, ਰੂਹ ਦੇ ਵਿੱਚ ਜਿਹੜੀ ਤੁਹਾਡੀ, ਜਦੋਂ ਤੁਸੀਂ ਇੱਕ ਅਵਚੇਤਨ ਸਬਕੌਂਸ਼ੀਅਸ ਮਾਈਂਡ ਨਾਲ ਜੁੜ ਜਾਂਦੇ ਕਿਤੇ ਨਾ ਕਿਤੇ, ਹੈ ਨਾ, ਫਿਰ ਉਹ ਗੱਲਾਂ ਇਹ ਜਿਹੜੀਆਂ ਓਪਰੀਆਂ ਜਾਂ ਪਹਿਰਾਵਿਆਂ ਵਾਲੀਆਂ ਮੰਨ ਲਓ ਲੈ ਜਾਂਦੀਆਂ ਤੁਹਾਡੇ ਮਨਾਂ ਤੋਂ। ਤੇ ਇਹ ਗੱਲ ਨੂੰ ਮਨਤੀਰ ਸਿੰਘ ਹੋਣੀ ਚੰਗੀ ਤਰ੍ਹਾਂ ਜਾਣਦੇ ਆ। ਇਹ ਗੱਲ ਨੂੰ ਸਾਡੇ ਪੰਜਾਬ ਦੇ ਵਿੱਚ ਜਿਹੜਾ ਮਟੀਰੀਅਲਿਸਟ ਯੂਨੀਵਰਸਿਟੀ ਕਲਚਰ ਚੋਂ ਬਾਹਰ ਨਿਕਲਿਆ ਮਨੁੱਖ ਆ, ਉਹਨੂੰ ਵੀ ਇਹ ਸਮਝ ਲੈਣੀ ਚੰਗੀ ਚਾਹੀਦੀ ਆ, ਖਾਸ ਕਰਕੇ ਲੈਫਟ ਵਾਲਿਆਂ ਨੂੰ। ਤੇ ਤੁਸੀਂ ਇਸ ਚੀਜ਼ ਨੂੰ ਸਮਝੋ ਵੀ ਇਹ ਜਿਹੜਾ ਕੌਨਸੈਪਟ ਆ ਸਰਬੱਤ ਦੇ ਯੂਨੀਵਰਸਲ ਮੰਨ ਲਓ ਭਲੇ ਵਾਲਾ ਆ, ਇਹ ਕੇਵਲ ਸਾਡੇ ਖਿੱਤੇ ਕੋਲ ਹੀ ਆ, ਬਾਕੀ ਸਾਰੇ ਦੁਨੀਆ ਦੇ ਕੋਲ ਕਿਉਂਕਿ ਜਦੋਂ ਵੈਸਟ ਨੇ ਆਪਣਾ ਢਾਂਚਾ ਸਿਰਜਿਆ, ਇਹਨਾਂ ਕੋਲ ਇੱਕ ਇਕੱਲੀ ਪ੍ਰੈਕਟਿਸ ਕ੍ਰਿਸਚੈਨਿਟੀ ਦੀ ਸੀਗੀ, ਇਹਨਾਂ ਕੋਲ ਦੂਜੀਆਂ ਪ੍ਰੈਕਟਿਸਾਂ ਨਹੀਂ ਸੀਗੀਆਂ। ਇਹਨਾਂ ਨੇ ਫਿਰ ਜੇ ਮਾਰਕਸਵਾਦ ਨੇ ਕੁਝ ਲਿਖਿਆ, ਉਹਨੇ ਇਹਨੂੰ ਮੂਹਰੇ ਰੱਖ ਕੇ ਹੀ ਲਿਖਣਾ ਆ। ਤੇ ਅੱਜ ਸਾਡੇ ਕੋਲ ਦੁਨੀਆ ਦੇ ਕੋਲ ਜੇ ਇਹ ਚੀਜ਼ਾਂ ਸਾਡੇ ਖਾਲਸਾ ਏਡਾਰਗਾ ਜਾਂ ਹੋਰ ਚੀਜ਼ਾਂ, ਉਹਨਾਂ ਦੀ ਜਦੋਂ ਉਹ ਇੰਟਰਪ੍ਰੀਟੇਸ਼ਨ ਕਰਦੇ ਆ, ਉਹਨਾਂ ਕੋਲ ਉਦਾਹਰਨਾਂ ਨਹੀਂ ਲੱਭਦੀਆਂ। ਉਹਨਾਂ ਦੀਆਂ ਜੇ ਰੈੱਡ ਕਰਾਸ ਦੀ ਆ, ਉਹ ਵੀ ਕਾਰਪੋਰੇਟ ਦਾ ਹੀ ਹਿੱਸਾ ਆ, ਉਹ ਜਾ ਕੇ ਮਨੁੱਖੀ ਅਧਿਕਾਰਾਂ ਲਈ ਨਹੀਂ ਲੜ ਸਕਦੀਆਂ, ਉਹ ਸਿਰਫ ਤੁਹਾਡੇ ਤੋਂ ਫੰਡ ਇਕੱਠੇ ਕਰਕੇ ਉਹਨਾਂ ਕੰਪਨੀਆਂ ਲਈ ਹੀ ਰਾਹ ਬਣਾਉਂਦੀਆਂ ਆ। ਤੇ ਇਹ ਮੇਰੇ ਖਿਆਲ ਨਾਲ ਕਾਫੀ ਵੱਡਾ ਵਿਸ਼ਾ ਆ, ਤੁਸੀਂ ਜਾਣਦੇ ਨੇ। ਮੈਨੂੰ ਲੱਗਦਾ ਵੀ ਇਹਦੇ ਵਿੱਚ ਸਾਨੂੰ ਸਮਝਣਾ ਚਾਹੀਦਾ ਵੀ ਅਸੀਂ ਉਹ ਇਕੱਲੇ ਖਿੱਤੇ ਨੂੰ ਨਹੀਂ, ਸੰਸਾਰ ਦਾ ਅਸੀਂ ਕਿੱਦਾਂ ਰੂਪ ਬਦਲ ਸਕਦੇ ਹਾਂ, ਜਿਹੜਾ ਅਸੀਂ
ਮੰਨ ਲਓ ਸਰਬੱਤ ਦੇ ਭਲੇ ਦਾ ਕਰਦੇ ਆ ਗੱਲ, ਅਸੀਂ ਉਹ ਮੋਰਚੇ ਰਾਹੀਂ ਆ ਜਿਹੜਾ ਹੁਣ ਉੱਥੇ ਲੱਗਾ ਆ ਉਹਦੇ ਰਾਹੀਂ ਸਾਨੂੰ ਸਮਝਣ ਦੀ ਲੋੜ ਹੈ। ਉਹ ਜੀਓ ਪੋਲਿਟਿਕਸ ਰਾਹੀਂ ਜਿਹੜੇ ਮੋਰਚੇ ਨੇ ਜੋ ਤਬਦੀਲ ਕੀਤਾ ਉੱਥੇ ਹਰਿਆਣੇ ਤੇ ਪੰਜਾਬ ਨੂੰ ਇਕੱਠਾ ਕੀਤਾ, ਜਾਂ ਹੁਣ ਹਿੰਦੂ ਤੇ ਮੁਸਲਮਾਨ ਤਾਂ ਪਹਿਲਾਂ ਵੀ ਉੱਥੇ ਅੱਜ ਰਲ ਕੇ ਉੱਥੇ ਸਾਡੇ ਨਾਲ ਚੱਲ ਰਹੇ ਆ, ਪਰ ਜਦੋਂ ਇਕੱਲੇ ਤੌਰ ਤੇ ਆ ਤਾਂ ਉਹ ਐਡਾ ਕੁਝ ਕ੍ਰੀਏਟ ਨਹੀਂ ਕਰ ਸਕਦੇ। ਉਹ ਉਹਨਾਂ ਨੂੰ ਸਟੇਟ ਕਿੱਦਾਂ ਡੀਲ ਕਰਦੀ ਤੇ ਸਾਡੇ ਨਾਲ ਅੱਜ ਕਿੱਦਾਂ ਡੀਲ ਕਰਦੀ ਹੈ। ਜੀ ਸਾਡੇ ਨਾਲ ਇੱਦਾਂ ਕਰਨੀ, ਇੱਕ ਸਾਡਾ ਇਤਿਹਾਸ ਆ, ਸਾਡਾ ਪਿਛਲਾ ਆ ਤੇ ਸਾਡਾ ਵਰਤਮਾਨ ਜਿਹੜਾ ਸੰਤਾਂ ਤੋਂ ਬਾਅਦ ਜਿਹੜਾ ਸੰਘਰਸ਼ ਲੜਿਆ ਗਿਆ, ਤੇ ਇੱਕ ਸਾਡਾ ਜਿਹੜਾ ਡਾਇਸਪੋਰਾ ਸਾਰੇ ਸੰਸਾਰ 'ਚ ਬੈਠਾ ਆ ਉਹ ਉਹਨਾਂ ਦੇ ਮਗਰ ਵੱਡੇ ਤੌਰ ਤੇ ਖੜ ਗਿਆ ਆ। ਇਹ ਸਾਰੀਆਂ ਚੀਜ਼ਾਂ ਨੂੰ ਮੇਰੇ ਖਿਆਲ ਨਾਲ ਜੇ ਮੈਂ ਕਲੀਅਰ ਕਰਨ ਜੋਗਾ ਹੋਇਆ ਤਾਂ ਇੰਨਾ ਗਿਆ। ਮੈਨੂੰ ਲੱਗਦਾ ਵੀ ਸਾਨੂੰ ਸਾਡੇ ਜੜ੍ਹਾਂ ਦੇ ਨਾਲ ਸੰਸਾਰ ਦੀ ਵੀ ਰਾਜਨੀਤੀ ਸਮਝਣੀ ਪੈਣੀ, ਸਾਡੀ ਸਿੱਖ ਸਿਆਸਤ ਵੀ ਸਮਝਣੀ ਪੈਣੀ ਆ, ਤੇ ਫਿਰ ਮੇਰੇ ਖਿਆਲ ਨਾਲ ਇਹ ਚੀਜ਼ਾਂ ਸਮਝ ਆਉਣੀਆਂ। ਧੰਨਵਾਦ ਜੀ, ਧੰਨਵਾਦ ਬਹੁਤ ਬਹੁਤ। ਇਸ ਦੁਨੀਆ ਤੋਂ ਅਲੱਗ ਦੀ ਦੁਨੀਆ, ਇਸ ਤੇ ਬਹੁਤ ਗੱਲਾਂ ਚੱਲੀਆਂ। ਜਦ ਪਾਇਲਟ ਐਵੀਏਟਰਸ ਜਿਹੜੇ ਨੇ ਉਹ ਦੱਸਦੇ ਨੇ ਕਿ UFO ਵੇਖੀ, ਫੋਟੋ ਵੇਖੀ, ਤੇ ਕਿਤੇ ਕਿਤੇ ਦੁਨੀਆ ਦੇ ਵਿੱਚ ਮੋਨੋਲਿਥਸ ਜਿਹੜੇ ਨੇ ਸਟਰਕਚਰ ਖੜੇ ਸਡਨ ਦਿਖਦੇ ਨੇ 5-4 ਫੁੱਟ ਦੇ, 5-4 ਦਿਨ ਬਾਅਦ ਡਿਸਅਪੀਅਰ ਹੋ ਜਾਂਦੇ। ਲੋਕ ਜਾਨੂੰ ਦੇਖਦੇ ਆ ਕੀ ਹੈ ਕੀ ਹੈ ਕੀ ਹੈ, ਤੇ ਉਹ ਖਤਮ। ਹੁਣ ਇੱਕ ਵੱਡੀ ਜਿਹੜੀ ਗੱਲ ਪਿਛਲੇ ਦਿਨੀ ਹੋਈ, ਇੱਕ ਪ੍ਰੋਫੈਸਰ ਰਿਟਾਇਰਡ ਜਨਰਲ ਇਜ਼ਰਾਈਲ ਦਾ, ਜਿਹੜੇ ਜਿਨ੍ਹਾਂ ਦਾ ਨਾਂ ਹੇਮ ਇਸ਼ੈਡ ਹੈ, ਜਿਹੜੇ ਹੈੱਡ ਨੇ, ਫਾਰਮਰ ਹੈੱਡ ਨੇ ਇਜ਼ਰਾਈਲ ਦੀ ਡਿਫੈਂਸ ਮਿਨਿਸਟਰੀ ਦੇ ਸਪੇਸ ਡਾਇਰੈਕਟੋਰੇਟ ਦੇ, ਉਹਨਾਂ ਨੇ ਪਿਛਲੇ ਦਿਨੀ ਇੰਟਰਵਿਊ ਦਿੱਤੀ ਹੈ। ਉਹ ਕਹਿੰਦੇ ਸਟੇਜ ਇੱਕ ਆ ਗਈ ਜਿੱਦਣ ਅਸੀਂ ਅੰਡਰਸਟੈਂਡ ਕਰਾਂਗੇ ਸਪੇਸ ਕੀ ਹੈ ਤੇ ਸਪੇਸਸ਼ਿਪ ਕੀ ਨੇ। ਇਜ਼ਰਾਈਲ ਦੀ ਉਹ ਸਪੇਸ ਸਿਕਿਉਰਿਟੀ ਦੇ ਚੀਫ ਰਹੇ ਨੇ, ਮਾੜੇ ਮੋਟੀ ਕਹਾਣੀ ਨਹੀਂ ਹੈ। ਤੇ ਉਹਨਾਂ ਨੇ ਜਿਹੜੀ ਐਕਸਟਰਾ ਟੈਰੈਸਟਰੀਅਲ ਇੱਕ ਜਗ੍ਹਾ, ਇੱਕ ਜਿਹੜੀ ਜ਼ਿੰਦਗੀ ਆਪਾਂ ਤੋਂ ਪਰਾਂ, ਆਪਣੀ ਇਸ ਧਰਤੀ ਤੋਂ ਪਰਾਂ ਬਾਹਰਲੀ ਧਰਤੀ, ਸਾਡੇ ਸੌਰ ਮੰਡਲ ਤੋਂ ਬਾਹਰਲੀ ਵੀ ਗੱਲ ਚੱਲਦੀ ਹੈ, ਕਿਉਂਕਿ ਬਿਗ ਬੈਂਗ ਤੋਂ ਬਾਅਦ ਜਿਹੜੀਆਂ ਗਲੈਕਸੀਆਂ ਬਣੀਆਂ, ਜਿਹੜੀ ਸਾਡੀ ਗਲੈਕਸੀ ਹੈ ਉਹਦੇ ਵਿੱਚ ਹੁਣ 100 ਬਿਲੀਅਨ ਸਟਾਰਸ ਕਹਿਣ ਲੱਗ ਗਏ, 100 ਅਰਬ ਸਟਾਰ, ਤੇ ਪ੍ਰਕਾਸ਼ ਕਰੋੜਾਂ ਹੀ ਪ੍ਰਕਾਸ਼ ਸਾਲ ਲੱਗਣਗੇ ਇੱਕ ਹਿੱਸੇ ਤੋਂ ਇੱਕ ਹਿੱਸੇ 'ਚ ਜਾਣ ਨੂੰ। ਇੱਕ ਖੂੰਜੇ ਦੇ ਵਿੱਚ ਜਾਂ ਰਾਤ ਅੱਧ ਦੇ ਵਿੱਚ ਅਸੀਂ ਟਿਕੇ ਹੋਏ ਹਾਂ, ਸਾਡਾ ਸੌਰ ਮੰਡਲ। ਹੁਣ ਰਿਟਾਇਰਡ ਜਨਰਲ ਆ, ਰਿਸਪੈਕਟਡ ਪ੍ਰੋਫੈਸਰ ਹੈ, ਉਹਨੇ ਇਹ ਗੱਲ ਕਹਿ ਦਿੱਤੀ ਕਿ ਜਿਹੜੀ ਇਹ UFO ਆ, ਅਨਆਇਡੈਂਟੀਫਾਈਡ ਫਲਾਈਂਗ ਆਬਜੈਕਟਸ ਨੇ, ਕਹਿੰਦੇ ਹਿਊਮੈਨਿਟੀ ਰੈਡੀ ਨਹੀਂ ਉਹਨਾਂ ਨੂੰ ਐਕਸੈਪਟ ਕਰਨ ਲਈ, ਪਰ ਉਹ ਆਲਰੇਡੀ ਇੱਥੇ ਨੇ। ਹੁਣ ਦੁਨੀਆ ਦੇ ਲੋਕ ਉਸ ਤੇ ਹੱਸ ਰਹੇ ਨੇ ਜਿਹੜੀ ਉਸਨੇ ਗੱਲ ਕੀਤੀ ਫਰਦਰ। ਉਹ ਕਹਿੰਦੇ ਬਈ ਅਮਰੀਕਾ ਤੇ ਇਹਨਾਂ ਏਲੀਅਨਸ ਜਾਂ ਹੋਰ ਸਪੀਸੀਜ਼ ਦੇ ਨਾਲ ਆਲਰੇਡੀ ਇੱਕ ਐਗਰੀਮੈਂਟ ਸਾਈਨ ਹੋ ਚੁੱਕਿਆ, ਤੇ ਮੰਗਲ ਗ੍ਰਹਿ ਦੇ ਵਿੱਚ ਅੰਡਰਗਰਾਊਂਡ ਡੂੰਘਾਈ ਦੇ ਵਿੱਚ ਉਹਨਾਂ ਦਾ ਬੇਸ ਹੈ, ਤੇ ਅਮਰੀਕਨ ਐਸਟਰੋਨੌਟ ਜਾਂਦੇ ਰਹਿੰਦੇ ਆ, ਤੇ ਏਲੀਅਨਸ ਰਿਪਰੈਜ਼ੈਂਟੇਟਿਵ ਤੇ ਅਮਰੀਕਨ ਐਸਟਰੋਨੌਟ, ਤੇ ਅਮਰੀਕਨ ਗਵਰਨਮੈਂਟ ਤੇ ਏਲੀਅਨਸ ਦੇ ਵਿੱਚ ਆਲਰੇਡੀ ਇੱਕ ਐਗਰੀਮੈਂਟ ਹੈ, ਤੇ ਨਾਲ ਹੀ ਸਾਈਨ ਹੋਇਆ ਇੱਕ ਐਗਰੀਮੈਂਟ ਜਿਹਦੇ ਵਿੱਚ ਉੱਥੇ ਐਕਸਪੈਰੀਮੈਂਟ ਹੋਣਗੇ। ਤੇ ਨਾਲ ਉਹਨਾਂ ਨੇ ਇਹ ਕਿਹਾ ਕਿ ਰਾਸ਼ਟਰਪਤੀ ਡੋਨਲਡ ਟਰੰਪ ਇਸ ਦੇ ਬਾਰੇ ਜਾਣਦਾ ਹੈ, ਤੇ ਕਈ ਵਾਰ ਗੱਲਾਂ ਕਰਦਾ ਕਰਦਾ ਸਿਰੇ ਤੋਂ ਮੁੜਿਆ, ਕਹਿੰਦਾ ਏਲੀਅਨਸ ਦੇ। ਉਹ ਕਹਿੰਦੇ ਹਿਊਮੈਨਿਟੀ ਨੂੰ ਡਿਵੈਲਪ ਹੋਣ ਦੀ ਲੋੜ ਹੈ। ਇਹ ਜਿਹੜੇ ਏਲੀਅਨਸ ਨੇ, ਜਿਹੜੇ ਅਨਆਇਡੈਂਟੀਫਾਈਡ ਫਲਾਈਂਗ ਆਬਜੈਕਟਸ ਨੇ, UFO ਆ, ਤਸ਼ਤਰੀਆਂ ਨੇ ਜਿਹੜੀਆਂ, ਜਿਨ੍ਹਾਂ 'ਤੇ ਫਿਲਮਾਂ ਵੀ ਬਣੀਆਂ ਨੇ ਮਸ਼ਰੂਮ ਦੀ ਤਰ੍ਹਾਂ, ਤੇ ਬਹੁਤ ਵੱਡੀਆਂ। ਆਪਾਂ ਇਸ ਨੂੰ ਹੋਰ ਕਿਸੇ ਨੇ ਇਹਦੇ 'ਤੇ ਹਲੇ ਕੋਈ ਰਿਸਪੌਂਡ ਨਹੀਂ ਕੀਤਾ। NBC ਦੀ ਇਹ ਨਿਊਜ਼ ਹੈ, ਵਾਈਟ ਹਾਊਸ ਨੇ ਤੇ ਇਜ਼ਰਾਈਲੀ ਨੇ। ਤੇ ਨਾਸਾ ਦੇ ਸਪੋਕਸਪਰਸਨ ਨੇ ਇਹ ਜ਼ਰੂਰ ਕਿਹਾ
ਕਿ ਅਸੀਂ ਇਹ ਹਲੇ ਜ਼ਿੰਦਗੀ ਦੇ ਸਾਈਨ ਲੱਭਣੇ ਨੇ। ਸਾਡਾ ਇਹ ਸੋਲਰ ਸਿਸਟਮ ਨੂੰ ਅਸੀਂ ਦਿਨ ਰਾਤ ਲੱਭ ਰਹੇ ਹਾਂ, ਪਰ ਪ੍ਰੋਫੈਸਰ ਤੇ ਚੀਫ ਅਰਸ਼ਦ ਕਹਿੰਦੇ ਨੇ, ਜੇ ਕਹਿੰਦੇ ਮੈਂ ਇਹ ਕੁਝ 5 ਸਾਲ ਪਹਿਲਾਂ ਇਹ ਗੱਲ ਕਹਿੰਦਾ ਤਾਂ ਮੈਨੂੰ ਹਸਪਤਾਲ ਜਾਣਾ ਪੈਣਾ ਸੀ। ਲੋਕ ਹੱਸਦੇ ਨੇ। ਜਿਸ ਤਰ੍ਹਾਂ 16ਵੀਂ ਸਦੀ ਦੇ ਵਿੱਚ ਪਹਿਲੇ ਸਾਇੰਸਦਾਨ ਤੋਂ ਲੋਕ ਹੱਸੇ ਦੀ ਜਦ ਉਸਨੇ ਕਿਹਾ ਧਰਤੀ ਸੂਰਜ ਆਲੇ ਦੁਆਲੇ ਘੁੰਮਦੀ ਹੈ। ਓਕੇ, ਹੁਣ ਜਿਹੜੇ ਮੋਨੋਲਿਥਸ ਨੇ, ਜਿਹੜੇ ਸਟਰਕਚਰ ਦਿਨਾਂ 'ਚ ਹੀ ਖੜ੍ਹਦੇ ਆ, 2-4 ਦਿਨ ਬਾਅਦ ਉਹ ਚਲੇ ਜਾਂਦੇ ਆ। 3 ਫੁੱਟ ਟਾਲ ਜਿਹੜਾ ਸਟਰਕਚਰ ਆ ਨਾਰਥ ਕੈਰੋਲੀਨਾ ਦੇ ਵਿੱਚ ਪਿਛਲੇ ਦਿਨੀ, ਇਹ ਉਹ ਨਹੀਂ ਹੈ। ਫੁੱਲਾਂ ਦੀ ਕਿਆਰੀ ਦੇ ਵਿੱਚ ਹੋਮ ਡਿਜ਼ਾਈਨ ਸਟੂਡੀਓ ਦੇ ਵਿੱਚ ਫੇਟੀਵਿਲ ਦੇ ਵਿੱਚ ਜਿਹਦੀਆਂ ਪੂਰੀਆਂ ਤੇ ਉਹ ਸਟਰਕਚਰ ਬਣ ਗਿਆ ਤੇ 3-4 ਦਿਨ ਬਾਅਦ ਜਦ ਨੂੰ ਲੋਕ ਆਏ ਉਹਨੂੰ ਵੇਖਣ ਲੱਗੇ ਤੇ ਉਹ ਡਿਸਅਪੀਅਰ ਹੋ ਗਿਆ। ਨਵੰਬਰ 18 2020 ਦੇ ਵਿੱਚ ਯੂਟਾ ਦੇ ਵਿੱਚ ਰੈੱਡ ਰੌਕ ਕੰਟਰੀ ਦੇ ਵਿੱਚ ਇਸੇ ਤਰ੍ਹਾਂ ਹੀ ਇਹ ਵੇਖਿਆ ਗਿਆ। ਯੂਟਾ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਪਬਲਿਕ ਅਨਾਊਂਸ ਡਿਸਕਵਰੀ, ਜਾਂ ਉਹਨਾਂ ਨੇ ਕਿਹਾ ਕਿ ਮੋਨੋਲਿਥ ਦੀ ਹੋ ਗਈ। ਨਵੰਬਰ 23 ਤੋਂ ਲੈ ਕੇ 18 ਤੋਂ ਲੈ ਕੇ 27 ਤੱਕ ਹੋ ਰਿਹਾ ਸਟਰਕਚਰ, ਤੇ ਉਹਦੇ ਬਾਅਦ 27 ਨੂੰ ਉਹ ਡਿਸਅਪੀਅਰ ਹੋ ਗਿਆ। ਨਵੰਬਰ 28 ਨੂੰ ਰੋਮਾਨੀਆ ਦੇ ਵਿੱਚ ਇੱਕ ਸ਼ਹਿਰ ਦਾ ਮੇਅਰ ਹੈ ਪੀਟਰਾ ਨਿਮਟ, ਜੇ ਉੱਥੇ ਦੀ ਅਲੱਗ ਹੋਊਗੀ ਪ੍ਰੋਨੰਸੀਏਸ਼ਨ, ਉਹਨੇ ਵੀ ਕਿਹਾ ਕਿ ਮੇਰੇ ਸ਼ਹਿਰ ਦੇ ਵਿੱਚ ਮੋਨੋਲਿਥ ਇੱਕ ਆਇਆ ਯੂਟਾ ਦੇ ਸਟਰਕਚਰ ਵਰਗਾ, ਤੇ ਚੌਥੇ ਦਿਨ ਉਹ ਵੀ ਡਿਸਅਪੀਅਰ ਹੋ ਗਿਆ। ਇਸ ਤਰ੍ਹਾਂ ਹੀ UFO ਨੂੰ ਤਾਂ ਜਿਹੜੀਆਂ ਉਡਨ ਤਸ਼ਤਰੀਆਂ ਨੇ ਉਹ ਤਾਂ ਹੁਣ ਬਹੁਤ, ਉਹਨਾਂ ਨੂੰ ਕੈਲੀਫੋਰਨੀਆ ਵਿੱਚ ਦਸੰਬਰ 5 ਤੇ 6 2020 ਦੇ ਵਿੱਚ ਆ ਲੇਟਲੀ ਗੱਲਾਂ ਨੇ। ਮਤਲਬ ਸੈਂਟਾ ਕਲੈਰਿਟਾ ਕੈਲੀਫੋਰਨੀਆ 'ਚ ਹਾਈਵੇ 14 ਤੇ ਕੈਨੀਅਨ ਜਿਹੜਾ ਕੰਟਰੀ ਪਾਰਕ ਆ ਉੱਥੇ ਵੀ ਇਸ ਤਰ੍ਹਾਂ ਹੀ, ਪਰ ਉਹ ਪਤਾ ਨਹੀਂ ਕਿੱਥੋਂ ਬਣਦੇ ਆ, 4 ਦਿਨਾਂ ਬਾਅਦ ਉਹ ਡਿਸਅਪੀਅਰ ਹੋ ਜਾਂਦੇ। ਸੋ ਇਹ 2001 ਦੀ ਤੁਹਾਡੀ ਇੱਥੇ ਦੀ ਖਬਰ ਜਿਹੜੀ ਛਪੀ ਹੈ, ਜਿਹੜੀ ਈਸਟ ਵੈਨਕੂਵਰ 'ਚ ਬੈਨੇਵਲ ਤੇ ਕਲਾਰਕ ਡਰਾਈਵ ਦੇ ਨੇੜੇ, ਇੱਥੇ ਵੀ ਇਸ ਤਰ੍ਹਾਂ ਇਹ ਸਟਰਕਚਰ 5-4 ਫੁੱਟ ਦਾ ਹੁੰਦਾ, 5-4 ਦਿਨ ਬਾਅਦ ਖਤਮ ਹੁੰਦਾ। ਅੱਛਾ, UFO ਜਿਹੜੀ ਸਾਈਟਿੰਗਸ ਨੇ ਜਿਹੜੀਆਂ ਉਹ ਬਹੁਤ ਲੋਕਾਂ ਵੇਖੀਆਂ, ਬੜੇ ਅਲੱਗ-ਅਲੱਗ ਪਾਇਲਟਸ ਨੇ ਵੇਖੀਆਂ, ਤੇ ਇਸ ਦੇ ਬਾਰੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਨੇਵਾਡਾ ਦੇ ਨੇਵੀ ਪਾਇਲਟਸ ਨੇ ਉਹਨਾਂ ਨੇ ਰਿਪੋਰਟ ਕੀਤੀਆਂ ਨੇ ਕਿ ਅਸੀਂ ਵੇਖਿਆ, ਤੇ ਆਮ ਲੋਕਾਂ ਨੇ ਹਰ ਤੀਜੇ ਚੌਥੇ ਦਿਨ ਕੁਝ ਨਾ ਕੁਝ ਛਪਦਾ ਹੈ। ਕੈਨੇਡੀਅਨਸ ਨੇ ਜਿਹੜਾ ਰਿਪੋਰਟ ਕੀਤਾ ਹੈ ਕਿ UFO 3 ਟਾਈਮਸ ਅ ਡੇ ਕਿਤੇ ਕੈਨੇਡਾ ਦੇ ਵਿੱਚ ਦੇਖੀਆਂ ਜਾਂਦੀਆਂ ਨੇ। ਡੰਕਨ BC 'ਚ ਜਿਹੜਾ ਕ੍ਰਿਸਪਰ ਜਿਹੜਾ, ਤੇ ਨਾਲ ਹੀ ਕੈਨੇਡਾ ਦਾ ਫੌਕਸ ਮੁਲਡਰ ਜਿਹਨੂੰ ਕਹਿੰਦੇ ਨੇ, ਉਹ ਡੰਕਨ BC ਦੇ ਵਿੱਚ ਆਪਣੇ ਦੋਸਤ ਗ੍ਰੈਂਗਰ ਟੇਲਰ ਦੇ ਗਿਆ ਤਾਂ ਉਸਨੇ ਦੱਸਿਆ, ਕਹਿੰਦਾ ਅਸੀਂ ਇਹ ਪਹਿਲਾਂ ਵੀ 1980 ਦੇ ਵਿੱਚ ਵੀ, ਅਸਲ ਪਿਛਲੇ 40-50 ਸਾਲਾਂ ਦੇ ਵਿੱਚੋਂ ਇਸ UFO ਨੂੰ ਵੇਖਣ ਦੀਆਂ ਗੱਲਾਂ ਚੱਲ ਰਹੀਆਂ ਨੇ। ਮੈਨੀਟੋਬਾ 'ਚ 67 ਦੇ ਵਿੱਚ, ਸ਼ੈਗ ਹਾਰਬਰ ਨੋਵਾ ਸਕੋਸ਼ੀਆ 'ਚ, ਕਿਊਬੈਕ ਦੇ ਵਿੱਚ 99 'ਚ, ਤੇ ਦੁਨੀਆ ਦੇ ਨੈਵੀਗੇਟਰਸ ਨੇ ਜਿਹੜੇ ਉਹ ਦੱਸ ਰਹੇ ਨੇ ਕਿ ਅਸੀਂ ਦੇਖਦੇ ਹਾਂ ਇਹ ਅਨਆਇਡੈਂਟੀਫਾਈਡ ਫਲਾਈਂਗ ਆਬਜੈਕਟਸ, ਜਿਹਨੂੰ ਕਹਿੰਦਾ ਗੋਲ, ਉਹ ਆਉਂਦੀਆਂ ਨੇ। ਅੱਛਾ, ਹੁਣ ਇਹ ਵੀ ਗੱਲ ਚੱਲ ਰਹੀ ਹੈ, ਕੁਝ ਸਾਇੰਟਿਸਟ ਇਹ ਵੀ ਕਹਿ ਰਹੇ ਨੇ ਕਿ ਸਾਡੇ ਇਸ ਧਰਤੀ ਤੇ ਏਲੀਅਨਸ ਨੇ, ਆਪਣੇ ਪਲੈਨਟ ਤੇ ਨੇ, ਇਹ ਇਸ ਤੇ ਆਲਰੇਡੀ ਉਹ ਰਹਿ ਰਹੇ ਨੇ। ਇਹਦੀਆਂ ਮੂਵੀਜ਼ ਬਣਦੀਆਂ ਨੇ, ਦੇਖਿਆ ਤੁਸੀਂ ਕਿ ਇਹ ਐਕਸਟਰਾ ਟੈਰੈਸਟਰੀਅਲ ਜਿਹੜੀ ਲਾਈਫ ਹੈ ਉਹ ਐਗਜ਼ਿਸਟ ਕਰਦੀ ਹੈ ਜਾਂ ਨਹੀਂ, ਕੀ ਏਲੀਅਨਸ ਹੈ, ਕੀ UFO ਹੈਗੀਆਂ, ਕੀ ਮੋਨੋਲਿਥ ਜਿਹੜੇ ਸਟਰਕਚਰ ਨੇ, ਇਹਨਾਂ ਦੀਆਂ ਖਬਰਾਂ ਮੈਂ
ਜਾਂ ਇਹਨੂੰ ਸਰਚ ਕਰੇ। ਜਿਹੜੀ ਸ਼ਹਿਦ ਨੇ ਦੱਸੀ ਇਹ ਪਿਛਲੇ ਦਿਨੀਆਂ ਨੇ, ਇਹ ਗੱਲ ਬਹੁਤ ਵੱਡੀ ਹੋ ਰਹੀ। ਉਹ ਕਹਿੰਦਾ ਮਾਰਸ ਮੰਗਲ ਦੇ ਵਿੱਚ ਨੇ ਤੇ ਉੱਥੇ ਅਮਰੀਕਨ ਐਸਟਰੋਨੌਟ ਜਾ ਰਹੇ ਨੇ ਤੇ ਕੰਟਰੈਕਟ ਸਾਈਨ ਹੋਇਆ ਹੋਇਆ। ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ? ਹੈਮਸ਼ੈਡ ਵਰਗੇ ਬੰਦੇ ਜਿਹੜੇ ਇਜ਼ਰਾਈਲੀ ਸਪੇਸ ਸਿਕਿਉਰਿਟੀ ਦੇ ਚੀਫ ਰਹੇ ਨੇ, ਜਿਹੜੇ ਫਾਰਮਰ ਹੈਡ ਆਫ ਇਜ਼ਰਾਈਲਜ਼ ਡਿਫੈਂਸ ਮਿਨਿਸਟਰੀ ਸਪੇਸ ਡਾਇਰੈਕਟੋਰੇਟ ਦੇ ਪ੍ਰੋਫੈਸਰ ਜਨਰਲ, ਉਹ ਕਹਿੰਦਾ ਇੱਕ ਗੈਲੈਕਟਿਕ ਫੈਡਰੇਸ਼ਨ ਅਡੀਕ ਰਹੀ ਆ ਬੰਦਿਆਂ ਨੂੰ, ਤੁਹਾਨੂੰ, ਤੇ ਤੁਸੀਂ ਅੰਡਰਸਟੈਂਡ ਕਰੋ ਕਿ ਸਪੇਸ ਤੇ ਸਪੇਸਸ਼ਿਪ ਕੀ ਆ। ਉਹਨੇ ਯਰੂਸ਼ਲਮ ਦੇ ਵਿੱਚ ਟਿਊਜ਼ਡੇ ਇਹ ਗੱਲ ਕੀਤੀ, ਦੁਨੀਆ ਉਹਦੇ ਵੱਲ ਝਾਕ ਰਹੀ ਆ। ਔਨ ਲਾਈਨ ਉਹ ਕਹਿੰਦੇ ਹਿੱਲ ਗਿਆ, ਇਹਦਾ ਪ੍ਰੋਬਲਮ ਹੈ, ਇਹਨੂੰ ਇਹ ਹੋ ਗਿਆ। ਉਹ ਕਹਿੰਦਾ ਬਈ ਇੱਕ ਬਹੁਤ ਵੱਡਾ ਬੇਸ ਹੈ ਮੰਗਲ ਗ੍ਰਹਿ ਦੀ ਡੈਪਥ ਦੇ ਵਿੱਚ, ਜਿੱਥੇ ਅਮਰੀਕਨ ਐਸਟਰੋਨੌਟ ਤੇ ਏਲੀਅਨਸ ਰਿਪਰੈਜ਼ੈਂਟੇਟਿਵਾਂ ਦੀ ਸੰਧੀ ਹੋਈ ਆ, ਤੇ ਉੱਥੇ ਜਿਹੜੇ ਨੇ ਐਕਸਪੈਰੀਮੈਂਟ ਸ਼ੁਰੂ ਹੋ ਗਏ। ਕੀ ਸੋਚਦੇ ਹੋ ਤੁਸੀਂ? ਇਹ ਲੱਗਦੀ ਗੱਲ ਕਿ ਨਹੀਂ? ਸਰਜੀਤ ਸਿੰਘ ਜੀ, ਲਾਈਨ ਨੰਬਰ 1। ਮੈਂ ਤਾਂ ਇਸ ਚੀਜ਼ ਨੂੰ ਇਦਾਂ ਦੇਖਦਾ ਜੀ, ਜਿੱਦਾਂ ਸਾਡੇ ਇਸ ਨਾ ਆਪਣੇ ਧਰਤੀ ਦੇ ਵਿਗਿਆਨੀ ਆ ਦੂਜੀਆਂ ਧਰਤੀਆਂ ਦੀ ਖੋਜ 'ਚ ਲੱਭਦੇ ਫਿਰਦੇ ਆ, ਆਪਣੇ ਸਪੇਸਸ਼ਿਪ ਜਾਂਦੇ, ਇਦਾਂ ਹੀ ਇਹ ਕਿਸੇ ਧਰਤੀ ਦੇ ਹੁਮਨ ਹੀ ਆ। ਜਿੱਦਾਂ ਮੈਂ ਇਹਨੂੰ ਜਾਂ ਏਲੀਅਨ ਨਾਂ ਦੇ ਦੋ ਜਾਂ ਕਿੱਦਾਂ, ਕਿਉਂਕਿ ਇਹਨਾਂ ਗਲੈਕਸੀ ਦੇ ਵਿੱਚ ਪਤਾ ਨਹੀਂ ਕਿੰਨੀਆਂ ਕਿ ਬ੍ਰਹਮੰਡ ਦੇ ਵਿੱਚ ਧਰਤੀਆਂ ਹੈਗੀਆਂ ਆ। ਇਦਾਂ ਹੀ ਕਿਤੇ ਇਹ ਵੀ ਵਿਗਿਆਨੀ ਆ ਜੀ, ਲੱਭਦੇ ਫਿਰਦੇ। ਅਸੀਂ ਇਹਨਾਂ ਨੂੰ ਆਪਣੇ ਦੂਜੇ ਏਲੀਅਨਸ ਕਹਿ ਦਿੰਦੇ, ਜਿਹੜਾ ਮਰਜ਼ੀ ਨਾਂ ਦੇ ਦੋ। ਇਹ ਵੀ ਇੱਕ ਬਸ ਕੁਦਰਤ ਦੀ ਖੇਡ ਹੀ ਆ ਜੀ, ਪਤਾ ਨਹੀਂ ਕਿੰਨੇ ਕੁ ਖੰਡ ਬ੍ਰਹਿਮੰਡ ਆ ਇਹ। ਮੈਂ ਤਾਂ ਇਹਨੂੰ ਇਸ ਤਰ੍ਹਾਂ ਦੇਖਦਾ ਜੀ। ਬਾਈ ਜੀ ਇਉਂ ਹੀ ਆ, ਜੇ ਅਸੀਂ ਉਹਨਾਂ ਦੀ ਧਰਤੀ ਤੇ ਜਾਈਏ ਸਾਡੇ ਵੱਲ ਵੇਖ ਕੇ ਉਹ ਕਹਿਣਗੇ ਵੀ ਇਹ ਏਲੀਅਨਸ ਨੇ। ਹਾਂਜੀ, ਉਹ ਕਹਿੰਦੇ ਹੋਣੇ ਜੀ ਏਲੀਅਨ ਆ, ਦੇਖੋ ਪਿੱਛੇ ਕੀ ਬੰਨੀ ਫਿਰਦੇ ਆ, ਬੈਕ ਤੇ ਉੜੇ ਫਿਰਦੇ ਆ, ਉਹ ਆਕਸੀਜਨ ਬੰਨੀ ਆ ਜਾਂ ਕਿੱਦਾਂ ਨਾ। ਉਹ ਤੇ ਉਹ ਵੀ ਕਹਿੰਦੇ ਹੋਣੇ ਯਾਰ ਕੱਲ ਦੇਖ ਕੇ ਅਸੀਂ ਅੱਜ ਡਿਸਪੀਅਰ ਹੋ ਗਏ। ਏਦਾਂ ਹੀ ਸਾਡੇ ਲਈ, ਕਿਉਂਕਿ ਉਹਨਾਂ ਦੀ ਵੀ ਆਪਣੀ ਟੈਕਨੋਲੋਜੀ, ਆਪਣੀ ਦੁਨੀਆ, ਆਪਣਾ ਬ੍ਰੇਨ ਹੈ ਨਾ ਜੀ। ਹਾਂਜੀ, ਧੰਨਵਾਦ ਜੀ। ਹੁਣ ਇਹ ਜੇ ਮੈਂ ਇਸ ਨੂੰ ਜੇ ਤੁਸੀਂ ਐਕਸੈਪਟ ਕਰਨਾ, ਉਹ ਇਹ ਹੈ ਵੀ ਤੁਹਾਡੀ ਉਹ ਇੱਕ ਗਲੈਕਸੀ ਦੇ ਵਿੱਚ ਜਿਹਦੇ 'ਚ ਸਾਡਾ ਸੌਰ ਮੰਡਲ ਹੈ, ਹੁਣ 100 ਬਿਲੀਅਨ ਕਹਿ ਰਹੇ ਨੇ ਲੇਟੈਸਟ, 100 ਅਰਬ ਜਿਹੜੇ ਨੇ ਉਹਦੇ 'ਚ ਤਾਰੇ ਨੇ, 100 ਅਰਬ। ਉਹਦੇ 'ਚ ਸਾਡਾ ਇੱਕ ਸੌਰ ਮੰਡਲ ਹੈ ਜਿਹਦੇ ਆਲੇ ਦੁਆਲੇ ਅਸੀਂ 7-8 ਗ੍ਰਹਿ ਲੱਭੇ ਨੇ। ਕਿੰਨੇ ਹੋਰ ਸੌਰ ਮੰਡਲ ਹੋਣਗੇ, ਕਿੰਨੇ ਹੋਰ ਗ੍ਰਹਿ ਹੋਣਗੇ, ਕਿੱਡੀ ਸਾਡੀ ਅਰਥ ਲਾਈਕ ਜਿਹੜੇ ਪਲੈਨਟਸ ਨੇ, ਜਿਵੇਂ ਸਾਡੀ ਧਰਤੀ ਰਹਿਣ ਦੇ ਯੋਗ ਆ, ਇਹ ਜੇ ਕਿੰਨੀ ਹੋਰ ਇਸ ਦੀਆਂ ਧਰਤੀਆਂ ਕੀ ਹੋਣਗੀਆਂ। ਜੇ ਤੁਸੀਂ ਪੜ੍ਹਦੇ ਹੋ ਬ੍ਰਹਿਮੰਡ, ਮੈਨੂੰ ਲੱਗਦਾ ਜਦ ਤੁਸੀਂ ਯੂਨੀਵਰਸ ਨੂੰ ਪੜ੍ਹਦੇ ਹੋ 2 ਘੰਟੇ ਕੁ ਬਾਅਦ ਬੰਦਾ ਬੌਲਾ ਹੋ ਜਾਂਦਾ, ਬੌਲਾ। ਉਸ ਨੂੰ ਨਹੀਂ ਸਮਝ ਲੱਗਦੀ ਮੈਂ ਕੀ ਪੜ੍ਹ ਰਿਹਾ ਹਲੇ ਤਾਂ, ਕਿਉਂਕਿ ਇਹ ਆਪਣਾ ਮਨ ਭਾਉਂਦਾ ਸਬਜੈਕਟ ਹੈ। ਜਿਹੜੇ ਸਪੇਸਸ਼ਿਪਸ ਨੇ, ਇੰਟਰਨੈਸ਼ਨਲ ਸਪੇਸ ਸਟੇਸ਼ਨ ਆ, ਇਹ ਗ੍ਰਹਿਆਂ ਦੀ ਗੱਲ ਅਕਸਰ ਮੈਂ ਕਰਦਾ। ਇੱਕ ਦਿਨ ਤੁਹਾਨੂੰ ਸਾਰੇ ਗ੍ਰਹਿਆਂ ਦੇ ਬਾਰੇ ਦੂਜੇ ਸ਼ੋਅ 'ਚ ਮੈਂ ਇੱਕ ਦਿਨ ਦੱਸਿਆ ਸੀ, ਬਿਆਸ ਕਿੱਡੀ ਦੂਰ ਹੈ, ਕਿੰਨੇ ਲਾਈਟ ਈਅਰ, 3 ਲੱਖ ਕਿਲੋਮੀਟਰ 1 ਸੈਕਿੰਡ ਦੇ ਵਿੱਚ ਲਾਈਟ ਜਾਂਦੀ ਹੈ। ਤੇ ਇਹਨਾਂ ਗ੍ਰਹਿਆਂ ਨੂੰ, ਇਹ ਪਲੈਨਟਸ ਨੂੰ, ਇਹਨਾਂ ਤਾਰਿਆਂ ਨੂੰ ਮਿਣਦੇ ਨੇ ਜਿਹੜੇ, ਉਹ ਲਾਈਟ ਈਅਰਸ ਮਿਣਦੇ ਨੇ। ਲਾਈਟ ਈਅਰਸ ਦੇ ਵਿੱਚ 14.5 ਕਰੋੜ ਕਿਲੋਮੀਟਰ ਇੱਕ ਸਾਲ ਦੇ ਵਿੱਚ ਸ਼ਾਇਦ ਪ੍ਰਕਾਸ਼ ਜਾਂਦਾ। ਜੇ 3 ਲੱਖ 1 ਸੈਕਿੰਡ 'ਚ ਜਾਂਦਾ ਹੈ ਤਾਂ ਇਹ ਦੇਖ ਲਓ ਵੀ 180 ਲੱਖ, 1 ਕਰੋੜ 80 ਲੱਖ ਸਾਲ 'ਚ ਤਾਂ ਬਹੁਤ ਸੌਰੀ ਜਾਂਦਾ, ਮੈਂ ਗਲਤ ਤੁਹਾਨੂੰ ਕਹਿ ਗਿਆ। 1 ਮਿੰਟ ਦੇ ਵਿੱਚ ਪ੍ਰਕਾਸ਼ ਆ ਜਿਹੜਾ 1 ਕਰੋੜ 80 ਲੱਖ ਕਿਲੋਮੀਟਰ ਜਾਂਦਾ 1 ਮਿੰਟ ਦੇ ਵਿੱਚ। ਤੇ ਇਹਨਾਂ ਨੂੰ ਲਾਈਟ ਈਅਰ 'ਚ ਮਿਣਦੇ ਨੇ। ਲਾਈਟ ਈਅਰਸ ਵੀ ਜਿਹੜੇ ਲੱਖਾਂ ਲਾਈਟ ਈਅਰਸ, ਕਰੋੜਾਂ ਲਾਈਟ ਈਅਰਸ। ਤੇ ਤੁਹਾਡੀ ਗਲੈਕਸੀ ਜਿਹਦੇ ਵਿੱਚ ਅਸੀਂ ਇੱਕ ਚਟਾਕ ਆ, ਚਟਾਕ, ਧਰਤੀ ਨਹੀਂ ਦਿਖਦੀ, ਸੂਰਜ ਚਟਾਕ ਦਿਖਦਾ, ਉਹਦੇ ਆਲੇ ਦੁਆਲੇ ਅਸੀਂ ਤੁਰੇ ਫਿਰਦੇ ਹਾਂ। ਸਰਦਾਰ ਜਸਵੀਰ ਸਿੰਘ ਜੀ ਮਾਹਲ ਸਾਹਿਬ, ਲਾਈਨ ਨੰਬਰ 1। ਸਰ, ਇਹ ਵਿਸ਼ਾ ਤੁਸੀਂ ਬੜਾ ਦਿਲਚਸਪ ਲੈ ਕੇ ਆਏ ਹੋ ਜੀ। ਸੁਣ ਰਿਹਾ ਸੀ, ਇਸ ਤਰ੍ਹਾਂ ਦਾ ਵਿਸ਼ਾ ਤੁਹਾਨੂੰ ਨਾ ਕਿ ਸਾਲ ਦੇ ਵਿੱਚ 2-3 ਵਾਰੀ ਲੈ ਆਉਣਾ ਚਾਹੀਦਾ ਜੀ ਕਿ ਇਸ ਦੇ ਨਾਲ ਅਸੀਂ ਇੱਕ ਤਰ੍ਹਾਂ ਦੇ ਨਾ ਆਪਣੀ ਨੀਂਦ ਦੇ ਵਿੱਚ ਹੀ ਸੁੱਤਾ ਬੰਦਾ ਜ਼ਿੰਦਗੀ ਜਿਉ ਕੇ ਚਲਾ ਜਾਂਦਾ ਜੀ। ਇਹਦੇ ਨਾਲ ਤੁਸੀਂ ਖਰੋਣਾ ਦਿੰਦੇ ਹੋ ਤੇ ਬੰਦਾ ਜਾਗਦਾ ਹੈ ਇੱਕ ਵਾਰੀ। ਉਹ ਮੈਂ ਤਾਂ ਸਿਰਫ ਇੰਨੀ ਗੱਲ ਕਹਿਣੀ ਸੀ। ਬਾਕੀ ਆਹ ਜਿਹੜੇ ਨਾ UFO ਵਾਲੀ ਗੱਲ ਆ ਤੇ ਉਹ ਸਾਰੀ ਗੱਲ, ਇਹ ਇੱਦਾਂ ਦੇ ਇਹ
ਇਹ ਗੱਲਾਂ ਆਉਂਦੀਆਂ ਰਹਿੰਦੀਆਂ ਬਾਰ-ਬਾਰ, ਕੁਝ ਦੇਰ ਤੋਂ ਬਾਅਦ ਇਹ ਗੱਲ ਆ ਜਾਂਦੀ ਹੈ। ਮੇਰੇ ਖਿਆਲ ਨਹੀਂ ਕਿ ਕੋਈ ਇਸ ਤਰ੍ਹਾਂ ਦੀ ਗੱਲ ਹੈ ਕਿ ਸਾਡੇ ਨਾਲੋਂ ਕੋਈ ਜੇ ਹੈਗੀਆਂ ਵੀ ਇਸ ਤਰ੍ਹਾਂ ਦੀਆਂ ਸਾਡੇ ਨਾਲ ਐਡਵਾਂਸਡ ਸਿਵਲਾਈਜੇਸ਼ਨਸ ਕੋਈ ਸਭਿਅਤਾ ਹੈ, ਉਹ ਕਿਤੇ ਘੱਟੋ ਘੱਟ ਇਹ ਸਾਡੀ ਜਿਹੜੀ ਆਪਣੀ ਸੋਲਰ ਸਿਸਟਮ ਦੇ ਵਿੱਚ ਤਾਂ ਹੈ ਨਹੀਂ। ਜਿਹੜੇ ਸਾਡੇ 8 ਗ੍ਰਹਿ ਨੇ, 9ਵਾਂ ਹੈ ਸੀ ਉਹਨਾਂ ਨੇ ਕੱਢ ਦਿੱਤਾ ਪਲੂਟੋ ਬਾਹਰ, 8 ਗ੍ਰਹਿਾਂ ਦੇ ਵਿੱਚ ਤਾਂ ਹੈ ਨਹੀਂ ਜ਼ਿੰਦਗੀ ਦੇ ਵਿੱਚ ਕੋਈ। ਅੱਛਾ, ਬਾਕੀ ਸਾਡੀ ਮਿਲਕੀ ਵੇ ਜਿਹੜੀ ਆ ਇਸ ਗੈਲੈਕਸੀ ਦੇ ਵਿੱਚ ਹੋਵੇਗੀ, ਉਹਦੀ ਪਹੁੰਚ ਸਾਡੇ ਤੱਕ ਜਾਂ ਸਾਡੀ ਉਹਨਾਂ ਤੱਕ ਪਹੁੰਚ ਅਜੇ ਤੱਕ ਹੋ ਨਹੀਂ ਸਕੀ। ਇਹ ਬਾਕੀ ਇਹ ਅੰਦਾਜ਼ਾ ਹੀ ਆ। ਅਗਰ ਉਹ ਆਉਣਗੇ ਵੀ ਸਾਡੇ ਤੱਕ, ਮੇਰਾ ਨਹੀਂ ਖਿਆਲ ਉਹ ਇੱਥੇ ਆ ਕੇ, ਜਿਵੇਂ ਅਕਸਰ ਕਿਹਾ ਜਾਂਦਾ ਹੈ ਕਿ ਕਿਤੇ ਯੂਟਾ ਦੇ ਵਿੱਚ ਕਿਸੇ ਫਾਰਮਰ ਦੇ ਕਿਤੇ ਉਹ ਆਲੂ ਦੇ ਖੇਤਾਂ ਦੇ ਵਿੱਚ ਲੈਂਡ ਕਰ ਜਾਣਗੇ ਤੇ ਉਹ ਲੁੱਕ ਕੇ ਰਹਿਣਗੇ। ਅੱਛਾ ਮਾਲ ਸਾਹਿਬ, ਫਿਰ ਇਹਨੂੰ ਕ੍ਰੀਏਟ ਕਿਉਂ ਕੀਤਾ? ਜਿਹੜਾ ਬੰਦਾ ਗੱਲ ਕਰ ਰਿਹਾ ਹੈ ਸ਼ਾਇਦ ਉਹ ਇਹ ਮਤਲਬ ਉੱਥੇ ਦੀ ਸਿਕਿਉਰਿਟੀ ਦਾ ਇੰਚਾਰਜ ਜਨਰਲ ਪ੍ਰੋਫੈਸਰ, ਇਹ ਫਿਰ ਕਿਉਂ ਕਰਦੇ ਨੇ? ਹਾਈਪ ਕਿਉਂ ਕ੍ਰੀਏਟ ਕਰਦੇ ਆ ਜੀ? ਬਸ ਜੀ ਉਹ ਸ਼ੋਸ਼ੇਬਾਜ਼ੀ ਕਹਿ ਲਓ ਵੀ ਇੱਕ ਤਰ੍ਹਾਂ ਦੇ, ਉਹ ਆਪਣਾ ਸਨਸਨੀ ਫੈਲਾਉਣ ਵਾਸਤੇ ਮੇਰੇ ਹਿਸਾਬ ਨਾਲ ਤਾਂ ਇਹ, ਜਿਵੇਂ ਉਹ ਜਿਹੜੇ ਕ੍ਰੌਪ ਸਰਕਲ ਹੁੰਦੇ ਸੀਗੇ ਇੰਗਲੈਂਡ ਦੇ ਵਿੱਚ ਸ਼ੁਰੂ ਹੋਏ ਸੀ, ਬਾਅਦ ਦੇ ਵਿੱਚ ਉਹਨਾਂ ਦਾ ਵੀ ਜਿਹੜਾ ਉਹ ਸੱਚ ਸਾਹਮਣੇ ਆ ਗਿਆ ਸੀ। ਹਾਂ, ਬਸ ਸਨਸਨੀ ਫੈਲਾਉਣ ਵਾਸਤੇ ਜਾਂ ਮਸ਼ਹੂਰੀ ਕਰਾਉਣ ਵਾਸਤੇ, ਆਪਣਾ ਨਾਂ ਇਹਦਾ ਇਹੀ ਆ ਬਸ, ਮਸ਼ਹੂਰੀ ਨਾਂ ਪੈਦਾ ਕਰਨ ਵਾਸਤੇ, ਹੋਰ ਇਹਦੀ ਕੋਈ ਵਜ੍ਹਾ ਨਹੀਂ। ਹਾਂਜੀ ਸਾਹਿਬ, ਧੰਨਵਾਦ। ਕਮਿਊਨਿਟੀ ਨੂੰ ਸਰਵ ਕਰਨ ਲਈ ਦਪਾਸ਼ੀਏ ਵੀ ਹੋ, ਤੁਸੀਂ ਇੱਕ ਕੰਸਲਟੈਂਟ ਵੀ ਹੋ, ਤੇ ਕਮਿਊਨਿਟੀ ਨੂੰ ਜਿਹੜਾ ਫਰਾਡ ਹੈ ਇਮੀਗ੍ਰੇਸ਼ਨ ਦਾ ਉਹਦੇ ਸੰਬੰਧੀ ਵਕਤ ਦਰ ਵਕਤ ਅਵੇਅਰ ਕਰਦੇ ਰਹਿੰਦੇ ਹੋ। ਧੰਨਵਾਦ ਤੁਹਾਡਾ ਵੀ, ਤੁਹਾਡੀ ਬਹੁਤ ਸਰਵਿਸ ਹੈ। ਥੈਂਕ ਯੂ। ਮਿਹਰਬਾਨੀ। ਸਰ ਜਸਵੀਰ ਸਿੰਘ ਮਾਹਲ। ਪ੍ਰੋਗਰਾਮ ਤੁਹਾਡੇ ਤੱਕ ਟਾਈਲ ਮਾਰਟ ਵਾਲੇ ਪਹੁੰਚਾਉਂਦੇ ਨੇ। 4 ਲੋਕੇਸ਼ਨਾਂ 62 45 202 ਸਟਰੀਟ ਲੈਂਗਲੀ, 129 90 80 ਐਵਨਿਊ, ਯੂਨਿਟ ਨੰਬਰ 5 ਸਰੀ, ਯੂਨਿਟ 3 34 252 ਮਾਰਸ਼ਲ ਰੋਡ ਐਬਸਫੋਰਡ, ਯੂਨਿਟ 100 39 103 99 ਸਟਰੀਟ ਨਾਰਥ ਵੈਸਟ ਐਡਮਿੰਟਨ, 604 427 84 53। ਟਾਈਲਾਂ ਦੀ ਵੈਰਾਈਟੀ ਬਹੁਤ ਹੈ। ਕੁਝ ਵੀ ਖਰੀਦਣਾ ਤਾਂ ਤੁਸੀਂ ਖਰੀਦ ਸਕਦੇ ਹੋ ਇਹਨਾਂ ਤੋਂ। ਟਾਈਲਾਂ ਹਰ ਕਿਸਮ ਦੀਆਂ, ਰੈਨੋਵੇਟ ਕਰਨਾ ਤੁਸੀਂ, ਟਾਊਨ ਹਾਊਸ, ਕਾਂਡੋ, ਘਰ-ਬਾਰ ਬਣਾ ਰਹੇ ਹੋ, ਕੁਝ ਵੀ, ਵੈਰਾਈਟੀ ਬਹੁਤ ਹੈ ਟਾਈਲਾਂ ਦੀ। ਟਾਈਲਸ, ਹਾਰਡਵੁੱਡ, ਵਾਈਨਲ, ਕਾਊਂਟਰ ਟੌਪ, 604 427 84 53। ਟਾਈਲ ਮਾਰਟ। ਸਰ ਦਲਜੀਤ ਸਿੰਘ ਜੀ, ਲਾਈਨ ਨੰਬਰ 2। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਜਿੱਥੇ ਤੱਕ ਮੈਨੂੰ ਲੱਗਦਾ ਜੀ ਇਹ ਸਹੀ ਗੱਲ ਆ ਜਿਹੜੀ ਉਹਨਾਂ ਨੇ ਕਹੀ ਆ, ਕਿਉਂਕਿ ਇੱਕ ਅੱਗੇ ਵੀ ਮੈਂ ਕਿਤੇ ਨੈਟ ਤੇ ਹੀ ਪੜ੍ਹਿਆ ਸੀਗਾ ਕਿ ਜਿਹੜੇ ਬੰਦੇ ਰਹਿੰਦੇ ਨੇ ਉੱਥੇ ਮੰਗਲ ਗ੍ਰਹਿ ਤੇ, ਉਹ ਧਰਤੀ ਦੇ ਥੱਲੇ ਹੀ ਰਹਿੰਦੇ ਨੇ, ਉਹ ਉੱਪਰ ਨਹੀਂ ਹੈ, ਉਹ ਅੰਡਰਗਰਾਉਂਡ ਹੈ। ਉੱਥੇ ਜੋ ਵੀ ਸਭਿਅਤਾ ਜਿੰਨੀ ਵੀ ਉੱਥੇ ਹੈਗੀ ਹੈ ਮੰਗਲ ਦੀ, ਉਹ ਸਾਰੀ ਅੰਡਰਗਰਾਉਂਡ ਹੈ। ਤੇ ਇਹਦਾ ਸ਼ੱਕ ਹੋਰ ਪੱਕਾ ਇਸ ਤਰ੍ਹਾਂ ਹੁੰਦਾ ਕਿ ਜਿੱਦਾਂ ਕੈਲੀਫੋਰਨੀਆ ਦੇ ਵਿੱਚ ਇੱਕ ਏਰੀਆ 51 ਹੈ ਜੀ, ਉੱਥੇ ਨੂੰ ਕੋਈ ਸੜਕ ਨਹੀਂ ਜਾਂਦੀ, ਬਿਲਕੁਲ ਉੱਥੇ ਜਸਟ ਤੁਸੀਂ ਹਵਾਈ ਜਹਾਜ਼ ਨਾਲ ਹੀ ਲੈਂਡ ਕਰ ਸਕਦੇ। ਤੇ ਉਹ ਹਵਾਈ ਜਹਾਜ਼ ਦੀ ਸਿਕਿਉਰਿਟੀ ਇੰਨੀ ਹੈ ਕਿ ਜੇ ਉੱਥੇ ਕਿਸੇ ਨੇ ਉਸ ਹਵਾਈ ਜਹਾਜ਼ ਦੇ ਵਿੱਚ ਏਅਰ ਹੋਸਟਸ ਵੀ ਲੱਗਣਾ ਤੇ ਉਹਦੀ ਵੀ ਪਤਾ ਨਹੀਂ, ਕਹਿੰਦੇ 1 ਸਾਲ ਤੱਕ ਪਹਿਲਾਂ ਤਾਂ ਉਹਦੀ ਪੁਲਿਸ ਰਿਪੋਰਟ ਹੀ ਨਹੀਂ ਮੁੱਕਦੀ, ਇੰਨੀ ਉਹਦੀ ਸਿਕਿਉਰਿਟੀ ਹੈ। ਤੇ ਫਿਰ ਜਦੋਂ ਉਸ ਏਰੀਏ ਦੀ ਸਿਕਿਉਰਿਟੀ ਰੱਖਦੇ ਆ, ਇੰਨਾ ਉਹਨੂੰ ਗੁਪਤ ਰੱਖਦੇ, ਤੇ ਇਸ ਤਰ੍ਹਾਂ ਦੀ ਖਬਰ ਨੂੰ ਕਿ ਅਸੀਂ ਸਪੇਸਸ਼ਿਪ ਬਣਾਇਆ ਜਾਂ ਉੱਥੇ ਜਾ ਕੇ ਉਹ ਕਰ ਰਹੇ ਆ ਅਮਰੀਕਾ ਵਾਲੇ, ਤੇ ਉਹ ਬਿਲਕੁਲ ਮੰਨੀ ਜਾ ਸਕਦੀ ਆ ਕਿ ਜੋ ਉਹਨੇ ਗੱਲ ਕਹੀ ਹੈ ਉਹ ਹੋ ਸਕਦੀ ਹੈ। ਜੀ ਥੈਂਕ ਯੂ ਜੀ। ਧੰਨਵਾਦ ਵੀਰ ਜੀ। ਪ੍ਰੋਗਰਾਮ ਡੇ ਟੂ ਡੇ ਹੋਲਸੇਲ ਕੈਸ਼ ਐਂਡ ਕੈਰੀ ਪਹੁੰਚਾਉਂਦੇ ਨੇ ਜੀ 78 ਤੇ 128 ਤੇ। ਸਟੋਰ ਗਰੋਸਰੀ ਦਾ ਵੇਖਣਾ ਇੱਕ ਵਾਰ ਜਾ ਕੇ ਆਇਓ, ਫਿਰ ਪਤਾ ਲੱਗੂ ਗਰੋਸਰੀ ਕਿਵੇਂ ਲਿਆਈ ਜਾਂਦੀ ਹੈ, ਕਿਵੇਂ ਵੇਚੀ ਜਾਂਦੀ ਹੈ, ਤੇ ਸਫਾਈ ਕੀ ਹੈ, ਤੇ ਕੀਮਤਾਂ ਕੀ ਨੇ, ਕੁਆਂਟਿਟੀ ਕੀ ਹੈ, ਕੁਆਲਿਟੀ ਕੀ ਹੈ। 604 503 87 87 ਡੇ ਟੂ ਡੇ ਹੋਲਸੇਲ.ca 78 128। ਗੁਰੂ ਜੀ ਵਾਲੇ ਇਹ ਪ੍ਰੋਡਕਟ ਤੁਹਾਡੇ ਤੱਕ ਲੈ ਕੇ ਆਉਂਦੇ ਨੇ। ਗੁਰੂ ਜੀ ਪ੍ਰੋਡਕਟਸ ਜਲੰਧਰ, ਜਿਹੜੇ ਪਹਿਲਾਂ ਗਰੋਸਰੀ ਦਾ ਸਟੋਰ ਤੁਹਾਨੂੰ ਲੈ ਕੇ, ਤੁਹਾਡੇ ਲਈ ਗਰੋਸਰੀ ਬਹੁਤ ਲੈ ਕੇ ਆਏ ਨੇ। ਹੁਣ ਆਪਣਾ ਉਹਨਾਂ ਦਾ ਸਟੋਰ ਹੈ, ਸਟੋਰਾ ਸਿੰਘ ਹੀ ਆ। ਸਟੋਰ ਕਾਹਦਾ? 604 503 87 87। ਔਜਲਾ ਜੀ, ਲਾਈਨ ਨੰਬਰ 1। ਹਾਂਜੀ ਗਿਲ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਦੇਖੋ,
ਇਹ ਜਿਹੜੀ ਹੁਣੇ ਕਾਰਲ ਸਾਹਿਬ ਨੇ ਦੱਸੇ ਮੰਗਲ ਗ੍ਰਹਿ ਕਿਸੇ ਧਰਤੀ ਦੇ ਥੱਲੇ ਆ। ਛੋਟੇ ਹੁੰਦੇ ਪੰਜਾਬ ਵਿੱਚ ਵੀ ਸੁਣਦੇ ਹੁੰਦੇ ਫਲਾਨੀ ਜਗ੍ਹਾ ਖੂਹ ਪੱਟਿਆ ਗਿਆ, ਉਹਦੇ ਵਿੱਚੋਂ ਗੱਠ ਗੁੱਠੀਆਂ ਨਿਕਲਿਆ। ਪਰ ਹੁਣ ਖੂਹ ਪੱਟਣੋਂ ਹਟ ਗਏ ਤੇ ਹੁਣ ਗੱਠ ਗੁੱਠੀਆਂ ਨਿਕਲਣੋਂ ਵੀ ਹਟ ਗਏ ਆ। ਤੇ ਦੂਜੀ ਗੱਲ ਆ, ਜਿਹੜੇ ਇੱਕ ਇੱਥੇ ਟੀਵੀ ਤੇ ਸ਼ੋਅ ਚੱਲਦਾ ਭੂਤ ਚੜੇਲਾਂ ਦਾ, ਕਿਸੇ ਇੱਕ ਘਰ ਦੇ ਵਿੱਚ ਬਹੁਤ ਵਧੀਆ ਘਰ 'ਚ ਦਿਖਾਉਂਦੇ ਆ ਵੀ ਭੂਤ ਨਿਕਲਿਆ ਹੋਇਆ, ਤੇ ਦੂਜਾ UFO ਆ। ਇਹ ਸਿਰਫ ਮਨ ਪਰਚਾਵਾ ਆ, ਕੋਈ ਇਹਦੇ ਵਿੱਚ ਅਸਲੀਅਤ ਨਹੀਂ। ਇਹ ਉੱਡਣ ਸ਼ਾਸਤਰੀਆਂ ਬੜੀ ਵਾਰੀ ਅਫਵਾਹਾਂ ਫੈਲਾਈਆਂ, ਇਹ ਸਿਰਫ ਤੇ ਸਿਰਫ ਇੱਕ ਮਨ ਪਰਚਾਵਾ ਆ। ਤੇ ਜਿਹੜਾ ਤੁਸੀਂ ਆਪਣਾ ਸੌਰ ਮੰਡਲ ਗਿਆ, ਇਹਦੇ ਬਾਰੇ 1 ਮਿੰਟ ਤੁਸੀਂ ਤਾਂ ਕਿਹਾ ਵੀ ਕਿੰਨੀ ਦੇਰ ਪੜ੍ਹੋ, 2 ਘੰਟੇ ਦਾ। ਮੈਂ ਕਹਿੰਦਾ ਅੱਧਾ ਮਿੰਟ ਹੀ ਬੰਦਾ ਅੱਧਾ ਸਕਿੰਟ ਪੜ੍ਹ ਲਵੇ ਭਈ ਜੇ ਧਰਤੀ ਨਾ ਹੁੰਦੀ ਆ ਬ੍ਰਹਿਮੰਡ ਹੁੰਦਾ ਕੀ ਹੁੰਦਾ, ਉੱਥੇ ਤੁਹਾਡੇ ਦਿਮਾਗ ਨੂੰ ਹਨੇਰਾ ਆਉਣਾ ਸ਼ੁਰੂ ਹੋ ਜਾਂਦਾ, ਬੰਦਾ ਸੋਚ ਹੀ ਨਹੀਂ ਸਕਦਾ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ ਸਰਾਰ ਜੀ। ਸਰ ਹਰਪ੍ਰੀਤ ਸਿੰਘ ਲਾਈਨ ਨੰਬਰ 2। ਹਰਪ੍ਰੀਤ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਹਰਪ੍ਰੀਤ ਬੋਲਦਾ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸੌਰੀ, ਤੁਹਾਡੀ ਬਿਲਕੁਲ ਗੱਲ ਸਹੀ ਹੈ। ਜਿਹੜੀ UFO ਹੈ ਇਹ ਬਿਲਕੁਲ 100% ਸਹੀ ਹੈ। ਜਿਹੜੀਆਂ ਰਿਸਰਚਾਂ ਹੋ ਰਹੀਆਂ ਨੇ ਬਹੁਤ ਵਧੀਆ ਹੋ ਰਹੀਆਂ ਨੇ। ਜੀ ਜੀ। ਤੁਸੀਂ ਦੇਖੋਗੇ ਕਿ ਜਿਹੜਾ ਫਿਰ ਬਾਈ ਜੀ ਨੇ ਪਹਿਲਾਂ ਵੀ ਗੱਲ ਕੀਤੀ ਸੀ, ਏਰੀਆ 51 ਹੈਗਾ ਜਿਵੇਂ, ਤੇ ਦੂਜਾ ਈਲਨ ਮਸਕ ਆਏ ਦਿਨ ਨਵੇਂ ਐਕਸਪੈਰੀਮੈਂਟ ਕਰਦਾ। ਕੱਲ ਕੀਤਾ ਹਜੇ ਪਰਸੋਂ ਸਟਾਰਸ਼ਿਪ ਦਾ, ਬਿਲਕੁਲ 12 ਕਿਲੋਮੀਟਰ ਉੱਪਰ ਲੈ ਕੇ ਲੈਂਡਿੰਗ ਲੈ ਗਿਆ ਜੀ। ਹਾਂ 6 ਸਾਲ ਦੇ ਵਿੱਚ ਬੰਦਾ ਕਹਿੰਦਾ ਅਸੀਂ ਮਾਰਸ ਤੇ ਪਹੁੰਚ ਜਾਣਾ। ਬਿਲਕੁਲ। ਤੁਸੀਂ ਮਿਲਕੀ ਵੇ ਗਲੈਕਸੀ ਜੀ ਤੁਸੀਂ ਗੱਲ ਕਰਦੇ ਹੋਗੇ, ਤੁਸੀਂ ਜੇ ਜੁਪੀਟਰ ਦੇਖੋ ਕਿੱਡੇ ਸੋਹਣੇ ਸ਼ੇਪ ਦੇ ਬਣੇ ਹੋਏ ਨੇ ਗ੍ਰਹਿ ਤੋਂ ਪਰਾਂ ਤੋਂ ਪਰਾਂ ਜਾਈਏ। ਤੇ ਬਾਕੀ ਤੁਹਾਡੀ ਗੱਲ ਬਿਲਕੁਲ ਸਹੀ ਹੈ, ਬੜੀ ਤੁਸੀਂ ਇਨਫੋਰਮੇਸ਼ਨ ਦੇ ਰਹੇ ਹੋ। ਜਿਵੇਂ ਲਾਈਟ ਈਅਰ ਦੀ ਗੱਲ ਕਰਦੇ ਹਾਂ ਆਪਾਂ, ਸਾਡੇ ਕੋਲ ਇੰਨੇ ਵਹੀਕਲ ਹੈ ਨਹੀਂ ਜਿਹੜੇ ਇੰਨੀ ਸਪੀਡ ਨਾਲ ਜਾ ਸਕਣ, ਪਰ ਕਿਸੇ ਦਿਨ ਹੋਣਗੇ ਜ਼ਰੂਰ। ਬਿਲਕੁਲ ਠੀਕ। ਤੇ ਅਸੀਂ ਮਿਲਕੀ ਵੇਵ ਗਲੈਕਸੀ ਨੂੰ ਪਾਰ ਕਰਕੇ ਹੋਰ ਕਿਸੇ ਗਲੈਕਸੀ 'ਚ ਐਂਟਰ ਹੋ ਸਕਾਂਗੇ। ਇਹ ਤੁਹਾਡੀ ਬਿਲਕੁਲ ਗੱਲ ਸਹੀ ਹੈ। ਬਹੁਤ ਸੋਹਣੀਆਂ ਰਿਸਰਚਾਂ ਹੋ ਰਹੀਆਂ ਨੇ। ਏਲਨ ਮਸਕ ਬਹੁਤ ਵਧੀਆ ਕੰਮ ਕਰ ਰਿਹਾ ਇਹਦੇ ਤੇ ਬਾਕੀ ਤੁਸੀਂ ਇਦਾਂ ਦੇ ਪ੍ਰੋਗਰਾਮ ਲਿਆਂਦੇ ਰਿਹਾ ਕਰੋ। UFO ਬਹੁਤ ਵਧੀਆ ਲੱਗਦਾ ਤੁਸੀਂ ਇਦਾਂ ਦੀ ਇਨਫੋਰਮੇਸ਼ਨ ਦਿੰਦੇ ਹੋ। ਥੈਂਕ ਯੂ ਬਾਈ ਜੀ। ਥੈਂਕ ਯੂ ਸਿੰਘ ਸਾਹਿਬ। ਥੈਂਕ ਯੂ ਜੀ। ਗ੍ਰੈਵਿਟੀ ਇੱਕ ਫਿਲਮ ਹੈ, ਮੈਂ ਤੁਹਾਨੂੰ ਦੱਸਿਆ, ਤੇ ਇੰਟਰਸਟੈਲਰ ਹੈ ਜਿਹੜਾ, ਇੰਟਰਸਟੈਲਰ ਵੇਖ ਲਿਓ। ਉਹਦੇ 'ਚ ਵੀ ਆਪਣੀ ਇਸ ਧਰਤੀ ਨੂੰ, ਆਪਣੀ ਗਲੈਕਸੀ ਨੂੰ ਛੱਡ ਕੇ ਦੂਜੀ ਜਗ੍ਹਾ ਜਾ ਕੇ ਵਸਣ ਦੀਆਂ ਗੱਲਾਂ, ਜਾਂ ਆਪਣੀ ਗਲੈਕਸੀ ਦੇ ਵਿੱਚ ਧਰਤੀ ਨੂੰ ਛੱਡ ਕੇ ਦੂਜੀ ਜਗ੍ਹਾ ਵਸਣ ਦੀਆਂ ਗੱਲਾਂ ਵੇਖਣ ਵਾਲੀ ਫਿਲਮ ਹੈ ਉਹ ਵੀ। ਤੇ ਐਨੀਵੇਜ਼ ਇਹ ਬਹੁਤ ਦੂਰ ਲੱਗਦਾ ਕਿ 3 ਲੱਖ ਕਿਲੋਮੀਟਰ 1 ਸੈਕਿੰਡ ਲਾਈਟ ਦੀ ਸਪੀਡ। ਤੇ ਇਹ ਜਿਹੜੀਆਂ ਗਲੈਕਸੀਆਂ ਸਾਡੀ ਮਿਲਕੀ ਵੇ, ਆਕਾਸ਼ ਗੰਗਾ ਇਹਨੂੰ ਗਿਣਦੇ ਆ, ਉਹ ਕਰੋੜਾਂ ਲਾਈਟ ਈਅਰ 'ਚ ਗਿਣਦੇ ਆ। ਤਾਲੀਵਾਲ ਸਾਹਿਬ ਲਾਈਨ ਨੰਬਰ 1। ਸਤਿ ਸ੍ਰੀ ਅਕਾਲ ਗਿੱਲ ਸਾਹਿਬ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਦੇਖੋ ਦੇਖਿਆ ਤਾਂ ਹੈ ਨਹੀਂ, ਪਰ ਜੇ ਦੇਖਿਆ ਉਹ ਤੇ ਥੋੜਾ ਜਿਹਾ ਟਰਸਟ ਕਰਦੇ ਆ। ਜਿਹੜਾ ਅੱਗੇ ਭਾਈ ਸਾਹਿਬ ਦੱਸ ਕੇ ਗਏ ਨਾ, ਅਮਰੀਕਾ ਦੇ ਵਿੱਚ ਏਰੀਆ 51, ਉੱਥੇ ਸਾਰਾ ਮਿਲਟੀ ਆ ਸਮਾਨ ਆ। ਉੱਥੇ ਇੱਕ ਚਾਹੇ ਮੈਂ ਥੋੜਾ ਐਕਸੀਡੈਂਟ ਹੋ ਗਿਆ ਡੈਪਿਆ, ਚਾਹੇ ਜਿੱਦਾਂ ਉਹਨੇ ਦੇਖਿਆ ਉਹ ਦੱਸ ਸਕਦੇ। ਆਪਾਂ ਤਾਂ ਸੁਣਿਆ ਉੱਥੇ ਮੇਲਾ ਵੀ ਲਾਉਂਦੇ ਆ। ਤੇ ਉੱਥੋਂ ਇੱਕ ਛੋਟਾ ਜਿਹਾ ਉਹਨਾਂ ਦਾ ਜਿਹੜਾ ਗੋਲ ਘੁੰਮਦਾ ਹੁੰਦਾ ਨਾ, ਪਲੇਨ ਤਾਂ ਆਪਣੇ ਜਿਹੜੇ ਸਿੱਧੇ ਜਾਂਦੇ, ਉਹ ਜਿੱਦਾਂ ਇੱਕ ਸਰਕੂਲੇਸ਼ਨ ਦਾ ਗੋਲ ਹੀ ਆ ਘੁੰਮਣ ਦਾ। ਤਾਂ ਉਹ ਬੰਦਾ ਵੀ ਲੈਰੀ ਸ਼ੋਅ ਦੇ ਲੈਰੀ ਇੱਕ ਕਿੰਗ ਦੇ ਇਹਦੇ ਸ਼ੋਅ ਤੇ ਆਇਆ ਸੀ। ਉਹਨੂੰ ਦੱਸਿਆ ਸੀ ਕਿ ਉੱਥੋਂ ਨੂੰ ਚੱਕ ਕੇ ਲੈ ਗਏ ਸੀ। ਇਹ ਕੁਝ ਦਿਨਾਂ ਬਾਅਦ ਛੱਡ ਗਏ। ਤੇ ਉਹ ਦੱਸਦਾ ਸੀ ਵੀ ਜਿੱਥੇ ਮੈਨੂੰ ਲਗਾਏ ਆ ਪਤਾ ਨਹੀਂ, ਤੇ ਮਨ ਪਰਚਾਵਾ ਹੁਣ ਗਏ ਤਾਂ ਅਸੀਂ ਵੀ ਹੈ ਨਹੀਂ, ਸੁਣੀ ਸੁਣਾਈ ਗੱਲ ਆ। ਤੇ ਉੱਥੇ ਇਦਾਂ ਦੇ ਹੈਗੇ ਆ ਬੰਦੇ ਛੋਟੇ ਛੋਟੇ ਜਿਹੇ, ਤਾਂ ਜਿੱਥੇ ਉਹਨੇ ਉਹ ਲਾਏ ਆਪਣੇ ਛੋਟਾ ਜਿਹਾ ਪਲੇਨ ਅੰਗ, ਤੇ ਉੱਥੇ ਧਰਤੀ ਵੀ ਕਾਫੀ ਜਿੱਦਾਂ ਬਰਨ ਹੋ ਗਏ ਸੀ, ਜਿੱਦਾਂ ਤੱਤੀ ਚੀਜ਼ ਰੱਖੀ ਦੀ ਆ। ਤਾਂ ਉੱਥੋਂ ਸਿੱਧੇ ਲੈ ਗਏ, ਤੇ ਉਹਦੇ ਲਾਗੇ ਇੱਕ ਸੜਕ ਸੀ। 4 ਦਿਨਾਂ ਬਾਅਦ ਉੱਥੇ ਉਹਨੂੰ ਲਾ ਗਏ। ਤੇ ਇਦਾਂ ਦੀਆਂ ਗੱਲਾਂ ਸੁਣਦੇ ਆ। ਪਰ ਜੇ ਮੇਰਾ ਆਪਣਾ ਖਿਆਲ ਆ, ਜੇ ਭੂਤ ਹੈਗੇ ਤਾਂ ਭੂਤਾਂ ਦਾ ਨਾਂ ਰੱਖ ਹੋਇਆ। ਜੇ ਏਲੀਅਨ ਹੈਗੇ ਆ ਤਾਂ ਇਹਨਾਂ ਦਾ ਨਾਂ ਰੱਖ ਹੋਇਆ। ਨਹੀਂ ਉਹ ਜਿਹੜਾ ਉੱਥੇ ਇਹਨਾਂ ਦਾ ਛੋਟਾ ਜਿਹਾ ਇੱਕ ਪਲੇਨ ਆ, ਤੇ ਉਹ ਦੱਸਦੇ ਆ ਵੀ ਨਾ ਤਾਂ ਟਾਰਚ ਨਾਲ ਛੇਤੀ ਵੱਢ ਹੁੰਦਾ, ਨਾ ਸਾਹ ਦੇ ਨਾਲ। ਬਿਲਕੁਲ ਜੀ, ਉਹ ਲੱਗੇ ਹੋਏ ਨੇ ਏਰੀਆ 51। ਮੇਰੇ ਕੋਲ ਸਮਾਂ ਥੋੜਾ ਜਿਹਾ ਘੱਟ ਗਿਆ ਜੀ। ਆਖਰੀ ਕਾਲਰ ਸਰਾ ਅਮਰਜੀਤ ਸਿੰਘ। ਸਰਾ ਅਮਰਜੀਤ ਸਿੰਘ।
ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜੀ ਹਾਂਜੀ ਗਿੱਲ ਸਾਹਿਬ, ਇੱਕ ਤਾਂ ਜਿੱਦਾਂ ਆਪਾਂ ਕਹਿੰਦੇ ਆ ਜੀ ਕੋਈ ਵੀ ਚੀਜ਼ ਏਦਾਂ ਜਿਹੜੀ 84 ਲੱਖ ਜੂਨ ਆਪਾਂ ਨੂੰ ਮਹਾਰਾਜ ਨੇ ਦੱਸਿਆ ਜੀ ਜੀ, ਉਹ ਮਤਲਬ ਉਹਨਾਂ ਦੇ ਪਿੱਛੇ ਆਉਣੀਆਂ, ਉਦਾਂ ਜੇ ਆਪਾਂ ਦੇਖਣੀਆਂ ਚ ਨਹੀਂ ਪੂਰੀਆਂ ਹੋ ਸਕਦੀਆਂ ਜਾਣ ਕੇ ਤਾਂ ਹੋਰ ਹੈਗੀਆਂ। ਤੇ ਨੰਬਰ 2 ਗਿੱਠ ਮੁਠੀਏ ਦੀ ਕਹਾਣੀ ਜਿੱਦਾਂ ਸੁਣਾਈ ਸੀ, ਐਵੇਂ ਸਾਡੀ ਭੂਆ ਜੀ ਨੇ ਵੀ ਦੱਸਿਆ ਸੀ, ਸਾਡੇ ਨਾਲ ਦੇ ਖੂਹ ਵਾਲਿਆਂ ਨੇ ਖੂਹ ਪੱਟਿਆ ਸੀਗਾ, ਉਹ ਚ ਗਿੱਠ ਉਹ ਕਹਿੰਦੇ ਅਸੀਂ ਮਤਲਬ ਛੋਟੀਆਂ ਸੀਗੀਆਂ, ਜਦੋਂ ਮਤਲਬ ਪਿਆ ਰੌਲਾ ਪਈ ਕਿ ਉੱਥੋਂ ਬੰਦਾ ਨਿਕਲਿਆ ਗਿੱਠ ਮੁਠੀਆ ਤੇ ਦੇਖਣ ਗਈਆਂ ਤੇ ਦੱਸਦੇ ਜਦੋਂ ਨਿਕਲਿਆ ਉਦੋਂ ਹਿਲਦਾ ਜਾਂਦਾ ਸੀ, ਜਿੰਦਾ ਸੀਗਾ ਸੀ, ਪਰ ਉਹ ਜਦੋਂ ਉਹ ਕਹਿੰਦੇ ਅਸੀਂ ਗਈਆਂ ਤੇ ਉਹ ਮਰ ਗਿਆ ਸੀ, ਅਸੀਂ ਅੱਖੀ ਦੇਖਿਆ। ਬਿਲਕੁਲ ਜੀ, ਇਹ ਪੁਰਾਣੀਆਂ ਗੱਲਾਂ ਪਿੰਡਾਂ 'ਚ ਲੋਕ ਦੱਸਦੇ ਆ। ਇਹ ਸੀ ਜੀ ਅੱਜ ਦਾ ਪ੍ਰੋਗਰਾਮ। ਧੰਨਵਾਦ ਸਾਰਿਆਂ ਦਾ, ਜਿੱਥੇ ਵੀ ਤੁਸੀਂ ਬੈਠੇ ਪ੍ਰੋਗਰਾਮ ਸੁਣ ਰਹੇ ਹੋ। ਸੋਮਵਾਰ ਨੂੰ 9 ਵਜੇ ਫੇਰ ਮੁੜਦਾ। ਰੱਬ ਰਾਖਾ।